ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦੀ ਕਿਰਪਾ ਸਦਕਾ ਅੱਜ 152ਵੇਂ ਦਿਨ ਸਤਿਗੁਰ ਦੀ ਸੰਗਤ ਵਿੱਚ ਇਕੱਤਰ ਹੋਏ ਹਾਂ। ਅੱਜ ਦੀ ਇਕੱਤਰਤਾ ਦੇ ਵਿੱਚ ਜਿੰਨੇ ਵੀ ਹਾਜ਼ਰ ਹੋਏ ਆ ਸਭ ਦਾ ਸਵਾਗਤ ਹੈ ਜੀ। ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਸਭ ਦਾ ਸਵਾਗਤ ਹੈ। ਆਓ ਆਪਣੀਆਂ ਖਿੰਡੀਆਂ ਹੋਈਆਂ ਵਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਜਾਪ ਦੇ ਨਾਲ ਜੁੜਨਾ ਕਰੀਏ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਖੁਸ਼ਪ੍ਰੀਤ ਕੌਰ ਜੀ। ਆਪਾਂ ਜ਼ਿਆਦਾ ਲੰਬਾ ਥੋੜਾ ਲੈ ਜਾਣੇ। ਆਜੂਨੀ ਆੜੇ ਕੰਨਾ ਲੱਗ ਜਾਂਦਾ। ਆਜੂਨੀ ਸਿਰਫ ਅਜੂਨੀ ਬੋਲਣਾ ਹੈ। ਅਜੂਨੀ ਆਜੂਨੀ ਜਦੋਂ ਕਹਿੰਦੇ ਆ ਤੇ ਕੰਨਾ ਲੱਗ ਜਾਂਦਾ ਆੜੇ ਨੂੰ। ਇਸ ਕਰਕੇ ਬਹੁਤ ਧੰਨਵਾਦ ਬੇਟਾ ਜੀ। ਤੁਸੀਂ ਕਾਫੀ ਵਾਰੀ ਜਾਪ ਦੀ ਸੇਵਾ ਜਿਹੜੀ ਲੈਂਦੇ ਰਹਿੰਦੇ ਆ। ਧਿਆਨ ਰੱਖਣਾ ਜੀ, ਛੋਟੀਆਂ ਛੋਟੀਆਂ ਗੱਲਾਂ ਆਪਾਂ ਸਿੱਖਣੀਆਂ। ਸੋ ਆਓ ਕੀਰਤਨ ਦਾ ਆਨੰਦ ਮਾਣੀਏ। ਕੀਰਤਨ ਦੀ ਸੇਵਾ ਲੈ ਰਹੇ ਨੇ ਸ਼ੈਰੀ ਜਿੰਦਲ ਜੀ। EPP ਨੰਬਰ 16001 ਜ਼ਿਲ੍ਹਾ ਸੰਗਰੂਰ ਤੋਂ ਜੀ। ਮੈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਮ ਆਵਾਜ਼ ਸਹੀ ਆ ਰਹੀ ਹੈ? ਹਾਂਜੀ ਹਾਂਜੀ ਆ ਰਹੀ ਬੇਟਾ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸਚ ਹੋਵੈ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਚਤੁਰ ਦਿਸ਼ਾ कीन्हों भले अपना सिर ऊपर कर तार्यो। चतुर दिशा कीन्हों भले अपना सिर ऊपर कर तार्यो। कृपा कटाके अवलोकन कीने दास का दुख बिदार्यो। जो मांगे ठाकुर अपने ते सोई सोई देवै। हर गुण राखे गुर गोविंद राखे गुर गोविंद। कंठ लाए अब गुण सब मेटे दयाल पुरख बख्शंद। जो मांगे ठाकुर अपने ते सोई सोई देवै। नानक दास मुख ते जो बोले इहाँ उहाँ सच होवै। जो मांगे ठाकुर अपने ते सोई सोई देवै। वाहिगुरु जी का खालसा वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਟਾ ਜੀ ਆਪਣੀ ਬੁੱਕ ਦੇ ਵਿੱਚ ਹੈਗਾ ਨਾ ਸੱਚਰ ਤੁਹਾਨੂੰ ਕਿਤਾਬਾਂ ਲੱਗੀਆਂ ਨੇ ਤਾਂ ਸ਼ਬਦ ਦੇਖ ਕੇ ਪੜਿਆ ਕਰੋ। ਵਿੱਚ ਕੁਝ ਛੋਟੀਆਂ ਛੋਟੀਆਂ ਗਲਤੀਆਂ ਹੁੰਦੀਆਂ ਨੇ ਆਪਣੀਆਂ ਤੇ ਉਹ ਅਸੀਂ ਦੇਖ ਬਿਨਾਂ ਦੇਖੇ ਪੜ੍ਹਨਾ ਹੈ। ਦੇਖ ਕੇ ਪੜ੍ਹ ਸਕਦੇ ਹੋ। ਠੀਕ ਹੈ। ਬਹੁਤ ਧੰਨਵਾਦ ਜੀ। ਵਾਹਿਗੁਰੂ ਦੀ ਕਿਰਪਾ ਸਦਕਾ ਅੱਜ ਅਸੀਂ ਇਸ ਗੁਰਬਾਣੀ ਦੀ ਸੰਥਿਆ ਦਾ ਇਤਿਹਾਸ ਹੈ ਜਿਹੜਾ ਜਾਣਨ ਦੇ ਲਈ, ਗੁਰਬਾਣੀ ਦੀ ਸੰਥਿਆ ਨੂੰ ਦੱਸਣ ਦੇ ਲਈ ਅੱਜ ਸਾਡੇ ਨਾਲ ਜੁੜੇ ਹਨ ਪ੍ਰੋਫੈਸਰ ਗੁਰਮੇਲ ਸਿੰਘ ਜੀ। ਬੇਨਤੀ ਹੈ ਉਹਨਾਂ ਨੂੰ ਕਿ ਉਹ ਆਪਣੇ ਵਿਚਾਰ ਰੱਖਣਗੇ। ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਉਹਨਾਂ ਦਾ ਸਵਾਗਤ ਹੈ ਜੀ। ਪ੍ਰੋਫੈਸਰ
ਪ੍ਰੋਫੈਸਰ ਗੁਰਮੇਲ ਸਿੰਘ ਜੀ ਜੇ ਜੁੜ ਚੁੱਕੇ ਹਨ ਤੇ ਉਹਨਾਂ ਨੂੰ ਬੇਨਤੀ ਹੈ ਕਿ ਆਪਣਾ ਵਿਸ਼ਾ ਲੈਣਗੇ ਜੀ, ਬੱਚਿਆਂ ਦੇ ਨਾਲ ਸਾਡੇ ਸਾਰਿਆਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਣਗੇ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਤਿਕਾਰਯੋਗ ਗੁਰੂ ਖਾਲਸਾ ਪੰਥ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮੇਰੀਆਂ ਦੋ ਬੇਨਤੀਆਂ ਨੇ। ਪਹਿਲਾਂ ਇੱਕ ਤਾਂ ਮੈਨੂੰ ਦੱਸ ਦੇਵੇ ਕੋਈ ਵੀ ਮੇਰੀ ਆਵਾਜ਼ ਆ ਰਹੀ ਹੈ ਨਾ? ਆ ਰਹੀ ਹੈ ਜੀ, ਆ ਰਹੀ ਹੈ ਜੀ। ਹਾਂਜੀ। ਇੱਕ ਜਦੋਂ ਮੇਰਾ ਸਮਾਂ ਹੋਣ ਲੱਗਿਆ ਮੈਨੂੰ ਵਿੱਚੋਂ ਟੋਕ ਦਿੱਤਾ ਜਾਵੇ, 3-4 ਮਿੰਟ ਪਹਿਲਾਂ ਟੋਕ ਦਿੱਤਾ ਜਾਵੇ। 4:50 ਤੱਕ ਬੋਲ ਜੋ, ਉਸ ਤੋਂ ਬਾਅਦ ਬੱਚੇ ਕੁਐਸਚਨ ਆਨਸਰ ਕਰਦੇ ਆ। ਹਾਂਜੀ, ਫਿਰ ਵੀ ਤੁਸੀਂ ਜਦੋਂ 4:45 ਹੋ ਗਏ ਮੈਨੂੰ ਮਾੜਾ ਜਿਹਾ ਇਸ਼ਾਰਾ ਕਰ ਦੇਣਾ। ਠੀਕ ਹੈ ਜੀ, ਵਾਹਿਗੁਰੂ ਜੀ। ਕਿਉਂਕਿ ਬੋਲਦਿਆਂ ਕਈ ਵਾਰ ਪਤਾ ਨਹੀਂ ਲੱਗਦਾ। ਠੀਕ। ਅਸੀਂ ਆਪਣਾ ਵਿਸ਼ਾ ਸ਼ੁਰੂ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਮੈਂ ਸਾਰੇ ਐਜੂਕੇਟ ਪੰਜਾਬ ਦੇ ਵਿਦਿਆਰਥੀ ਸਾਥੀ ਬੱਚੇ ਜਿੰਨੇ ਜੁੜੇ ਨੇ ਸਾਰਿਆਂ ਦੇ ਚਰਨਾਂ ਵਿੱਚ ਮੇਰੇ ਵੱਲੋਂ ਬੇਨਤੀ ਹੈ ਕਿ ਉਹ ਧਿਆਨ ਨਾਲ ਸੁਣਨ। ਜੋ ਵੀ ਗੱਲਬਾਤ ਹੋਈ ਆਪਾਂ ਬਾਅਦ ਚ ਕਰਾਂਗੇ। ਗੁਰੂ ਮਹਾਰਾਜ ਤੁਹਾਨੂੰ ਚੜ੍ਹਦੀਆਂ ਗੱਲਾਂ ਚ ਰੱਖੇ। ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਕਰਤਾਰਪੁਰ ਦੇ ਵਿੱਚ ਟਿਕਦੇ ਆ, ਲਗਭਗ ਸਮਾਂ ਇਹ 1532 ਵਿੱਚ ਜਦੋਂ ਭਾਈ ਲਹਿਣਾ ਜੀ ਉਹਨਾਂ ਕੋਲੇ ਆਉਂਦੇ ਨੇ। ਭਾਈ ਲਹਿਣਾ ਜੀ, ਹਨਾ, ਆਪਾਂ ਲਹਿਣਾ ਕਹਿ ਦਿੰਦੇ ਹਾਂ, ਲਹਣਾ ਲੱਲਾ ਹਾ ਨਾਲੇ ਕੰਨਾ ਨਾਲ ਲਹਣਾ, ਗੁਰਬਾਣੀ ਚ ਸਪੈਲਿੰਗ ਇਹਦੇ ਹੀ ਨੇ। ਭਾਈ ਲਹਿਣਾ ਜੀ 1532 ਦੇ ਕਰੀਬ ਇਹਨਾਂ ਕੋਲ ਆਉਂਦੇ ਆ। 1539 ਚ ਗੁਰੂ ਮਹਾਰਾਜ ਇਸ ਦੁਨੀਆ ਤੋਂ ਸਰੀਰਕ ਤੌਰ ਤੇ ਚਲੇ ਜਾਂਦੇ ਨੇ। ਉਦੋਂ ਪਹਿਲਾਂ 36-37 ਦੇ ਵਿੱਚ ਇੱਕ ਭਾਈ ਮਨਸੁਖ ਆਉਂਦੇ ਆ ਉਹਨਾਂ ਕੋਲੇ। ਭਾਈ ਮਨਸੁਖ, ਭਾਈ ਲਹਿਣਾ, ਬਾਬਾ ਬੁੱਢਾ ਜੀ, ਭਾਈ ਮੰਗੋ, ਭਾਈ ਸੈਦੋ ਕੇਹੋ, ਏਦਾਂ ਦੇ ਗੁਰਸਿੱਖ ਨੇ ਗੁਰੂ ਸਾਹਿਬ ਦੇ ਨਾਲ। ਇਹਨਾਂ ਸਾਰਿਆਂ ਦੀ ਟੀਮ ਦੇ ਰਾਹੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਗੁਰੂ ਨਾਨਕ ਦੇਵ ਜੀ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਭਾਈ ਲਹਿਣਾ ਜੀ ਦੇ ਰਾਹੀਂ ਸੰਥਿਆ ਦੀ ਸ਼ੁਰੂਆਤ ਕਰਦੇ ਆ। ਜਪਜੀ ਸਾਹਿਬ ਦੀ ਸੰਥਿਆ ਤੋਂ ਨਹੀਂ ਸ਼ੁਰੂ ਹੁੰਦੀ ਆ। ਕੁਝ ਬੱਚੇ ਨੋਟ ਕਰਦੇ ਹੋਣਗੇ। ਮੈਂ ਜੇ ਤੇਜ਼ ਬੋਲਦਾ ਹੋਇਆ ਮੈਨੂੰ ਦੱਸ ਦਿਓ, ਮੈਂ ਹੌਲੀ ਬੋਲਾਂਗਾ। ਜਾਂ ਬਹੁਤਾ ਤੁਸੀਂ ਨੋਟ ਕਰਨ ਦੇ ਚੱਕਰ 'ਚ ਨਾ ਪੈਣਾ। ਜਿਹਨੂੰ ਪੇਪਰ ਦੀ ਲੋੜ ਹੈ ਮੈਂ ਮੇਲ ਰਾਹੀਂ ਵੀ ਭੇਜ ਦੇਵਾਂਗਾ। ਕਿਉਂਕਿ ਜੇ ਤੁਸੀਂ ਲਿਖਣ ਲੱਗ ਗਏ ਫਿਰ ਤੁਹਾਡਾ ਧਿਆਨ ਲਿਖਣ 'ਚ ਜਾਊਗਾ, ਮੇਰੀਆਂ ਗੱਲਾਂ ਗਾਂਹ ਲੰਘ ਜਾਣਗੀਆਂ। ਤੁਸੀਂ ਮੈਨੂੰ ਆਪਣੀ ਮੇਲ ਦੇ ਦਿਓ, ਮੈਂ ਉਹ 'ਤੇ ਪੇਪਰ ਸੈਂਡ ਕਰ ਦਾਂਗਾ, ਭੇਜ ਦੇਵਾਂਗਾ। ਤੁਸੀਂ ਇਸ ਲਈ ਸੁਣਨ ਦੀ ਕੋਸ਼ਿਸ਼ ਕਰਨਾ। ਠੀਕ ਹੈ। ਅਸੀਂ ਗੱਲ ਕਰ ਰਹੇ ਸੀ ਕਰਤਾਰਪੁਰ ਸਾਹਿਬ ਦੇ ਵਿੱਚ। ਇਹ ਕਰਤਾਰਪੁਰ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ। ਪਹਿਲੀ ਟਕਸਾਲ ਸਿੱਖੀ ਦੀ ਸ੍ਰੀ ਕਰਤਾਰਪੁਰ ਸਾਹਿਬ ਗੁਰੂ ਨਾਨਕ ਪਾਤਸ਼ਾਹ ਹਜ਼ੂਰ ਮਹਾਰਾਜ ਆਪ ਸਥਾਪਿਤ ਕਰਦੇ ਆ। ਭਾਈ ਗੁਰਦਾਸ ਜੀ ਨੇ ਲਿਖਿਆ, ਫਿਰ ਬਾਬਾ ਆਇਆ ਕਰਤਾਰਪੁਰ, ਬਾਣੀ ਮੁੱਖੋਂ ਉਚਾਰੀ ਹੈ, ਗਿਆਨ ਗੋਸ਼ਟੀ ਚਰਚਾ ਸਦਾ, ਹਨਾ, ਇਦਾਂ ਦੀਆਂ ਗੱਲਾਂ ਆਉਂਦੀਆਂ ਨੇ। ਸਾਡੇ ਕੋਲੇ ਰੈਫਰੈਂਸ ਮਿਲਦੇ ਨੇ ਭਾਈ ਗੁਰਦਾਸ ਜੀ ਤੋਂ, ਸਿੱਖਾਂ ਦੀ ਭਗਤਮਾਲਾ ਚੋਂ, ਜਨਮ ਸਾਖੀਆਂ ਚੋਂ, ਕੁਝ ਫਾਰਸੀ ਦੇ ਸਰੋਤ ਵੀ ਦੱਸਦੇ ਨੇ। ਉਹ ਮੈਂ ਸਾਰੇ ਸਰੋਤਾਂ ਦੇ ਨਾਂ ਨਹੀਂ ਦੇਵਾਂਗਾ ਇੱਥੇ। ਕਿ ਇਹ ਗੁਰੂ ਮਹਾਰਾਜ ਦੀ ਜਿਹੜੀ ਬਾਣੀ ਆ ਉਹਦੇ ਉਤਾਰੇ ਕਰਨੇ, ਪੋਥੀਆਂ ਬਣਾਉਣੀਆਂ, ਉਹਨਾਂ ਦੀ ਗੁਰਮੁਖੀ ਲਿਪੀ ਦੀ ਜਿਹੜੀ ਘਾੜਤ ਸਿਰਜਣਾ ਕੀਤੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਭਾਈ ਲਹਿਣਾ ਜੀ ਨੇ ਕੀਤੀ ਹੈ। ਉਦੋਂ ਹੀ ਉਹ ਉੱਥੇ ਜਪਜੀ ਸਾਹਿਬ ਤੋਂ ਸ਼ੁਰੂ ਕਰਦੇ ਨੇ, ਸੰਥਿਆ ਸ਼ੁਰੂ ਹੁੰਦੀ ਹੈ। ਜਾਣੀ ਪਹਿਲੀ ਟਕਸਾਲ ਹੈ ਜਿਹੜੀ ਸਾਡੀ ਸੰਥਿਆ ਦੀ, ਉਹ ਭਾਈ ਲਹਿਣਾ ਜੀ ਜਿਹੜੇ ਬਾਅਦ ਚ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਬਣਦੇ ਨੇ, ਉਹਨਾਂ ਦੇ ਰਾਹੀਂ ਗੁਰੂ ਨਾਨਕ ਦੇਵ ਜੀ ਸ਼ੁਰੂ ਕਰਾਉਂਦੇ ਨੇ। ਇਹ ਲਗਭਗ 1532 ਤੇ 37 ਦਾ ਸਮਾਂ ਹੈ। ਇਹਦੇ ਵਿੱਚ ਇੱਕ ਉਹਨਾਂ ਕੋਲੇ ਭਾਈ ਮਨਸੁਖ ਆਉਂਦੇ ਨੇ। ਕਰਤਾਰਪੁਰ ਦੀ ਟਕਸਾਲ ਵਿੱਚ 3 ਸਾਲ ਰਹਿੰਦੇ ਨੇ। ਇੱਕ ਹਵਾਲਾ ਮੈਂ ਪੁਰਾਣਾ ਪੜ੍ਹ ਕੇ ਸੁਣਾਉਣਾ ਤੁਹਾਨੂੰ। ਤਬ ਉਸ ਬਾਣੀਐ ਕੀ ਨਿਸਾ ਭਈ, 3 ਬਰਸ ਬਾਬੇ ਕੋਲ ਰਹਿਆ, ਗੁਰੂ ਬਾਬੇ ਦੀ ਬਾਣੀ ਬਹੁਤ ਲਿਖੀਅਸ, ਪੋਥੀਆ ਲਿਖ ਲੀਤੀਓਸ। ਪ੍ਰਾਤਨ ਜਨਮ ਸਾਖੀ ਦੀ 41 ਨੰਬਰ ਸਾਖੀ ਵਿੱਚ ਇਹਦਾ ਵੇਰਵਾ ਆਉਂਦਾ ਹੈ। ਆਦਿ ਸਾਖੀਆਂ 1701 ਦਾ ਹੋਰ ਹਵਾਲਾ ਹੈ ਸਾਡੇ ਕੋਲੇ। 3 ਬਰਸ ਜਾ ਰਹਿਆ ਤਾਂ ਗੁਰੂ ਬਾਬੇ ਦੀ ਬਾਣੀ ਬਹੁਤ ਲਿਖ ਕਰ ਪੋਥੀਆਂ ਲਿਖ ਲੀਤੀਆਂ।
ਕਹਿਣ ਦਾ ਭਾਵ ਇਹ ਹੁੰਦਾ ਹੈ ਕਿ ਭਾਈ ਮਨਸੁਖ ਬਹੁਤ ਵੱਡੀ ਸਹਾਇਤਾ ਕਰਦੇ ਨੇ ਭਾਈ ਲਹਿਣਾ ਜੀ ਦੀ ਇਸ ਵਿੱਚ। ਰਾਵੀ ਦੇ ਕੰਢੇ ਰਮਣੀਕ ਥਾਂ ਹੈ ਬੜਾ, ਅੱਜ ਕੱਲ ਤਾਂ ਨਹੀਂ ਰਿਹਾ ਉਹ ਜਿਹਾ ਸਥਾਨ, ਪਰ ਇੱਥੇ ਹੀ ਭਾਈ ਸਿੰਘਾਂ, ਭਾਈ ਝਾੜੂ ਕਲਾਲ ਕਰਤਾਰਪੁਰ ਦੇ ਹਜ਼ੂਰੀ ਸਾਥੀ, ਹਜ਼ੂਰੀ ਸੰਗੀ ਨੇ ਗੁਰੂ ਸਾਹਿਬ ਜੀ ਦੇ। ਭਾਈ ਝਾੜੂ ਕਲਾਲ, ਜੇ ਕਿਸੇ ਨੇ ਚੰਡੀਗੜ੍ਹ ਦੇ ਨੇੜੇ ਮੋਹਾਲੀ ਦੇ ਵਿੱਚ ਖਾਨਪੁਰ ਦੇਖਿਆ ਹੋਵੇਗਾ, ਪਿੰਡ ਖਰੜ ਹੈ ਉੱਥੇ, ਖਾਨਪੁਰ ਦੇ ਨਾਲ ਪਿੰਡ ਖਰੜ ਆ, ਉੱਥੇ ਦਾ ਰਹਿਣ ਵਾਲਾ ਸੀਗਾ ਇਹ ਵੀ ਗੁਰੂ ਸਾਹਿਬ ਜੀ ਦੇ। ਅੱਜ ਕੱਲ ਉੱਥੇ ਉਹਦੀ ਪਰੰਪਰਾ ਵੀ ਚੱਲਦੀ ਹੈ, ਉਹਦੀ ਖਾਨਦਾਨ ਹੈਗਾ। ਭਾਈ ਗੁਰਦਾਸ ਜੀ ਨੇ ਸਾਨੂੰ ਭਾਈ ਮਾਲੋ, ਭਾਈ ਮੰਗਾ, ਭਾਈ ਕਾਲੂ, ਇਹਨਾਂ ਦਾ ਜ਼ਿਕਰ ਵੀ ਕੀਤਾ ਹੈ ਕਿ ਜਿਹੜੇ ਗੁਰੂ ਮਹਾਰਾਜ ਦੀ ਸੰਥਿਆ ਵਿੱਚ ਸਹਾਇਤਾ ਕਰਾਉਂਦੇ ਨੇ। ਹੁਣ ਸਾਡੇ ਕੋਲੇ ਗੱਲ ਸਾਹਮਣੇ ਇਹ ਆਉਂਦੀ ਹੈ ਕਿ ਕਰਤਾਰਪੁਰ ਦੀ ਟਕਸਾਲ ਤੋਂ ਜਿਹੜੀ ਗੁਰੂ ਨਾਨਕ ਸੱਚੇ ਪਾਤਸ਼ਾਹ ਹਜ਼ੂਰ ਮਹਾਰਾਜ ਨੇ ਆਪ ਸਥਾਪਿਤ ਕੀਤੀ, ਤੇ ਗੁਰੂ ਅੰਗਦ ਦੇਵ ਜੀ ਜਦੋਂ ਭਾਈ ਲਹਿਣਾ ਜੀ ਨੇ, ਉਹਨਾਂ ਦੇ ਰਾਹੀਂ ਇਹ ਸਾਡੀ ਜਿਹੜੀ ਸੰਥਿਆ ਦੀ ਗੱਲ ਹੈ ਸ਼ੁਰੂ ਹੁੰਦੀ ਹੈ। ਆਪਣਾ ਇਹਦਾ ਵੇਰਵਾ ਹੋਰ ਬਹੁਤ ਵੱਡਾ ਹੈ, ਆਪਾਂ ਸਮੇਂ ਦੇ ਹਿਸਾਬ ਨਾਲ ਚੱਲਣਾ, ਮੈਂ ਵਿੱਚੋਂ ਕਾਫੀ ਗੱਲਾਂ ਛੱਡਾਂਗਾ ਵੀ। ਦੂਜੀ ਟਕਸਾਲ ਸ੍ਰੀ ਖਡੂਰ ਸਾਹਿਬ ਵਿਖੇ ਸਥਾਪਿਤ ਹੋਈ। ਦੂਜੇ ਪਾਤਸ਼ਾਹ ਨੂੰ ਹੁਕਮ ਹੋਇਆ, ਭਾਈ ਗੁਰਦਾਸ ਜੀ ਨੇ ਇੱਕ ਲਫ਼ਜ਼ ਲਿਖਿਆ, ਸੱਚ ਸ਼ਬਦ ਗੁਰ ਸੌਪਿਆ, ਸੱਚ ਟਕਸਾਲੋ ਸਿੱਕਾ ਚੱਲਿਆ। ਸੱਚ ਟਕਸਾਲੋ, ਗੁਰੂ ਨਾਨਕ ਜੀ ਦੀ ਸੱਚੀ ਟਕਸਾਲ ਤੋਂ ਗੁਰਬਾਣੀ ਦਾ ਜਿਹੜਾ ਸਿੱਕਾ ਚੱਲਿਆ ਸੀ, ਸੱਚੇ ਸ਼ਬਦ ਦਾ, ਮੈਂ ਸ਼ਬਦ ਨਹੀਂ ਬੱਚੇ ਬੋਲ ਰਿਹਾ, ਮੈਂ ਸ਼ਬਦ ਬੋਲ ਰਿਹਾ ਹਾਂ, ਇਹਨੂੰ ਗਲਤੀ ਨਾ ਸਮਝਣਾ ਤੁਸੀਂ, ਕਿਤੇ ਇਹ ਨਾ ਸਮਝਣਾ ਕਿ ਮੈਨੂੰ ਸ਼ ਨਹੀਂ ਬੋਲਣਾ ਆਉਂਦਾ, ਪੁਰਾਣਾ ਸ ਹੀ ਹੈ, ਸ਼ ਤਾਂ ਅਸੀਂ ਮਾਡਰਨ ਹੈ, ਇਸ ਕਰਕੇ ਸ਼ਬਦ ਕਹਾਂਗੇ ਅਸੀਂ। ਆ ਬੱਚੀ ਵੀ ਵਾਰ-ਵਾਰ ਚਤਰ ਦਿਸ਼ਾ, ਚਤ ਬਖਸ਼ੰਦ ਇਵੇਂ ਬੋਲ ਰਹੀ ਸੀ, ਸਹੀ ਸ਼ਬਦ ਬਖਸ਼ੰਦ ਹੈ, ਸ਼ ਨਾਂ ਦੀ ਧੁਨੀ ਗੁਰੂ ਕਾਲ ਵਿੱਚ ਹੈ ਨਹੀਂ। ਖੈਰ, ਗੁਰੂ ਸਾਹਿਬ ਜੀ ਨੇ, ਗੁਰੂ ਅੰਗਦ ਸਾਹਿਬ ਮਹਾਰਾਜ ਪਾਤਸ਼ਾਹ ਹਜ਼ੂਰ ਨੇ ਖਡੂਰ ਸਾਹਿਬ ਦੇ ਵਿਖੇ ਟਕਸਾਲ ਦੂਜੀ ਸ਼ੁਰੂ ਕੀਤੀ, ਜਿੱਥੇ ਸਭ ਤੋਂ ਮੁੱਖ ਕੰਮ ਤਾਂ ਸੰਥਿਆ ਦਾ ਕੀਤਾ, ਨਾਲ ਨਾਲ ਸਿੱਖ ਹਿਸਟਰੀ, ਸਿੱਖ ਇਤਿਹਾਸ ਦੀ ਸ਼ੁਰੂਆਤ ਵੀ ਕੀਤੀ ਲਿਖਣ ਦੀ। ਇੱਕ ਕਵੀ ਸੰਤਰੇਣ ਹੋਏ ਨੇ, ਸੰਤਰੇਣ ਪ੍ਰੇਮ ਸਿੰਘ, 9ਵੀਂ ਪੀੜ੍ਹੀ ਚ ਹੋਏ ਨੇ, 9ਵੇਂ ਦੂਜੇ ਪਾਤਸ਼ਾਹ ਦੀ। ਉਹਨਾਂ ਨੇ ਇੱਕ ਗ੍ਰੰਥ ਲਿਖਿਆ ਸੀ ਪੁਰਾਣਾ, ਸ੍ਰੀ ਗੁਰਪ੍ਰਕਾਸ਼ ਗ੍ਰੰਥ। ਉਹਦੇ ਵਿੱਚ ਇੱਕ ਵੇਰਵਾ ਆਉਂਦਾ ਹੈ, ਆਦਿ ਗੁਰੂ ਕੀ ਜਨਮ ਜੋ ਸਾਖੀ, ਗੁਰ ਇਤਿਹਾਸ ਨੀਵ ਇਨ ਰਾਖੀ। ਮਤਲਬ ਗੁਰੂ ਸਾਹਿਬ ਨੇ ਕੇਵਲ ਸੰਥਿਆ ਦੀ ਸ਼ੁਰੂਆਤ ਨਹੀਂ ਕੀਤੀ, ਬਲਕਿ ਗੁਰ ਇਤਿਹਾਸ ਦੀ ਨੀਂਹ ਵੀ ਰੱਖੀ। ਖਡੂਰ ਸਾਹਿਬ ਦੇ ਵਿੱਚ ਗੁਰੂ ਪਾਤਸ਼ਾਹ ਨੇ ਜਿਹੜੀ ਗੁਰਮੁਖੀ ਲਿਪੀ ਬਣਾਈ, ਆਪ ਹੀ ਗੁਰੂ ਨਾਨਕ ਪਾਤਸ਼ਾਹ ਹਜ਼ੂਰ ਦੇ ਦਰਬਾਰ ਵਿੱਚ, ਉਹਦੇ ਨੀਤੀ ਵਚਨ ਚੁਣ ਕੇ, ਮਾਟੋ ਨਹੀਂ ਕਹਿੰਦੇ ਹੁੰਦੇ ਆਪਾਂ ਅੱਜ ਕੱਲ੍ਹ, ਬਾਲ ਬੋਧ ਵੀ ਤਿਆਰ ਕਰਵਾਏ। ਨਾਲ ਉਹਦੇ ਕਹਿ ਲਓ ਵੀ ਨੀਤੀ ਵਚਨ ਚੁਣ ਕੇ, ਜਿਵੇਂ ਆਪਾਂ ਵਿਚਾਰ ਕੋਸ਼ ਬਣਾ ਲੈਂਦੇ ਹਾਂ ਵੀ ਨਾਮ ਕੀ ਹੈ, ਮੁਕਤੀ ਕੀ ਹੈ, ਉਹਦੀਆਂ ਤੁਕਾਂ ਕੱਢਣੀਆਂ, ਇਸ ਤਰ੍ਹਾਂ ਕੰਮ ਡਾਕਟਰ ਲਾਈਟਨਰ ਨੇ 1876 ਵਿੱਚ ਸਾਨੂੰ ਦੱਸੀ ਹੈ ਇੱਕ ਪੁਰਾਣੀ ਕਿਤਾਬ 'ਚ, ਕਿ ਗੁਰੂ ਸਾਹਿਬ ਨੇ ਨੀਤੀ ਵਚਨ ਵੀ ਤਿਆਰ ਕੀਤੇ। ਖਡੂਰ ਸਾਹਿਬ ਵਿਖੇ ਭਾਈ ਗੁਰਦਾਸ ਜੀ ਨੇ ਸਾਨੂੰ ਦੱਸਿਆ ਕਿ ਜਿਹੜੀ ਜੋਤ ਜਗਾਈ ਸੀ, ਦਿੱਤਾ ਛੋੜ ਕਰਤਾਰਪੁਰ ਬੈਠ ਖਡੂਰੇ ਜੋਤ ਜਗਾਈ, ਉਹ ਜਿਹੜੀ ਜੋਤ ਜਗਾਈ ਹੈ ਗੁਰੂ ਸਾਹਿਬ ਨੇ, ਉਹ ਬਾਣੀ ਦੀ ਹੈ, ਸੰਥਿਆ ਦੀ ਹੈ, ਗੁਰਬਾਣੀ ਸੰਥਿਆ ਦੇਣ ਦੀ ਹੈ। ਤੀਜੇ ਪਾਤਸ਼ਾਹ ਨਿਮਾਣਿਆਂ ਦੇ ਮਾਣ ਗੁਰੂ ਪਾਤਸ਼ਾਹ ਹਜ਼ੂਰ ਗੁਰੂ ਅਮਰਦਾਸ ਜੀ ਦਾ ਸਮਾ ਜਾਂਦਾ ਹੈ। ਤੀਜੀ ਪ੍ਰਮੁੱਖ ਟਕਸਾਲ ਸਾਡੇ ਕੋਲੇ ਗੋਇੰਦਵਾਲ ਸਾਹਿਬ ਬਣਦਾ ਹੈ। ਭਾਈ ਗੁਰਦਾਸ ਜੀ, ਭਾਈ ਸੰਸਰਾਮ ਜੀ, ਭਾਈ ਹਿਰਦੇ ਰਾਮ ਜੀ, ਭਾਈ ਬਹਿਲੋ ਜੀ, ਬਾਬਾ ਬੁੱਢਾ ਜੀ, ਹੋਰ ਬੜੇ ਭਾਈ ਪਾਂਧਾ ਬੂਲਾ, ਇਹ ਬਹੁਤ ਪ੍ਰਮੁੱਖ ਸਿੱਖ ਨੇ, ਵੱਡੇ ਵੱਡੇ ਸਿੱਖ ਨੇ ਇਹ, ਜਿਹੜੇ ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਬਹੁਤ ਵੱਡੇ ਵੱਡੇ ਵਿਦਵਾਨ ਬਣਦੇ ਨੇ। ਜਾਣੀ ਆਪਾਂ ਇਹ ਕਹਿ ਸਕਦੇ ਹਾਂ, ਜਿਹੜੀ ਗੋਇੰਦਵਾਲ ਯੂਨੀਵਰਸਿਟੀ ਲੋਕ ਵਰਤ ਲੈਂਦੇ ਨੇ ਅੱਜ ਕੱਲ੍ਹ ਟਕਸਾਲ ਲਈ। ਬੇਟਾ ਜੀ, ਮੇਰਾ ਖਿਆਲ ਹੈ ਵੀ ਇਹ ਯੂਨੀਵਰਸਿਟੀ ਸ਼ਬਦ ਬਹੁਤ ਛੋਟਾ ਸ਼ਬਦ ਹੈ, ਅੱਜ ਕੱਲ੍ਹ ਅਸੀਂ ਵਰਤ ਲੈਂਦੇ ਹਾਂ ਕਿ ਇਹ ਗੋਇੰਦਵਾਲ ਇੱਕ ਤਰ੍ਹਾਂ ਦੀ ਯੂਨੀਵਰਸਿਟੀ ਸੀ। ਯੂਨੀਵਰਸਿਟੀ ਬਹੁਤ ਸਧਾਰਨ ਚੀਜ਼ ਹੈ, ਗੁਰੂ ਮਹਾਰਾਜ ਦੀਆਂ ਟਕਸਾਲਾਂ ਬਹੁਤ ਵੱਡੀਆਂ ਸੀਗੀਆਂ। ਗੁਰੂ ਅਮਰਦਾਸ ਜੀ ਪਾਤਸ਼ਾਹ ਹਜ਼ੂਰ ਨੇ ਜਿਹੜੀ ਟਕਸਾਲ ਗੋਇੰਦਵਾਲ ਸਾਹਿਬ ਵਿਖੇ ਸਥਾਪਿਤ ਕੀਤੀ, ਭਾਈ ਗੁਰਦਾਸ ਜੀ ਉੱਥੋਂ ਹੀ ਪੈਦਾ ਹੋਏ, ਭਾਈ ਸੰਸਰਾਮ ਉੱਥੋਂ ਪੈਦਾ ਹੋਏ, ਭਾਈ ਹਿਰਦੇ ਰਾਮ ਜੀ ਉੱਥੋਂ ਪੈਦਾ ਹੋਏ, ਭਾਈ ਬਹਿਲੋ ਜੀ ਉੱਥੋਂ ਪੈਦਾ ਹੋਏ, ਭਾਈ ਪਾਂਧਾ ਬੂਲਾ ਉੱਥੋਂ ਪੈਦਾ ਹੋਇਆ। ਪਾਂਧਾ ਦਾ ਮਤਲਬ ਹੁੰਦਾ ਟੀਚਰ, ਬੂਲਾ ਉਹਦਾ ਨਾਂ ਸੀਗਾ, ਹਨਾ। ਤੇ ਭਾਈ ਗੁਰਦਾਸ ਜੀ ਨੇ ਲਿਖਿਆ
ਅਚਰਜ ਖੇਲ ਨਾ ਲਿਖਿਆ ਜਾਈ। ਮਤਲਬ ਗੋਇੰਦਵਾਲ ਦੀਆਂ ਗੱਲਾਂ ਕਰਦੇ ਕਰਦੇ ਕਹਿੰਦੇ ਨੇ ਕਿ ਉੱਥੇ ਤਾਂ ਇੰਨਾ ਅਚਰਜ ਖੇਲ ਹੁੰਦਾ ਕਿ ਲਿਖਿਆ ਨਹੀਂ ਜਾਂਦਾ, ਨੋਟ ਨਹੀਂ ਕੀਤਾ ਜਾਂਦਾ। ਗੋਇੰਦਵਾਲ ਟਕਸਾਲ ਵਿਖੇ ਗੁਰਬਾਣੀ ਦੀ ਸੰਥਿਆ, ਗੁਰਬਾਣੀ ਲਿਖਣਾ, ਸੰਭਾਲਣਾ, ਉਤਾਰੇ ਕਰਨਾ, ਅਧਿਐਨ ਕਰਨਾ, ਇਹ ਸਾਰਾ ਕੰਮ ਜਿਹੜਾ ਭਾਈ ਸੰਸ ਰਾਮ ਸੀ, ਇਹ ਹਜ਼ੂਰ ਪਾਤਸ਼ਾਹ ਗੁਰੂ ਅਮਰਦਾਸ ਜੀ ਦਾ ਪੋਤਾ ਸੀ। ਇਹ ਪੋਥੀਆਂ ਲਿਖਦਾ ਸੀ। ਭਾਈ ਗੁਰਦਾਸ ਜੀ ਗੋਇੰਦਵਾਲ ਟਕਸਾਲ ਦੀ ਦੇਣ ਨੇ। ਭਾਈ ਬਹਿਲੋ ਖੁਦ ਕਵਿਤਾ ਰਚਦਾ ਸੀ। ਭਾਈ ਗੁਰਦਾਸ ਜੀ ਦੇ ਚਾਚੇ ਦਾ ਪੁੱਤ ਹਿਰਦੇ ਰਾਮ ਸੀ। ਇਹਨੇ ਬਹੁਤ ਸਾਰੇ ਸੰਸਕ੍ਰਿਤ ਤੇ ਫਾਰਸੀ ਦੇ ਗ੍ਰੰਥਾਂ ਦਾ ਅਨੁਵਾਦ ਕੀਤਾ, ਭਾਖਾ ਅਨੁਵਾਦ ਕਹਿੰਦੇ ਆ ਉਹਨੂੰ ਟੈਕਨੀਕਲ। ਇਸੇ ਤਰ੍ਹਾਂ ਭਾਈ ਬੂਲਾ, ਇਹਦੇ ਨਾਂ ਤੋਂ ਹੀ ਮਿਲਦਾ ਸੰਕੇਤ, ਪਾਂਧਾ ਬੂਲਾ ਜਾਣੀਆਂ ਗੁਰਬਾਣੀ ਗਾਇਣ ਲੇਖਾਰੀ। ਗਾਇਣ ਲਿਖਾਰੀ, ਲਿਖਾਰੀ ਵੀ ਨੇ ਬਾਣੀ ਦੇ। ਪਾਂਧਾ ਟੀਚਰ ਹੈ ਇਹਨਾਂ ਨੂੰ ਜਿਹੜਾ ਪੜਾਉਂਦਾ ਹੈ। ਸਿੱਖਾਂ ਦੀ ਭਗਤ ਮਾਲਾ ਜਿਹੜੀ ਭਾਈ ਮਨੀ ਸਿੰਘ ਜੀ ਦੇ ਮੌਖਿਕ ਮੂੰਹ 'ਚ ਲਿਖੀ ਗਈ ਹੈ, ਸ਼ਹੀਦ ਭਾਈ ਮਨੀ ਸਿੰਘ ਜੀ ਦੇ ਵੇਲੇ ਲਿਖੀ ਗਈ ਹੈ, ਉਹਦੇ ਵਿੱਚ ਇਹ ਵੇਰਵਾ ਆਉਂਦਾ ਸਾਨੂੰ ਕਿ ਜਿਹੜਾ ਡੱਲੇ ਦਾ ਪਿੰਡ ਹੈ, ਇਹ ਜਗਰਾਵਾਂ ਦੇ ਕੋਲੇ ਪੈਂਦਾ ਪਿੰਡ ਡੱਲਾ, ਉੱਥੇ ਦਾ ਸੀ। ਡੱਲੇ ਵਾਸੀ ਸੰਗਤ ਭਾਰੀ। ਗੁਰਬਾਣੀ ਗਾਇਨ ਲੇਖਾਰੀ, ਗਾਇਕ ਵੀ ਸਨ, ਮਤਲਬ ਕੀਰਤਨ ਵੀ ਕਰਦੇ ਸਨ, ਲਿਖਾਰੀ ਵੀ ਸਨ ਤੇ ਨਾਲ ਦੀ ਨਾਲ ਸੰਥਿਆ ਵੀ ਦਿੰਦੇ ਸਨ। ਗੁਰੂ ਮਹਾਰਾਜ ਨੂੰ ਬਚਨ ਕਰਦੇ ਨੇ ਤੀਜੇ ਪਾਤਸ਼ਾਹ, ਗੁਰਾਂ ਦੀ ਬਾਣੀ ਕਥਾ ਕਰਕੇ ਸਿੱਖਾਂ ਨੂੰ ਸੁਣਾਵਣੀ, ਨਾਲੇ ਪੋਥੀਆਂ ਗੁਰੂ ਕੇ ਨਿਮਿਤ ਲਿਖ ਦੇਵਣੀ, ਮੰਗਣਾ ਕੁਝ ਨਹੀਂ ਇਹੀ ਤੇਰੀ ਸੇਵਾ ਹੈ। ਮਹਾਰਾਜ ਨੇ ਉਹਨਾਂ ਨੂੰ ਡਿਊਟੀ ਲਾਈ ਵੀ ਹੈ ਵੀ ਤੁਸੀਂ ਪੋਥੀਆਂ ਲਿਖ ਲਿਖ ਵੰਡਣੀਆਂ ਨੇ। ਗੁਰੂ ਪਾਤਸ਼ਾਹ ਤੋਂ ਬਾਅਦ ਚੌਥੇ ਪਾਤਸ਼ਾਹ ਦਾ ਨਾਮ ਥਾਂ ਆਉਂਦਾ ਹੈ, ਗੁਰਬਾਣੀ ਵਿੱਚ ਹੀ ਲਿਖਿਆ ਆਉਂਦਾ ਹੈ, ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਗੁਰੂ ਦੇ ਗੁਰ ਸ਼ਬਦ ਸੱਚ ਕੀ ਹੈ? ਗੁਰਬਾਣੀ। ਜਾਣੀ ਉਹੀ ਗੁਰਬਾਣੀ ਦਾ ਜਿਹੜਾ ਸੰਗ੍ਰਹਿ ਆ, ਗੁਰਬਾਣੀ ਦਾ ਜਿਹੜਾ ਕੰਮ ਹੈ, ਸੱਚੇ ਗੁਰ ਸ਼ਬਦ ਸੱਚ ਦਾ ਨਿਸ਼ਾਨ ਹੈ ਜਿਹੜਾ ਸੰਗ੍ਰਹਿ ਆ, ਉਹ ਚੌਥੇ ਪਾਤਸ਼ਾਹ ਨੂੰ ਮਿਲ ਜਾਂਦਾ ਹੈ। ਚੌਥੇ ਪਾਤਸ਼ਾਹ ਵੇਲੇ ਜਿਹੜੀ ਟਕਸਾਲ ਹੋਂਦ ਚਾਹੁੰਦੀ ਹੈ ਉਹ ਅੰਮ੍ਰਿਤਸਰ ਦੀ ਟਕਸਾਲ ਹੈ। ਸ੍ਰੀ ਅੰਮ੍ਰਿਤਸਰ ਦੀ ਟਕਸਾਲ 1965 ਤੱਕ ਰਹੀ ਹੈ ਬੱਚੇ। ਇਹਦੀ ਹੋਂਦ 1965 ਚ ਆ ਕੇ ਜਦੋਂ ਪੰਜਾਬੀ ਸੂਬਾ ਮੋਰਚਾ ਬਣਿਆ ਉਦੋਂ ਖਤਮ ਹੋਈ ਹੈ ਇਹ। ਮੈਂ ਤੁਹਾਨੂੰ ਅੱਗੇ ਜਾ ਕੇ ਗੱਲ ਦੱਸਾਂਗਾ ਇਹਦੇ ਬਾਰੇ। ਸਾਡੇ ਕੋਲੇ ਬਹੁਤ ਸਾਰੇ ਹਵਾਲੇ ਨੇ, ਮੈਂ ਉਹ ਇੱਥੇ ਨਹੀਂ ਦੇਣਾ ਚਾਹੁੰਦਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਗੁਰੂ ਰਾਮਦਾਸ ਜੀ ਖੁਦ ਆਪਣੇ ਹੱਥੀਂ ਬਾਣੀ ਲਿਖਦੇ ਹੁੰਦੇ ਸਨ। ਜਿਹੜੇ ਮੁਬਾਰਕ ਹੱਥਾਂ ਨੇ ਗੁਰੂ ਪਾਤਸ਼ਾਹ ਹਜ਼ੂਰ ਦਾ ਜਪਜੀ ਸਾਹਿਬ ਚੌਥੇ ਪਾਤਸ਼ਾਹ ਨੇ ਲਿਖਿਆ, ਜਿਹੜਾ ਹੱਥ ਨਾਲ ਗੁਰੂ ਨਾਨਕ ਦੇਵ ਜੀ ਦੀ ਪੋਥੀ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਲਿਖਿਆ ਹੋਇਆ ਸੀ ਉਸੇ ਤੋਂ ਦੇਖ ਕੇ ਗੁਰੂ ਰਾਮਦਾਸ ਜੀ ਨੇ ਪੋਥੀਆਂ ਦੇ ਉਤਾਰੇ ਕੀਤੇ। ਉਹੀ ਪੋਥੀ ਪੰਜਵੇਂ ਪਾਤਸ਼ਾਹ ਹਜ਼ੂਰ ਗੁਰੂ ਅਰਜਨ ਦੇਵ ਮਹਾਰਾਜ ਨੇ ਆਦਿਵੀੜ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜਾ ਜਪਜੀ ਸਾਹਿਬ ਮੂਹਰੇ ਲਿਖਿਆ ਹੋਇਆ, ਇਹ ਚੌਥੇ ਪਾਤਸ਼ਾਹ ਨੇ ਉਤਾਰਾ ਕੀਤਾ ਹੋਇਆ ਸੀਗਾ। ਜਪ ਗੁਰੂ ਰਾਮਦਾਸ ਜੀਓ ਕੇ ਨਕਲ ਕਾ ਨਕਲ, ਏਦਾਂ ਦੇ ਸਾਨੂੰ ਵੇਰਵੇ ਮਿਲਦੇ ਨੇ। ਮਤਲਬ ਗੁਰੂ ਰਾਮਦਾਸ ਜੀ ਦਾ ਲਿਖਿਆ ਹੋਇਆ, ਜਿਹੜਾ ਗੁਰੂ ਨਾਨਕ ਸਾਹਿਬ ਜੀ ਤੋਂ ਦੇਖ ਕੇ ਲਿਖਿਆ। ਅੰਮ੍ਰਿਤ ਨਾਮ ਦਾ ਖਜ਼ਾਨਾ ਹੈ ਜਿਹੜਾ ਇਹ ਪੰਚਮ ਪਿਤਾ ਤੱਕ ਆਇਆ। ਇੱਕ ਸਾਡੇ ਕੋਲੇ ਪੰਜਵੇਂ ਪਾਤਸ਼ਾਹ ਦਾ ਭਾਣਜਾ ਸੀ, ਇੱਕ ਨਾ ਸੌਰੀ ਗਲਤੀ ਹੋ ਗਈ, ਭਤੀਜਾ ਮਿਹਰਬਾਨ। ਗੁਰੂ ਮਹਾਰਾਜ ਦਾ ਭਤੀਜਾ ਸੀ ਇਹ, ਬਹੁਤ ਵਧੀਆ ਬੰਦਾ ਸੀ। ਪਿਰਥੀ ਚੰਦ ਦਾ ਬੇਟਾ। ਪਿਰਥੀ ਚੰਦ ਦਾ ਥੋੜਾ ਵਿਗੜ ਗਿਆ ਸੀ ਪਰ ਮਿਹਰਬਾਨ ਸਿਆਣਾ ਸੀਗਾ। ਉਹ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਹੀ ਰਹਿੰਦਾ ਸੀ। ਉਹਦੀ ਇੱਕ ਕਿਤਾਬ ਮਿਲਦੀ ਆ ਗੋਸਤਾਂ ਮਿਹਰਬਾਨ। ਮੈਂ ਉਹਦੇ ਵਿੱਚੋਂ ਕੁਝ ਸ਼ਬਦ ਪੜ੍ਹ ਕੇ ਸੁਣਾਉਣਾ ਤੁਹਾਨੂੰ। ਇਹ ਪੰਜਵੇਂ ਪਾਤਸ਼ਾਹ ਦੇ ਸਮੇਂ 'ਚ ਲਿਖੀ, ਮਾੜਾ ਜਿਹਾ ਪਿੱਛੋਂ ਲਿਖੀ ਗਈ ਹੈ, 1621 ਦੇ ਕਰੀਬ ਲਿਖੀ ਗਈ ਹੈ ਇਹ। तब गुरु बाबा नानक जी गुरु अंगद को शब्द की थापना देकर सचखंड को सिधारे। गुरु अंगद जी गुरु अमरदास जी को शब्द की थापना देकर सचखंड को सिधारे। गुरु अमरदास सहसार के विखे भक्ति कमाई और शब्द की थापना गुरु रामदास जी को देकर सचखंड को सिधारे। तब गुरु रामदास शब्द की थापना गुरु अर्जन देकर आप सचखंड को सिधारे। यानी शब्द की थापना की है? बाणी देनी है ना। ਗੁਰੂ ਰਾਮਦਾਸ ਮਹਾਰਾਜ ਜੀ ਨੇ ਜਿਹੜੀ ਟਕਸਾਲ ਅੰਮ੍ਰਿਤਸਰ ਤੋਰੀ 'ਚ, ਇਹਦੇ ਮੁਖੀ ਭਾਈ ਗੁਰਦਾਸ ਜੀ ਨੂੰ ਲਾਇਆ ਗਿਆ, ਆਪਾਂ ਐਂ ਕਹਿ ਲਓ ਅੱਜ ਦੇ ਹਵਾਲੇ ਵਿੱਚ। ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਹਜ਼ੂਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਵੇਲੇ ਇੱਕ ਸ਼ਾਨਦਾਰ ਯੁੱਗ ਸ਼ੁਰੂ ਹੋਇਆ, ਕਿਉਂਕਿ ਜਿਹੜਾ ਪਿਓ ਦਾਦੇ ਦਾ ਖਜ਼ਾਨਾ ਗੁਰੂ ਸਾਹਿਬ ਨੂੰ ਮਿਲਿਆ ਸੀਗਾ, ਸ਼ਬਦ ਗੁਰੂ ਪ੍ਰਕਾਸ਼ਿਓ ਪਟ ਸਾਹਿਬਾਂ
ਇਹ 1407 ਅੰਗ ਤੇ ਲਿਖੀ ਹੈ ਗੱਲ ਕਿ ਪੰਜਵੇਂ ਪਾਤਸ਼ਾਹ ਨੇ ਸ਼ਬਦ ਗੁਰੂ ਦਾ ਪ੍ਰਕਾਸ਼ ਕੀਤਾ। ਸ਼ਬਦ ਗੁਰੂ ਪ੍ਰਕਾਸ਼ਿਓ ਹਰੀ ਰਸਨ ਵਸਾਇਓ। ਹਰੀ ਨੂੰ, ਰੱਬ ਨੂੰ ਆਪਦੀ ਰਸਨਾ ਤੇ ਵਸਾ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਕੀਤਾ, ਤਾਂ ਇਹਦੇ ਨਾਲ ਫਾਇਦਾ ਇਹ ਹੋ ਗਿਆ ਵੀ ਹੁਣ ਬਾਣੀ ਪਹਿਲਾਂ ਪੱਤਰਿਆਂ 'ਚ, ਪੋਥੀਆਂ 'ਚ, ਗੁਟਕਿਆਂ ਦੇ ਵਿੱਚ ਮਿਲਦੀ ਸੀ। ਉਹ ਸਾਰੀ ਬਾਣੀ ਗੁਰੂ ਰਾਮਦਾਸ ਨਾਂ ਦੇ ਕੰਢੇ ਤੇ ਇੱਕ ਸਿਸਟਮੈਟਿਕ ਕੀਤੀ ਗਈ। 1601 ਤੋਂ ਕੰਮ ਸ਼ੁਰੂ ਹੋਇਆ, 1604 ਤੱਕ ਚੱਲਿਆ, 3 ਸਾਲ ਲੱਗੇ ਇਹਨੂੰ। ਸਾਡੇ ਕੋਲੇ 4 ਲਿਖਾਰੀ ਨੇ, ਭਾਈ ਸੰਤ ਦਾਸ, ਹਰੀਆ, ਸੁੱਖਾ, ਮਨਸਾ ਰਾਮ। ਕੇਸਰ ਸਿੰਘ ਛਿੱਬਰ 1769 ਵਿੱਚ ਲਿਖਦੇ ਆ, ਭਾਈ ਸੰਤ ਦਾਸ ਤੇ ਹਰੀਆ, ਸੁੱਖਾ, ਮਨਸਾ ਰਾਮ ਲਿਖਦੇ ਜਾਣ, ਚਾਰੇ ਲਿਖਾਰੀ ਜੋ ਸਾਹਿਬ ਕਰਨ ਵਖਾਨ। ਭੱਟ ਸਹਿਬਾਨ ਨੇ ਵੀ ਇਹਦੇ ਵਿੱਚ ਸਹਾਇਤਾ ਪਾਈ। ਜਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਬੀੜ ਜਦੋਂ ਸੰਪਾਦਿਤ ਹੋਈ ਹੈ, ਤਾਂ ਭਾਈ ਗੁਰਦਾਸ ਜੀ ਤਾਂ ਲਿਖਾਰੀ ਨੇ ਮੁੱਖ, ਬਾਕੀ ਕੋਈ ਦਰੀਆਂ ਵਿਛਾਉਣ ਵਾਲਾ ਵੀ ਚਾਹੀਦਾ, ਕੋਈ ਸਿਆਹੀ ਬਣਾਉਣ ਵਾਲਾ ਵੀ ਚਾਹੀਦਾ, ਕੋਈ ਉੱਥੇ ਉਹ ਵੀ ਚਾਹੀਦਾ ਨਾ ਜਿਹਨੂੰ ਕਹਿੰਦੇ ਹੁੰਦੇ ਵੀ ਕੋਈ ਸ਼ੇਰ, ਕੋਈ ਚੀਤਾ, ਕੋਈ ਸੱਪ, ਉਹਦੀ ਰੱਖਿਆ ਲਈ ਸੁਰੱਖਿਆ ਵੀ ਕਰਨੀ ਆ ਉਹ ਥਾਂ ਦੀ। ਚਾਹ ਪਾਣੀ ਲੰਗਰ ਦੀ ਸੇਵਾ ਕਰਨੀ ਵੀ ਹੈ ਨਾਲ ਉਹਨਾਂ ਦੀ, ਪੱਤਰਿਆਂ ਨੂੰ ਸੁਕਾਉਣਾ ਵੀ ਹੈ ਧੁੱਪੇ ਰੱਖ ਕੇ। ਇਹ 4 ਲਿਖਾਰੀਆਂ ਦੇ ਵੇਰਵੇ ਮਿਲਦੇ ਨੇ ਸਾਨੂੰ ਹੋਰ, ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਬੀੜ ਦੀ ਸੰਪਾਦਨਾ ਕਰਨ ਸਮੇਂ 3 ਸਾਲ ਗੁਰੂ ਸਾਹਿਬ ਦੇ ਨਾਲ ਰਹਿੰਦੇ ਨੇ। ਇਹ ਸਾਰੇ ਦੇ ਸਾਰੇ ਸੰਥਿਆ ਦਿੰਦੇ ਨੇ। ਜਦੋਂ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦਾ ਪ੍ਰਕਾਸ਼ ਹੋ ਗਿਆ ਦਰਬਾਰ ਸਾਹਿਬ ਦੇ ਵਿੱਚ, ਬਾਬਾ ਬੁੱਢਾ ਜੀ ਨੇ ਪਹਿਲਾ ਹੁਕਮਨਾਮਾ ਲਿਆ, ਸੰਤਾ ਕੇ ਕਾਰਜ ਆਪ ਖਲੋਆ, ਹਰਿ ਕੰਮ ਕਰਾਵਣਾ ਆਰਾਮ। ਤਾਂ ਇੱਥੇ ਤੋਂ ਬਾਅਦ ਨਾਲ ਦੀ ਨਾਲ ਨਿਤ ਮਰਿਆਦਾ ਬੰਨੀ ਗਈ। ਨਿਤ ਮਰਿਆਦਾ ਵਿੱਚ ਕਥਾ ਵਾਰਤਾ ਤੇ ਸੰਥਿਆ ਪੱਕਾ ਸੀ ਦਿੱਤੀ ਗਈ। ਇਹ ਸ੍ਰੀ ਦਰਬਾਰ ਸਾਹਿਬ ਸ਼ੁਰੂ ਹੋਈ। ਉਸ ਤੋਂ ਬਾਅਦ ਸਾਡੇ ਕੋਲੇ ਬਹੁਤ ਸਾਰੇ ਗੁਰਮੁਖਾਂ ਦੇ ਨਾਂ ਆਉਂਦੇ ਨੇ। ਮੈਂ ਤੁਹਾਨੂੰ ਥੋੜੇ ਜਿਹੇ ਨਾਂ ਲੈ ਕੇ ਦਿਖਾਉਣਾ। ਭਾਈ ਗੁਰਦਾਸ, ਬਾਬਾ ਬੁੱਢਾ ਜੀ, ਭਾਈ ਬੰਨੋ ਜੀ, ਸੰਤ ਦਾਸ ਜੀ, ਹਰੀਆ ਜੀ, ਸੁੱਖਾ ਜੀ, ਮਨਸਾ ਰਾਮ ਜੀ, ਬੂੜਾ ਸੰਧੂ ਜੀ, ਭਾਈ ਬਿਧੀ ਚੰਦ ਜੀ, ਗੁਰਤਿੱਤ ਜਟੇਟਾ ਜੀ, ਰੂਪ ਕੋਇਰ ਜੀ, ਰਾਮ ਰਾਏ ਜੀ, ਜੋਗਰਾਜ ਜੀ, ਬਿਰਧਦਾਸ ਜੀ, ਭਾਈ ਹਰਦਾਸ ਜੀ, ਸ਼ਹੀਦ ਭਾਈ ਮਨੀ ਸਿੰਘ, ਫਤਿਹ ਚੰਦ, ਪਾਖਰਮਲ, ਹਾਕਮ ਸਿੰਘ। ਇਹ ਹੋਰ ਨਾਂ ਬਹੁਤ ਨੇ, ਮੈਂ ਛੱਡ ਦਿੰਦਾ। ਇਹ ਸਾਰੇ ਦੇ ਸਾਰੇ ਅੰਮ੍ਰਿਤਸਰ ਟਕਸਾਲ ਨਾਲ ਸੰਬੰਧਿਤ ਹੀਰੇ ਮੋਤੀ ਨੇ। ਇਹ ਸਾਰੇ ਉਹ ਨੇ ਜਿਹੜੇ ਸੰਥਿਆ ਦਿੰਦੇ ਨੇ ਘਰਾਂ ਘਰਾਂ 'ਚ ਜਾ ਕੇ। ਸੈਂਕੜੇ ਨੇ। ਇਹਨਾਂ ਚੋਂ ਇੱਕ ਬੜਾ ਇੰਪੋਰਟੈਂਟ ਨਾਂ ਹੈ ਭਾਈ ਸੂਰਤ ਸਿੰਘ। ਮੈਂ ਇਹਦੀ ਗੱਲ ਅੱਗੇ ਜਾ ਕੇ ਕਰਾਂਗੇ। ਇੱਕ ਭਾਈ ਜਗਨਾ ਜੀ ਹੋਏ ਨੇ, ਭਾਈ ਜਗਨਾ ਜੀ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਜਿਹੜੀ ਅੰਮ੍ਰਿਤਸਰ ਦੀ ਲੜਾਈ ਲੜੀ ਸੀ, ਉਹਦੇ ਵਿੱਚ ਲੜਿਆ ਸੀ। ਇਹਨਾਂ ਨੇ ਨਾ ਇੱਕ ਹੱਥ ਲਿਖਤ ਬੀੜ ਲਿਖੀ ਸੀ 1749 ਬਿਕਰਮੀ 'ਚ। ਇਹਦੇ ਵਿੱਚੋਂ ਜੇ ਆਪਾਂ 57 ਕੱਢ ਦਈਏ ਤਾਂ 1600 ਸਮਥਿੰਗ ਆ ਜਾਏਗਾ। 1693-94 ਬਣ ਜਾਂਦਾ ਕਿਤੇ। ਭਾਈ ਜਗਨੇ ਦੇ ਉਹਦੇ ਵਿੱਚ ਲਿਖਿਆ, ਜੇ ਫੇਰ ਗ੍ਰੰਥ ਸੋਧਿਆ ਲੋੜੀਏ ਤਾਂ ਜਗਨੇ ਕੇ ਗ੍ਰੰਥ ਨਾਲ ਸੁੱਧ ਕਰ ਲਿਓ। ਮਤਲਬ ਇਹ ਹੱਥ ਨਾਲ ਬੀੜਾਂ ਲਿਖਦਾ ਵੀ ਸੀ, ਪੋਥੀਆਂ ਵੀ ਲਿਖਦਾ ਸੀ ਤੇ ਸੰਥਿਆ ਦਿੰਦਾ ਸੀ। ਇੱਕ ਹਰਬੰਸ ਤਪਾ ਹੋਇਆ, ਹਰਬੰਸ ਤਪਾ ਹੈ ਟਹਿਲ ਧਰਮਸ਼ਾਲਾ, ਰਾਵਲਪਿੰਡੀ ਅੱਜ ਕੱਲ੍ਹ ਪਾਕਿਸਤਾਨ 'ਚ ਹੈ। ਜ਼ਿਲ੍ਹੇ ਦਾ ਪਿੰਡ ਨਡਾਲੀ, ਤਹਿਸੀਲ ਗੁਜਰਖਾਨ ਦਾ ਵਸਨੀਕ ਸੀ। ਮਹਾਨ ਕੋਸ਼ ਨੇ ਦੱਸਿਆ ਸਾਨੂੰ ਇਹ ਗੱਲ। ਇਹ ਨਾ ਧਰਮਸ਼ਾਲਾ ਵਿੱਚ ਪੋਥੀਆਂ ਲਿਖਣ ਤੇ ਸੰਥਿਆ ਦੇਣ ਦੀ ਸੇਵਾ ਕਰਦਾ ਸੀ। ਸਾਖੀ ਨੰਬਰ 90 ਤੋਂ ਸਾਨੂੰ ਪਤਾ ਲੱਗਦਾ ਸਿੱਖਾਂ ਦੀ ਭਗਤਮਾਲਾ ਤੋਂ। ਇੱਕ ਬੂੜਾ ਸੰਧੂ ਜੀ ਹੋਏ ਨੇ। ਪੰਚਮ ਪਿਤਾ ਜੀ ਦਾ ਬੜਾ ਗੁਰਮੁਖ ਸਿੱਖ ਸੀ ਇਹ। ਇਹਨੇ ਜਿਹੜਾ ਗ੍ਰੰਥ ਲਿਖਿਆ ਸੀਗਾ ਹੱਥ ਨਾਲ, ਇੱਕ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਬੀੜ ਤੋਂ ਇੱਕ ਉਤਾਰਾ ਕੀਤਾ ਸੀ ਇਹਨੇ। ਉਹਦੇ ਵਿੱਚ ਲਿਖਿਆ ਹੋਇਆ ਸੀ, ਇਹ 84 ਵਿੱਚ ਇਹ ਬੀੜ ਨਸ਼ਟ ਹੋ ਗਈ ਹੈ। ਸ੍ਰੀ ਵਾਹਿਗੁਰੂ ਜੀ, ਗੁਰੂ ਕੇ ਹਜੂਰ ਗ੍ਰੰਥ ਸੰਪੂਰਨ ਹੋਇਆ, ਲਿਖਿਆ ਭਾਈ ਬੂੜੇ ਸੰਧੂ, 5ਵੀਂ ਪਾਤਸ਼ਾਹੀ ਦੇ ਹਜੂਰ ਲਿਖਵਾਇਆ, ਭਾਈ ਮਿਲਖੀ ਪਸੌਰ ਕੇ ਬਾਸੀ, ਭੁੱਲ ਚੁੱਕ ਬਖਸ਼ਨੀ ਜੀ ਸਤਿਗੁਰੂ, 1662 ਵਿੱਚ ਸੰਪੂਰਨ ਹੋਇਆ ਲਿਖਿਆ। ਮਤਲਬ ਇਹ ਸੱਜਣ ਕੀ ਕਰਦੇ ਨੇ, ਹੱਥਾਂ ਨਾਲ ਲਿਖ ਨਾਲੇ ਪੋਥੀਆਂ ਬਣਦੇ ਨੇ, ਨਾਲੇ ਸੰਥਿਆ ਲਈ ਦਿੰਦੇ ਨੇ ਲੋਕਾਂ ਨੂੰ। ਭਾਈ ਬਿਧੀ ਚੰਦ ਸਾਰੇ ਜਾਣਦੇ ਨੇ। 6 ਨਾਂ ਮਿਲਦੇ ਨੇ। ਭਾਈ ਦਰਸਾ, ਭੰਡਾਰੀ, ਮੀਆਂ ਜਮਾਲ, ਅਨੰਤਾ, ਕੁੱਕੋ ਤੇ ਨਿਬਲਾ, ਭਾਈ ਮਈਆ ਲੁੰਬ। ਇਹ ਕੀਰਤਨ ਵੀ ਕਰਦੇ ਸਨ 6ਵੇਂ ਪਾਤਸ਼ਾਹ ਹਜੂਰ ਦੇ। ਇਹਨਾਂ ਚੋਂ ਬਿਧੀ ਚੰਦ ਤਾਂ ਪੋਥੀਆਂ ਦੇ ਸੈਂਚੀਆਂ ਦੇ ਰੂਪ ਵਿੱਚ ਉਤਾਰੇ ਕਰਾਉਂਦਾ ਹੈ। ਸੈਂਚੀਆਂ ਲਿਖਦੇ ਨੇ ਇਹ। ਸੈਂਚੀਆਂ ਜਿਵੇਂ ਅੱਜ ਕੱਲ੍ਹ ਆਪਾਂ ਗੁਟਕੇ ਕਹਿ ਦਈਏ ਜਾਂ ਸੰਥਿਆ ਪੋਥੀਆਂ ਕਹਿ ਦਈਏ। ਇਹ ਕੰਮ ਤਾਂ ਕਿ ਲਿਖਣ ਹੇਤ ਲਿਖਾਰੀ ਵੀ ਲਾਉਂਦੇ ਆ। ਗੁਰਬਿਲਾਸ ਪਾਤਸ਼ਾਹੀ 6ਵੀਂ ਚੋਂ ਸਾਨੂੰ 1718 ਦੇ ਇੱਕ ਗ੍ਰੰਥ ਚੋਂ ਹਵਾਲਾ ਮਿਲਦਾ ਹੈ
ਕਿ ਉਸਨੇ ਕਈ ਲਿਖਾਰੀ ਵੀ ਨਾਲ ਲਾਏ ਤਾਂ ਕਿ ਲੋਕਾਂ ਨੂੰ ਸੰਥਿਆ ਵੱਧ ਤੋਂ ਵੱਧ ਦਿੱਤੀ ਜਾਵੇ। ਇੱਕ ਗੁਰਦਿੱਤ ਜਟੇਟਾ ਪਟਿਆਲਾ ਵਿਖੇ ਭਾਈ ਰਾਮ ਕਿਸ਼ਨ ਦੇ ਗੁਰਦੁਆਰਾ ਸਾਹਿਬ ਵਿੱਚ 1653 ਦਾ ਇੱਕ ਮੈਨੂਸਕ੍ਰਿਪਟ ਹੈ, ਉਹਦੇ ਵਿੱਚ ਇਹਦੇ ਬਾਰੇ ਵੇਰਵਾ ਮਿਲਿਆ। ਇਹ 7ਵੇਂ ਪਾਤਸ਼ਾਹ ਹਜ਼ੂਰ ਦਾ ਇੱਕ ਸਿੱਖ ਸੀ, ਉਦੋਵਾਲੇ ਪਿੰਡ ਦਾ। ਉਦੋਵਾਲਾ ਪਿੰਡ ਪਤਾ ਨਹੀਂ ਲੱਗ ਸਕਿਆ ਕਿੱਥੇ ਆ ਇਹ, ਉਦੋਵਾਲੇ ਦਾ ਵਸਨੀਕ ਸੀ। ਇਹਨੇ ਬਹੁਤ ਜ਼ਿਆਦਾ ਸੰਥਿਆ ਦਿੱਤੀ ਲੋਕਾਂ ਨੂੰ, ਜੋਗਰਾਜ ਹੋਇਆ ਇੱਕ। ਥਪਲ ਕੇ ਡੇਰੇ, ਥਪਲ ਸਿਰਮੌਰ, ਜਿੱਥੇ ਪਾਤਸ਼ਾਹ ਹਜ਼ੂਰ ਗੁਰੂ 7ਵੇਂ ਪਾਤਸ਼ਾਹ ਨਾ 6ਵੇਂ ਪਾਤਸ਼ਾਹ ਜੋਤੀ ਜੋਤ ਸਮਾਏ ਸੀ, ਕੀਰਤਪੁਰ। ਤਾਂ ਉੱਥੇ ਕੀ ਹੋਇਆ, ਥਪਲ ਇੱਕ ਇਲਾਕੇ ਦਾ ਨਾਮ ਹੈ ਕੀਰਤਪੁਰ ਦੇ ਕੋਲੇ। ਅੱਜ ਕੱਲ ਇਹ ਚੱਲ ਗਿਆ ਹਿਮਾਚਲ ਚ। ਉੱਥੇ ਦਾ ਰਹਿਣ ਵਾਲਾ ਸੀ, ਉਸ ਜਗ੍ਹਾ ਤੇ ਗੁਰਬਾਣੀ ਦੀ ਸੰਥਿਆ ਦਿੰਦਾ ਸੀ। ਜਪਜੀ ਸਿਖਾਉਣੀ, ਰਹਿਰਾਸ ਸਾਹਿਬ ਸਿਖਾਉਣੀ, ਸੁਖਮਨੀ ਸਾਹਿਬ ਸਿਖਾਉਣੀ। ਇਹ ਭਾਈ ਜੋਗਰਾਜ ਸੀ। 1667 ਦਾ ਸਮਾਂ ਇਹਦਾ। ਇੱਕ ਭਾਈ ਤੀਰਥ ਦਾਸ ਹੋਇਆ, ਲਾਹੌਰ ਵਾਸੀ ਸੀ, ਲਾਹੌਰ ਦਾ, ਸੋਢੀ ਚੰਦਰਭਾਨ ਦਾ ਪੁੱਤਰ। ਇਹਦੇ ਬਹੁਤ ਸਾਰੇ ਗ੍ਰੰਥ ਸੀ ਬੇਟਾ। ਰਾਵੀ ਦੇ ਕਿਨਾਰੇ ਔਲੀਆਪੁਰ ਗਾਉਂ ਦਾ ਰਹਿਣ ਵਾਲਾ ਸੀ ਇਹ। ਇਹਨੇ ਲਾਹੌਰ ਦੇ ਵਿੱਚ ਬਹੁਤ ਸਾਰੀ ਸੰਥਿਆ ਦਿੱਤੀ। 7ਵੇਂ ਪਾਤਸ਼ਾਹ ਹਜ਼ੂਰ ਦੇ ਸਮੇਂ ਦਾ ਸਿੱਖ ਹੋਇਆ ਇਹ। 7ਵੇਂ ਪਾਤਸ਼ਾਹ ਹਜ਼ੂਰ ਦੀ ਇੱਕ ਬੇਟੀ ਵੀ ਸੀ, ਬੀਬੀ ਰੂਪ ਕੌਰ, ਹਨਾ। ਨਵੇਂ ਸੋਰਸ ਸਾਨੂੰ ਦੱਸਦੇ ਨੇ ਵੀ ਉਹਨਾਂ ਦੇ ਇੱਕ ਬੇਟੀ ਵੀ ਸੀ। ਕਈ ਕਹਿੰਦੇ ਨੇ ਉਹ ਪਾਲਤ ਪੁੱਤਰੀ ਸੀ, ਕਈ ਕਹਿੰਦੇ ਨੇ ਉਹਨਾਂ ਦੀ ਸਕੀ ਬੇਟੀ ਸੀ। ਸਕੀ ਬੇਟੀ ਵੀ ਹੋ ਸਕਦੀ ਹੈ, ਗੁਰਮੁਖ ਉਹਨਾਂ ਦੀ ਸਿੱਖ ਵੀ ਹੋ ਸਕਦੀ ਹੈ, ਕੋਈ ਗੱਲ ਨਹੀਂ। ਅਸੀਂ ਗੁਰੂ ਦੇ ਸਾਰੇ ਸਿੱਖ ਹੀ ਹਾਂ। ਉਹ ਗੁਰੂ ਸਾਹਿਬ ਜੀ ਦੇ ਹਜ਼ੂਰ ਜਿਹੜੇ ਮੂੰਹ ਦੇ ਵਿੱਚੋਂ ਮਹਾਰਾਜ ਸੱਚੇ ਪਾਤਸ਼ਾਹ 7ਵੇਂ ਗੁਰੂ ਹਰ ਰਾਏ ਜੀ ਬੋਲਦੇ ਸਨ, ਉਹ ਸਾਖੀਆਂ ਨੋਟ ਕਰਦੀ ਸੀ। ਉਹ ਬਹੁਤ ਸੰਥਿਆ ਦਿੰਦੀ ਸੀ, ਖਾਸ ਕਰਕੇ ਬੱਚੀਆਂ ਨੂੰ ਬਹੁਤ ਸੰਥਿਆ ਦਿੰਦੀ ਸੀ। ਇੱਕ ਭਾਈ ਰਾਮ ਰਾਏ ਹੋਇਆ 9ਵੇਂ ਪਾਤਸ਼ਾਹ ਦੇ ਵੇਲੇ। ਇਹ ਰਾਮ ਰਾਏ ਉਹ ਨਹੀਂ ਹੋਇਆ ਜਿਹੜਾ ਮਹਾਰਾਜ ਨੇ ਆਪਣਾ ਉਹ ਕਰਤਾ ਸੀ। ਇਹ ਰਾਮ ਰਾਏ ਹੋਰ ਹੋਇਆ। ਗੁਰੂ ਮਹਾਰਾਜ ਦੇ ਹੁਕਮਨਾਮਿਆਂ ਦੇ ਵਿੱਚ ਵੇਰਵਾ ਆਉਂਦਾ ਹੈ, ਜਦੋਂ ਗੁਰੂ ਮਹਾਰਾਜ ਪਟਨੇ ਤੋਂ ਕਾਮਰੂਪ ਅਸਾਮ ਗਏ ਨੇ ਤਾਂ ਗੁਰੂ ਜੀ ਦੇ ਪਰਿਵਾਰ ਦੀ ਸਾਂਭ ਸੰਭਾਲ ਇਹਨੇ ਕੀਤੀ ਸੀ ਤੇ ਨਾਲੇ ਸੰਥਿਆ ਦਿੱਤੀ। ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਹੁਕਮਨਾਮਿਆਂ ਵਿੱਚ ਇਹਦਾ ਬਹੁਤ ਵਾਰ ਨਾਂ ਆਉਂਦਾ ਹੈ। ਮੈਂ ਪੜ੍ਹ ਕੇ ਸੁਣਾ ਸਕਦਾ ਇੱਥੇ ਤੁਹਾਨੂੰ ਹੁਕਮਨਾਮਿਆਂ ਚੋਂ ਵੇਰਵੇ, ਮੇਰੇ ਸਾਹਮਣੇ ਪਏ ਨੇ, ਪਰ ਇੰਨਾ ਟਾਈਮ ਹੈ ਨਹੀਂ ਆਪਣੇ ਕੋਲੇ। ਭਾਈ ਫਤਿਹ ਚੰਦ ਹੋਇਆ ਇੱਕ, ਇਹ ਵੀ ਪਾਤਸ਼ਾਹ ਹਜ਼ੂਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਗੁਰਸਿੱਖ ਸੀ। ਗੁਰਬਾਣੀ ਸੰਥਿਆ ਬੜੇ ਚਾਅ ਨਾਲ ਕਰਾਉਂਦਾ ਸੀ। ਇਹਨੇ ਗੁਰਬਾਣੀ ਦੇ ਉਤਾਰੇ ਵੀ ਕੀਤੇ। ਇਹ ਪੁਸ਼ਕਰ, ਰਾਜਸਥਾਨ ਦੇ ਵਿੱਚ ਪੁਸ਼ਕਰ ਇੱਕ ਇਲਾਕਾ ਹੈ। ਪੁਸ਼ਕਰ ਅੱਜ ਕੱਲ੍ਹ ਕਾਫੀ ਵੱਡਾ ਸ਼ਹਿਰ ਹੋ ਗਿਆ, ਕਾਫੀ ਦੂਰ ਪੈਂਦਾ ਆਪਣੇ ਤੋਂ। ਜਦੋਂ ਆਪਾਂ ਦਮਦਮਾ ਸਾਹਿਬ ਤੋਂ ਜੇ ਉਧਰ ਦੀ ਹਜ਼ੂਰ ਸਾਹਿਬ ਜਾਈਏ, ਰਾਹ ਚ ਪੈਂਦਾ ਪੁਹਕਰ। ਪੁਹਕਰ ਅੱਜ ਕੱਲ੍ਹ ਪੁਸ਼ਕਰ ਕਹਿੰਦੇ ਆ। ਉੱਥੇ ਉਸ ਏਰੀਏ ਦੇ ਵਿੱਚ ਇਹ ਸੰਥਿਆ ਦਿੰਦਾ ਸੀ ਗੁਰਬਾਣੀ ਦੀ, ਨਾਲੇ ਹੱਥ ਨਾਲ ਲਿਖ ਕੇ ਬਣਦਾ ਸੀ। ਪੁਰਾਣੇ ਮੈਨੂਸਕ੍ਰਿਪਟਸ ਵਿੱਚ ਬੇਰਵਾ ਇਹਦਾ ਮਿਲਦਾ ਹੈ, ਮੇਰੇ ਕੋਲੇ ਨੋਟਿੰਗ ਕੀਤੀ ਵੀ ਹੈ ਇਹਦੀ। ਇਵੇਂ ਭਾਈ ਹਰੀਦਾਸ ਹੋਇਆ। ਹਰੀਦਾਸ 10ਵੇਂ ਪਾਤਸ਼ਾਹ ਹਜ਼ੂਰ ਦਾ ਦਰਬਾਰੀ ਹਜ਼ੂਰੀ ਸੀ, ਸੰਤ ਸੀ। ਇਹਦਾ ਕੰਮ ਹੀ ਗੁਰਬਾਣੀ ਲਿਖਣਾ ਤੇ ਸੰਥਿਆ ਦੇਣਾ ਸੀ। 84 ਵਿੱਚ ਜਦੋਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ, ਉਦੋਂ ਇਹ ਸਾਰੀਆਂ ਹੱਥ ਲਿਖਤਾਂ ਬੇਟਾ ਖਤਮ ਹੋ ਗਈਆਂ ਨੇ, ਇਹਨਾਂ ਦੀਆਂ ਲਿਖੀਆਂ ਹੋਈਆਂ। ਇੱਕ ਭਾਈ ਜੱਗਾ ਹੋਇਆ, ਜੱਗਾ। ਇਹ 1762 ਵਿੱਚ ਇਹਨੇ ਪੋਥੀ ਨਾਲ ਟੀਕਾ ਵੀ ਕਰਿਆ ਜਪਜੀ ਸਾਹਿਬ ਦਾ। ਇਹ ਸੰਥਿਆ ਦਿੰਦਾ ਸੀ ਆਪਣੇ ਸਮੇਂ ਚ, ਕਿਤੇ ਇਹਦਾ ਪਤਾ ਨਹੀਂ ਲੱਗ ਸਕਿਆ। 10ਵੇਂ ਪਾਤਸ਼ਾਹ ਹਜ਼ੂਰ ਦੇ ਸਮੇਂ ਸ੍ਰੀ ਅਨੰਦਪੁਰ ਸਾਹਿਬ ਤੇ ਸ੍ਰੀ ਪਾਉਂਟਾ ਸਾਹਿਬ ਜ਼ਿਕਰਯੋਗ ਟਕਸਾਲਾਂ ਬਣੀਆਂ। ਜੇ ਮੈਂ ਇਹਨਾਂ ਦੀ ਕਹਾਣੀ ਸੁਣਾਵਾਂ ਤਾਂ ਆਪਣੇ ਆਪ ਦੇ ਵਿੱਚ ਇੱਕ ਪੂਰੀ ਕਿਤਾਬ ਲਿਖੀ ਜਾਊਗੀ, ਜਿੰਨਾ ਕੰਮ ਪਾਉਂਟਾ ਸਾਹਿਬ, ਅਨੰਦਪੁਰ ਤੇ ਦਮਦਮਾ ਸਾਹਿਬ ਹੋਇਆ। 10ਵੇਂ ਪਾਤਸ਼ਾਹ ਹਜ਼ੂਰ ਗੁਰੂ ਕਲਗੀਧਰ ਜੀ ਉੱਥੇ 17 ਜਨਵਰੀ 1706 ਵਿੱਚ ਪਹੁੰਚੇ। 30 ਅਕਤੂਬਰ 1706 ਨੂੰ ਰਵਾਨਾ ਹੋਏ ਸਾਬੋ ਕੀ ਤਲਵੰਡੀ। ਉੱਥੇ 9ਵੇਂ ਪਾਤਸ਼ਾਹ ਦੀ ਬਾਣੀ ਐਡ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨਤਾ ਬਖਸ਼ੀ ਤੇ ਬਾਅਦ ਚ ਗੁਰਿਆਈ ਦਿੱਤੀ ਗਈ। ਇੱਥੇ ਕਥਾ ਅਧਿਐਨ ਸੰਥਿਆ ਉਚਾਰਿਆਂ ਦਾ ਜਿਹੜਾ ਆਗਾਜ਼ ਕੀਤਾ, ਉਹ ਚ 2 ਗੁਰਮੁਖਾਂ ਦੇ ਨਾਂ ਬਹੁਤ ਵੱਡੇ ਨੇ। ਬਾਕੀ ਬੜੇ ਨਾਂ ਨੇ, 48 ਸਿੱਖਾਂ ਦੇ ਨਾਂ ਮਿਲ ਜਾਂਦੇ ਨੇ ਸਾਨੂੰ ਉੱਥੋਂ, ਪਰ 2 ਗੁਰਮੁਖਾਂ ਦੇ ਵੱਡੇ ਨਾਂ ਨੇ। ਇੱਕ ਸ਼ਹੀਦ ਭਾਈ ਮਨੀ ਸਿੰਘ, ਇੱਕ ਸ਼ਹੀਦ ਬਾਬਾ ਦੀਪ ਸਿੰਘ ਜੀ। ਇਹਨਾਂ ਦੇ ਨਾਂ ਹੇਠ ਜਿਹੜੀਆਂ ਟਕਸਾਲਾਂ ਹੋਂਦ ਵਿੱਚ ਆਈਆਂ, ਉਹਨਾਂ ਨੇ ਲਾ ਮਿਸਾਲ ਕੰਮ ਕੀਤਾ ਸੰਥਿਆ ਵਿੱਚ। ਇਸ ਤੋਂ ਬਾਅਦ ਗੁਰੂ ਕਲਗੀਧਰ ਪਾਤਸ਼ਾਹ ਤੋਂ ਬਾਅਦ ਸੰਪਰਦਾਵਾਂ ਆਉਂਦੀਆਂ ਨੇ, ਸੰਪਰਦਾਵਾਂ ਜਿਨ੍ਹਾਂ ਦੇ ਵਿੱਚ ਉਦਾਸੀ, ਨਿਰਮਲੇ, ਸੇਵਾ ਪੰਥੀ। ਇਹਨਾਂ ਨੇ ਇੱਕ ਮੈਂ ਉਦਾਹਰਨ ਦੱਸਦਾ ਇੱਥੇ, ਦਮਦਮਾ ਸਾਹਿਬ ਦੀ। ਦਮਦਮਾ ਸਾਹਿਬ ਦੇ ਵਿੱਚ ਇੱਕ ਸੱਜਣ ਹੋਏ
ਪਿੰਡ ਲਹਿਰੀ, ਤਹਿਸੀਲ ਤਲਵੰਡੀ ਸਾਬੋ, ਜ਼ਿਲ੍ਹਾ ਬਠਿੰਡਾ। ਪੂਰਨਦਾਸ ਨਾਂ ਦਾ ਡੇਰਾ ਉੱਥੇ ਇੱਕ ਉਦਾਸੀ ਸਾਧੂਆਂ ਨੇ ਸਥਾਪਿਤ ਕੀਤਾ। 1865 ਦਾ ਇੱਕ ਸੋਰਸ ਹੈ, ਉਹਦੇ ਵਿੱਚ ਵੇਰਵਾ ਮਿਲਦਾ ਹੈ ਕਿ ਟਹਿਲਦਾਸ ਇੱਕ ਨਾਂ ਦਾ ਬੰਦਾ ਸੀ, ਹਰ ਰੋਜ਼ ਲਹਿਰੀ ਗਾਮ ਤੋਂ ਗੁਰਬਾਣੀ ਸੰਥਿਆ ਦੇਣ ਤੇ ਉਤਾਰਾ ਕਰਨ 3 ਮੀਲ ਤੁਰ ਕੇ, ਮੈਂ ਦੁਬਾਰਾ ਬੋਲਦਾ, 3 ਮੀਲ ਤੁਰ ਕੇ 10 ਕਿਲੋਮੀਟਰ ਬਣ ਜਾਂਦਾ ਹੈ। 3 ਮੀਲ ਤੁਰ ਕੇ ਦਮਦਮਾ ਸਾਹਿਬ ਆਉਂਦਾ ਸੀ ਤੇ 3 ਸਾਲਾਂ 'ਚ ਇੱਕ ਉਤਾਰਾ ਕਰ ਲੈਂਦਾ ਸੀ। 3 ਸਾਲ ਲੱਗਦੇ ਸੀ ਉਤਾਰਾ ਕਰਨ ਨੂੰ। ਕੋਟ ਸ਼ਮੀਰ ਦੇ ਲਾਗੇ ਪਿੰਡ ਹੈ ਇਹ, ਹੈ। ਸਿੱਖ ਵਿਦਵਤਾ ਦੀ ਟਕਸਾਲ ਸੀ ਬਹੁਤ ਵੱਡੀ। ਬਾਅਦ 10ਵੇਂ ਪਾਤਸ਼ਾਹ ਹਜ਼ੂਰ ਤੋਂ ਬਾਅਦ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿੱਚ ਖਾਲਸਾ ਰਾਜ ਦੀ ਕਾਇਮੀ ਤੱਕ 100 ਸਾਲ ਦਾ ਜਿਹੜਾ ਸਮਾਂ ਹੈ, ਉਹ ਪੰਜਾਬ ਇੱਕ ਬਹੁਤ ਵੱਡੀ ਪੀੜਾ ਚੋਂ ਲੰਘਿਆ। ਉਸ ਸਮੇਂ ਉਦਾਸੀ ਨਿਰਮਲ ਸੇਵਾਪੰਥੀ ਸਾਧੂਆਂ ਨੇ ਗੁਰਮੁਖੀ ਦੀ, ਗੁਰਬਾਣੀ ਦੀ ਜੋਤ ਕਿਵੇਂ ਨਾ ਕਿਵੇਂ ਜਗਾਈ ਰੱਖੀ। ਝੱਖੜਾਂ ਦੇ ਬਾਬ ਰੋਲਿਆਂ ਤੇ ਚੜੇ ਜਿਹੜੇ ਸ਼ਹੀਦਾਂ ਦੇ ਜਥੇ ਸੀ, ਉਹ ਜਦੋਂ ਹਨੇਰੇ ਸਵੇਰੇ ਉਹਨਾਂ ਨੂੰ ਸਮਾਂ ਮਿਲਦਾ ਸੀ, ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਲੈਂਦੇ ਸੀ, ਅਖੰਡ ਪਾਠ। ਉਹ ਇੱਕ ਤਰ੍ਹਾਂ ਦਾ ਪਾਠ ਬਹੁਤ ਸਮਾਗਮ ਸੀ। 10ਵੇਂ ਪਾਤਸ਼ਾਹ ਹਜ਼ੂਰ ਤੋਂ ਬਾਅਦ ਜਿਹੜਾ ਸੰਥਿਆ ਵਿੱਚ ਸਭ ਤੋਂ ਵੱਡਾ ਕੰਮ ਕੀਤਾ ਹੈ, ਉਹ ਸੇਵਾ ਪੰਥੀਆਂ, ਨਿਰਮਲੇ ਸਾਧੂਆਂ ਤੇ ਉਦਾਸੀ ਸਾਧੂਆਂ ਨੇ ਕੀਤਾ। ਬੇਟਾ ਇਹਨਾਂ ਦੇ ਇੱਕ ਸੇਵਾ ਪੰਥੀ ਸਾਧੂਆਂ ਦੇ ਪਾਕਿਸਤਾਨ ਇਲਾਕੇ ਵਿੱਚ ਬਹੁਤ ਵੱਡੇ ਡੇਰੇ ਸਨ। 47 ਤੱਕ ਇਹ ਕੰਮ ਕਰਦੇ ਰਹੇ, 1947 ਤੱਕ। ਉਦਾਸੀ ਨਿਰਮਲ ਸਾਧੂਆਂ ਦੇ ਵਿੱਚੋਂ ਇੱਕ ਸਾਧੂ ਹੋਏ ਨੇ 1850 ਵਿੱਚ। ਇੱਕ ਉਦਾਸੀ ਸਾਧੂ ਸੀ ਰਾਮਦਾਸ। ਉਹਨੇ ਰੂਸ ਦੀ ਰਾਜਧਾਨੀ ਲੈਨਨਗਾਰਡ, ਪੀਟਰਸਬਰਗ ਵਿੱਚ ਜਾ ਕੇ ਧਰਮਸ਼ਾਲਾ ਜਾ ਬਣਾਈ ਸੀ ਤੇ ਬਾਕੂ ਸ਼ਹਿਰ ਦੇ ਵਿੱਚ ਜਾ ਕੇ ਗੁਰਮੁਖੀ ਦੀ ਧਰਮਸ਼ਾਲਾ ਖੋਲ ਲਈ ਸੀ। ਇਹ 1975 ਤੱਕ ਇਹ ਧਰਮਸ਼ਾਲਾ ਬਣੀ ਰਹੀ ਹੈ। ਰੂਸ ਦੇ ਇਤਿਹਾਸ ਵਿੱਚ 1975 ਤੱਕ ਦਾ ਇਹਦਾ ਵੇਰਵਾ ਹੈਗਾ। ਉੱਥੇ ਗੁਰਮੁਖੀ ਸਿਖਾਉਂਦਾ ਸੀ ਇਹ। ਉਦਾਸੀ ਤੇ ਨਿਰਮਲੇ ਤੇ ਇਹਨਾਂ ਸਾਧੂਆਂ ਬਾਰੇ ਮੈਂ ਇੱਕ ਗੱਲ ਚਮਕਾਉਣੀ ਚਾਹੂੰਗਾ। ਇਹ ਵੇਰਵਾ ਬਹੁਤ ਵੱਡਾ ਹੈ ਕਿ ਇਹਨਾਂ ਨੇ ਇੰਨੇ ਜ਼ਿਆਦਾ ਕੰਮ ਕੀਤੇ ਨੇ ਕਿ ਇੱਕ ਪੂਰੀ ਦੀ ਪੂਰੀ, ਮਤਲਬ ਲੈਕਚਰ ਵੀ ਨਾ ਵੱਖਰਾ ਹੋ ਸਕਦਾ ਤੇ ਇੱਕ ਪੂਰੀ ਦੀ ਪੂਰੀ ਕਿਤਾਬ ਲਿਖੀ ਜਾ ਸਕਦੀ ਹੈ। ਇੱਕ ਤ੍ਰਿਪਿਟਕਾਚਾਰੀਆ ਹੋਏ ਨੇ ਉਦਾਸੀ ਵਿਦਵਾਨ। ਉਹ ਕਹਿੰਦਾ ਬਿਹਾਰ ਦੇ ਲੱਖਾਂ ਪੜ੍ਹੇ ਲਿਖੇ ਅਨਪੜ੍ਹ ਲੋਕਾਂ ਦੇ ਦਿਲਾਂ ਦਿਮਾਗ ਉੱਤੇ ਨਾਨਕ ਨਾਂ ਦੀ ਇੰਨੀ ਪੱਕੀ ਮੋਹਰ ਛਾਪ ਹੈ ਜਿਹੜੀ, ਉਹ ਉਦਾਸੀ ਸਾਧੂਆਂ ਨੇ ਲਾਈ ਹੋਈ ਹੈ। ਨਿਰਮਲਾ ਸੰਪਰਦਾਇ ਦੇ ਵਿੱਚ ਦੀ ਇੱਕ ਉਦਾਹਰਨ ਦੱਸਦਾ ਮੈਂ। ਖਡੂਰ ਸਾਹਿਬ ਨਿਰਮਲੇ ਸਾਧੂ ਸਨ। ਭਾਈ ਰੂਪੇ ਵਾਲੇ, ਭਾਈ ਪੰਡਤ ਦੇਵਾ ਸਿੰਘ ਗੁਰਮੁਖੀ ਦੇ ਪ੍ਰਸਿੱਧ ਲਿਖਾਰੀ ਸਨ। ਡੇਰਾ ਖੂਹਾਂ ਵਾਲਾ ਰਹਿੰਦੇ ਬਾਬਾ ਨੌਧ ਸਿੰਘ ਨੇ ਸਥਾਪਿਤ ਕੀਤਾ ਸੀ ਇਹ। ਇੱਥੇ ਦਮਦਮੀ ਸ਼ੈਲੀ ਵਾਲੀ ਗੁਰਮੁਖੀ ਲਿਖਾਈ ਸਿਖਾਈ ਜਾਂਦੀ ਸੀ। ਬਾਬਾ ਨੌਧ ਸਿੰਘ ਦੇ ਜਿੰਨੇ ਉੱਤਰਾਧਿਕਾਰੀ ਹੋਏ, ਬਾਬਾ ਲਹਿਣਾ ਸਿੰਘ, ਭਾਈ ਮਾਹਣਾ ਸਿੰਘ, ਭਾਈ ਦੇਵਾ ਸਿੰਘ, ਸੰਤ ਗੁਰਮੁਖ ਸਿੰਘ, ਇਹ ਸਾਰੇ ਦੇ ਸਾਰੇ ਗੁਰਬਾਣੀ ਦੀ ਸੰਥਿਆ ਦਿੰਦੇ ਸਨ, ਪ੍ਰਪੱਕ ਗੁਰਮੁਖ ਸਨ। ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਜੀ ਨੇ ਇਹਨਾਂ ਤੇ ਕਿਤਾਬ ਲਿਖੀ ਹੈ ਬਹੁਤ ਅੱਛੀ। ਪ੍ਰਿੰਸੀਪਲ ਧਰਮਾਨੰਦ ਸਿੰਘ ਨੇ ਇੱਕ ਗੱਲ ਲਿਖੀ ਹੈ, ਉਦਾਸੀ ਤੇ ਨਿਰਮਲ ਸੰਤਾਂ ਦੇ ਅਖਾੜੇ ਇੱਕ ਪ੍ਰਕਾਰ ਦੇ ਵਿਸ਼ਵ ਵਿਦਿਆਲੇ ਸਨ। ਇਹ ਦੋ ਤਿੰਨ ਕੰਮ ਕਰਦੇ ਸਨ ਇਹ ਸਾਰੇ, ਕਿ ਇੱਕ ਤਾਂ ਗੁਰਮੁਖੀ ਸਿਖਾਉਣੀ ਹੈ। ਜਿਹੜਾ ਵੀ ਇਹਨਾਂ ਦੇ ਡੇਰਿਆਂ 'ਚ ਆ ਗਿਆ ਉਹਨੂੰ ਗੁਰਮੁਖੀ ਸਿਖਾਉਣੀ ਹੀ ਸਿਖਾਉਣੀ। ਦੂਜਾ, ਜਪਜੀ ਸਾਹਿਬ ਦਾ ਪਾਠ ਸਿਖਾਉਣਾ ਹੈ। ਜਪਜੀ ਸਾਹਿਬ ਦੀ ਘੱਟੋ ਘੱਟ ਸੰਥਿਆ ਜ਼ਰੂਰ ਦੇਣੀ ਹੈ। ਤੀਜਾ, ਨਾਲ ਇਹ ਦੇਸੀ ਦਾਰੂ ਵੀ ਦਿੰਦੇ ਸਨ, ਦੇਸੀ ਦਵਾਈਆਂ, ਕਿਸੇ ਦੇ ਗੋਡਾ ਦੁਖਦਾ, ਕਿਸੇ ਦਾ ਮੋਢਾ ਦੁਖਦਾ, ਇਸ ਤਰ੍ਹਾਂ ਦੀਆਂ। ਇੱਕ ਪਰੰਪਰਾ ਸੀ ਮੁਗਲ ਕਾਲ ਵਿੱਚ, ਉਹਨੂੰ ਮਦਦ ਦੇ ਮਾਸ਼ ਕਹਿੰਦੇ ਨੇ ਫਾਰਸੀ ਵਿੱਚ। ਫਾਰਸੀ ਵਿੱਚ ਇਹਦਾ ਅਰਥ ਹੈ ਧਰਮ ਅਰਥ ਦਿੱਤੀ ਗਈ ਗ੍ਰਾਂਟ। ਮਹਾਰਾਜਾ ਰਣਜੀਤ ਸਿੰਘ ਨੇ ਤੇ ਮਿਸਲ ਸਰਦਾਰਾਂ ਨੇ ਇਹਨਾਂ ਡੇਰਿਆਂ ਲਈ ਬਹੁਤ ਸਾਰੀਆਂ ਧਰਮ ਅਰਥ ਗ੍ਰਾਂਟਾਂ ਦਿੱਤੀਆਂ, ਬਹੁਤ ਸਾਰੀਆਂ ਜ਼ਮੀਨਾਂ ਲਵਾਈਆਂ। ਇਹਦੇ ਕਾਰਨ ਕੀ ਸਨ? ਇਬਰਤਨਾਮਾ ਇੱਕ ਪਰਸ਼ੀਅਨ ਸੋਰਸ ਹੈ ਫਾਰਸੀ ਦਾ। ਉਹਦੇ ਵਿੱਚ ਵੇਰਵਾ ਆਉਂਦਾ ਵੀ ਅੰਮ੍ਰਿਤਸਰ ਦਾ ਝੰਡਾ ਸਿੰਘ ਭੰਗੀ ਤੇ ਗੁਜਰਾਤ ਦਾ ਗੁੱਜਰ ਸਿੰਘ, ਗੁਜਰਾਤ ਇਹ ਜਿਹੜਾ ਪਾਕਿਸਤਾਨ 'ਚ ਹੈ ਉਹਦਾ, ਸਾਹਿਬ ਸਿੰਘ ਨੇ ਸਿੱਖਿਆ ਸੰਸਥਾਵਾਂ ਨੂੰ ਇਸ ਕਰਕੇ ਕਰ ਮੁਕਤ ਭੂਮੀ ਦਿੱਤੀ ਕਿਉਂਕਿ ਉੱਥੇ ਗੁਰਮੁਖੀ ਪੜ੍ਹਾਉਣ ਦਾ ਪ੍ਰਬੰਧ ਸੀ। ਜਾਣੀ ਇੱਕ ਵੇਰਵਾ ਦਿੱਤਾ ਇੱਥੋਂ ਇਹ ਮਿਲਦਾ ਹੈ ਵੀ ਇਹਨਾਂ ਥਾਵਾਂ ਤੇ ਗਰੀਬਾਂ ਨੂੰ ਅਨਾਜ ਦੇਣ, ਦੇਸੀ ਦਵਾਈਆਂ ਦੇਣ ਤੇ ਗੁਰਮੁਖੀ ਸਿਖਾਉਣ ਦਾ ਪ੍ਰਬੰਧ ਹੁੰਦਾ ਸੀ। ਗੁੱਜਰ ਸਿੰਘ ਨੇ ਜਿਹੜਾ ਮਤਲਬ ਭੰਗੀ ਮਿਸਲ ਦਾ ਹੋਇਆ, ਝੰਡਾ ਸਿੰਘ, ਇਹਨਾਂ ਨੇ ਇਹਨਾਂ ਸੰਸਥਾਵਾਂ ਨੂੰ ਜਿਹੜੀਆਂ ਜ਼ਮੀਨਾਂ ਦਿੱਤੀਆਂ ਉਹ ਤੇ ਟੈਕਸ ਨਹੀਂ ਸੀ ਲੈਂਦੇ। ਕਿਉਂ? ਉਹਦਾ ਕਾਰਨ ਕੀ ਦੱਸਿਆ? ਕਿਉਂਕਿ ਇੱਥੇ ਗੁਰਮੁਖੀ ਸਿਖਾਈ ਜਾਂਦੀ ਹੈ। ਉਸ ਤੋਂ ਬਾਅਦ 1773 ਦੀ ਇੱਕ ਗੱਲ ਸੁਣਾਉਣਾ ਮੈਂ ਤੁਹਾਨੂੰ, ਬੜੀ ਇੰਟਰਸਟਿੰਗ ਹੈ। ਭਾਈ ਸੂਰਤ ਸਿੰਘ ਸਨ, ਇੱਕ ਭਾਈ ਸੂਰਤ ਸਿੰਘ।
ਭਾਈ ਮਨੀ ਸਿੰਘ ਸਨ ਜਿਹੜੇ ਸ਼ਹੀਦ ਭਾਈ ਮਨੀ ਸਿੰਘ, ਉਹਨਾਂ ਦੇ ਸਟੂਡੈਂਟ ਸਨ ਗੁਰਬਖਸ਼ ਸਿੰਘ। ਗੁਰਬਖਸ਼ ਸਿੰਘ ਤੋਂ ਇਹਨਾਂ ਨੇ ਸੰਥਿਆ ਲਈ ਸੀ ਭਾਈ ਸੂਰਤ ਸਿੰਘ ਨੇ। 1773 ਵਿੱਚ ਦਰਬਾਰ ਸਾਹਿਬ ਦੇ ਵਿੱਚ ਇਹਨਾਂ ਨੇ ਜ਼ਿੰਮੇਵਾਰੀ ਸੰਭਾਲੀ। 1773 ਵਿੱਚ ਭਾਈ ਸੂਰਤ ਸਿੰਘ ਨੇ। ਵਿਦਿਆਰਥੀ ਹੋਏ ਨੇ ਦੋ ਬਹੁਤ ਵੱਡੇ ਨਾਂ ਨੇ, ਇੱਕ ਭਾਈ ਸੰਤ ਸਿੰਘ। ਇਹ ਭਾਈ ਸੰਤ ਸਿੰਘ ਭਾਈ ਸੰਤੋਖ ਸਿੰਘ, ਮਹਾਕਵੀ ਸੰਤੋਖ ਸਿੰਘ, ਜਿਨ੍ਹਾਂ ਨੇ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਤੋਂ ਸਾਰਾ ਵਿਸ਼ਵ ਜਾਣਦਾ ਹੈ, ਸਾਰਾ ਸਿੱਖ ਪੰਥ ਜਾਣਦਾ ਹੈ, ਉਹਨਾਂ ਦੇ ਟੀਚਰ ਸਨ ਭਾਈ ਸੰਤ ਸਿੰਘ ਭਾਈ ਸੰਤੋਖ ਸਿੰਘ ਦੇ। ਜਿਹੜਾ ਭਾਈ ਸੰਤ ਸਿੰਘ ਸੀ ਉਹ ਭਾਈ ਸੂਰਤ ਸਿੰਘ ਦਾ ਸਟੂਡੈਂਟ ਸੀ। ਕਥਾ ਵਾਲਾ ਬੁੰਗਾ ਹੁੰਦਾ ਸੀ ਇੱਕ ਦਰਬਾਰ ਸਾਹਿਬ, 84 ਵਿੱਚ ਢਹਿ ਗਿਆ ਉਹ। ਇਹ ਸਾਰੇ ਵਿਦਵਾਨਾਂ ਦਾ ਸਦਰੇ ਮੁਕਾਮ ਸੀ। ਸਦਰੇ ਮੁਕਾਮ ਆਪਾਂ ਕਹਿੰਦੇ ਹਾਂ ਉੱਥੇ ਰਹਿਣ ਸਹਿਣ ਵਾਲਾ ਥਾਂ, ਜਿੱਥੇ ਪੜ੍ਹਾਈ ਕਰਾਈ ਜਾਂਦੀ ਸੀ। ਭਾਈ ਗੁਰਦਾਸ ਜੀ ਤੇ ਭਾਈ ਮਨੀ ਸਿੰਘ ਦੀ ਸਕੂਲ ਪ੍ਰਣਾਲੀ ਚੋਂ ਸੀਗੇ ਇਹ। ਸਿੱਖਾਂ ਦੀ ਭਗਤਮਾਲਾ, ਗਿਆਨ ਰਤਨਾਵਲੀ ਸਾਰੀਆਂ ਸੂਰਤ ਸਿੰਘ ਨੇ ਲਿਖੀਆਂ ਹੋਈਆਂ ਨੇ ਅਸਲ ਵਿੱਚ। ਭਾਈ ਸੂਰਤ ਸਿੰਘ ਦੀਆਂ ਰਚਨਾਵਾਂ ਭਗਤ ਰਤਨਾਵਲੀ, ਓਂਕਾਰ ਪਰਮਾਰਥ ਵੀ ਮਿਲਦੇ ਨੇ। ਸਾਰੇ 84 ਦੀ ਭੇਟ ਚੜ ਚੁੱਕੇ ਨੇ ਹੁਣ ਇਹ ਸੋਰਸ। ਗਿਆਨੀ ਸੰਪਰਦਾ ਦੇ ਭਾਈ ਕਾਹਨ ਸਿੰਘ ਨਾਭਾ ਨੇ ਇਹਨਾਂ ਨੂੰ ਗਿਆਨੀ ਸੰਪਰਦਾ ਦੇ ਰਤਨ ਕਿਹਾ। ਰਤਨ ਬਹੁਤ ਕੀਮਤੀ ਚੀਜ਼ ਹੁੰਦੀ ਹੈ। ਭਾਈ ਸੂਰਤ ਸਿੰਘ ਐਡੇ ਵੱਡੇ ਸਨ। ਇਹ ਗਿਆਨੀ ਹਰਿੰਦਰ ਸਿੰਘ ਰੂਪ ਇਹਨਾਂ ਚ ਹੋਏ ਨੇ, ਜਿਨ੍ਹਾਂ ਨੇ ਦਰਬਾਰ ਸਾਹਿਬ, ਜਿਹਦੇ ਦਾਦਾ ਜੀ ਨੇ ਦਰਬਾਰ ਸਾਹਿਬ ਦੀ ਨਿਕਾਸ਼ੀ ਕੀਤੀ ਸੀ। ਨਿਕਾਸ਼ੀ ਤੁਸੀਂ ਸ਼ਾਇਦ ਸਮਝਦੇ ਹੋਵੋਗੇ, ਮੈਨੂੰ ਪਤਾ ਨਹੀਂ ਜਾਂ ਨਹੀਂ। ਜਿਹੜੀ ਪੇਂਟਿੰਗ ਵਗੈਰਾ ਲੈਵਲ, ਇੱਕ ਜਿਹੜੀ ਪੱਥਰਾਂ 'ਚ ਨਿਕਾਸ਼ੀ ਕਰੀ ਜਾਂਦੀ ਹੈ, ਉਹ ਗਿਆਨੀ ਸੂਰਤ ਹਰਿੰਦਰ ਸਿੰਘ ਰੂਪ ਹੋਏ ਨੇ। ਉਹਨਾਂ ਦੇ ਦਾਦਾ ਜੀ ਸਨ ਗਿਆਨੀ ਹਰਿੰਦਰ ਸਿੰਘ ਰੂਪ ਨੇ ਇਹਨਾਂ ਤੇ ਕਿਤਾਬ ਲਿਖੀ ਹੈ। ਇਹ ਵੇਰਵੇ ਮੈਂ ਉੱਥੋਂ ਲਏ ਨੇ। ਉਹ ਮਤਲਬ ਅੰਮ੍ਰਿਤਸਰ ਉਹ ਲਿਖਦੇ ਨੇ ਕਿ 1760-90 ਵਿੱਚ ਅੰਮ੍ਰਿਤਸਰ ਖਾਲਸੇ ਦੀ ਕਾਸ਼ੀ ਸੀ ਤੇ ਕਥਾ ਵਾਲਾ ਬੁੰਗਾ ਸਮਝੋ ਪੰਥਕ ਵਿਦਿਆਲਾ। ਭਾਈ ਸੰਤ ਸਿੰਘ ਦੇ ਦਾਦਾ ਭਾਈ ਰਾਮ ਸਿੰਘ ਨੇ ਸ੍ਰੀ ਦਸ਼ਮੇਸ਼ ਜੀ ਤੋਂ ਅੰਮ੍ਰਿਤ ਛਕਿਆ ਸੀ। ਖੁਦ ਚਨਿਓਟ ਵਾਸੀ ਸਨ ਇਹ। ਇਹਨਾਂ ਦੇ ਪੁੱਤਰ ਸੀ ਸੂਰਤ ਸਿੰਘ। ਇਹਨਾਂ ਦੇ ਅੱਗੇ ਦੋ ਪੁੱਤਰ ਫੇਰ ਹੋਏ। ਅੰਮ੍ਰਿਤਸਰ ਰਾਮਗੜੀਆ, ਆਲੂਵਾਲੀਆ, ਭੰਗੀ, ਫੈਜ਼ਲਪੁਰੀ ਤੇ ਘਨਈਆ ਮਿਸਲ ਦਾ ਸਾਂਝਾ ਉੱਥੇ ਥਾਂ ਸੀਗਾ। ਉੱਥੇ ਇਹ ਕੰਮ ਕਰਦੇ ਸੀ। ਇੰਨੀਆਂ ਜਿਹੜੀਆਂ ਮਿਸਲਾਂ ਸੀ ਇਹਨਾਂ ਨੂੰ ਸਹਾਇਤਾ ਦਿੰਦੀਆਂ ਸੀ ਵੀ ਤਾਂ ਕਿ ਇਹ ਕੰਮ ਬਹੁਤ ਕਰਦੇ ਨੇ। ਭਾਈ ਮੇਘ ਸਿੰਘ, ਭਾਈ ਸੰਤ ਸਿੰਘ, ਭਾਈ ਗੁਰਦਾਸ ਸਿੰਘ, ਇਹ ਸਾਰੇ ਭਾਈ ਸੂਰਤ ਸਿੰਘ ਦੇ ਵੱਡੇ ਸਮੁੱਤਰ ਭਾਈ ਗੁਰਦਾਸ ਸਿੰਘ ਦੇ ਅੱਗੇ ਸਟੂਡੈਂਟ ਨੇ। ਇਹ ਪੂਰੀ ਦੀ ਪੂਰੀ ਇੱਕ ਪਰੰਪਰਾ ਸੀ ਜਿਹੜੀ ਦਰਬਾਰ ਸਾਹਿਬ ਦੇ। ਇੱਕ ਸਕਾਲਰ ਹੋਰ ਹੋਇਆ ਭਾਈ ਸੰਤੋਖ ਸਿੰਘ ਦਾ ਸਾਥੀ ਸੀ ਭਾਈ ਬਿਸ਼ਨ ਸਿੰਘ, ਮਹਾਕਵੀ ਸੰਤੋਖ ਸਿੰਘ ਦਾ ਹਮ ਜਮਾਤੀ। ਇਹਨੇ ਵੀ ਐਡਾ ਵੱਡਾ ਹੀ ਗ੍ਰੰਥ ਲਿਖਿਆ ਸੀ ਜਿੱਡਾ ਸੂਰਜ ਪ੍ਰਕਾਸ਼ ਲਿਖਿਆ ਵਾ, ਉਹ ਗਿਆਨ ਰਤਨਾਗਰ। ਇਹ ਗ੍ਰੰਥ ਅੱਜ ਕੱਲ ਮਿਲਦਾ ਨਹੀਂ ਜਾਂ ਨਸ਼ਟ ਹੋ ਗਿਆ। ਕਹਿਣ ਦਾ ਭਾਵ ਕੀ ਸੀ ਕਿ ਇਹਨਾਂ ਦੇ ਮਤਲਬ ਡੇ ਬੋਰਡਿੰਗ, ਮਤਲਬ ਬੋਰਡਿੰਗ ਹਾਊਸ ਸਨ ਇਹ ਇੱਕ ਤਰ੍ਹਾਂ ਦੇ। ਅੱਡਣ ਸ਼ਾਹੀ ਵੀਰ ਜਿਹੜੇ ਆਪਣੇ ਸਨ ਸੇਵਾ ਪੰਥੀ ਸਾਧੂ, ਉਹ ਰੱਸੇ ਵੱਟ ਕੇ ਆਪਦੀ ਕਿਰਤ ਕਮਾਉਂਦੇ ਸਨ, ਨਾਲ ਸੰਥਿਆ ਦਿੰਦੇ ਸਨ। ਸੰਥਿਆ ਦੇਣਾ, ਗੁਰਮੁਖੀ ਸਿਖਾਉਣਾ ਇਹਨਾਂ ਦੀ ਪੱਕੀ ਸੇਵਾ ਸੀ। ਮੈਂ ਦੋ ਤਿੰਨ ਨਾਂ ਹੋਰ ਲੈਣਾ। ਭਾਈ ਸ਼ਾਮ ਸਿੰਘ ਹੋਏ ਨੇ। ਭਾਈ ਸ਼ਾਮ ਸਿੰਘ 1818 ਤੋਂ 1869 ਚ ਹੋਏ ਨੇ। ਘੀਲ ਕਲਾਂ ਤਹਿਸੀਲ ਤੇ ਜ਼ਿਲ੍ਹਾ ਅਟਕ, ਫਤਿਹ ਜੰਗ ਦੇ ਨਾਲ ਇਹ ਪਿੰਡ ਪਾਕਿਸਤਾਨ ਚ। ਮੰਗਵਾਲ ਦੇ ਪ੍ਰਸਿੱਧ ਤੇ ਪਰਉਪਕਾਰੀ ਸੰਤ ਬਾਬਾ ਭਾਈ ਮੱਲਾ ਸਿੰਘ ਜੀ ਦੇ ਸ਼ਿਸ਼ ਭਾਈ ਚੰਦਾ ਸਿੰਘ, ਜਿਹੜੇ ਭਾਈ ਮਨੀ ਸਿੰਘ ਦੇ ਸਟੂਡੈਂਟ ਨੇ, ਉਹਨਾਂ ਤੋਂ ਗੁਰਬਾਣੀ ਦੇ ਅਰਥ ਬਹੁਤ ਸਿੱਖੇ ਸਨ। ਇਹਦੀਆਂ ਨਿੱਜੀ ਪੁਸਤਕਾਲੇ ਜੇਲਮ ਦੇ ਵਿੱਚ ਇਹ ਕੰਮ ਕਰਦੇ ਸਨ। ਬੇਹੱਦ ਨਾਲ ਉਹ ਕਰਦੇ ਸਨ, ਨਾਲ ਉਤਾਰਾ ਕਰਦੇ ਸਨ, ਨਾਲ ਸੰਥਿਆ ਦਿੰਦੇ ਸਨ। ਮੇਰੀ ਬੇਟਾ ਆਵਾਜ਼ ਆ ਰਹੀ ਹੈ? ਮੈਂ ਇਕੱਲਾ ਹੀ ਤਾਂ ਨਹੀਂ ਬੋਲੀ ਜਾਂਦਾ? ਕੋਈ ਮੈਨੂੰ ਦੱਸ ਦਿਓ। ਆ ਰਹੀ ਹੈ ਜੀ, ਆ ਰਹੀ ਹੈ, ਸੁਣ ਰਹੇ ਹਾਂ ਸਾਰੇ। ਠੀਕ ਹੈ, ਜੇ ਸੁਣ ਰਿਹਾ, ਮੈਨੂੰ ਐ ਲੱਗ ਰਿਹਾ ਸੀਗਾ ਵੀ ਸ਼ਾਇਦ। ਚਲੋ ਅਸੀਂ ਕੰਟੀਨਿਊ ਕਰਦੇ ਹਾਂ। ਡੇਰਾ ਮੰਗਵਾਲ ਧੁੰਨੀ ਪੋਠਵਾਰ ਦਾ ਇਲਾਕਾ, ਇੱਥੇ ਬੈਠ ਕੇ ਇਹ ਸਾਰੀਆਂ ਰਚਨਾਵਾਂ 47 ਵੇਲੇ ਰੁਲ ਖੁਲ ਗਈਆਂ। ਭਾਈ ਆਸਾ ਰਾਮ ਜੀ ਹੋਏ ਨੇ ਸੇਵਾ ਪੰਥੀ ਸਾਧੂਆਂ ਦੇ ਮਹਾਨ ਵਿਦਵਾਨ, ਅਨਮੋਲ ਹੀਰੇ ਕਿਹਾ ਜਾਂਦਾ ਇਹਨਾਂ ਨੂੰ। ਇਹਨਾਂ ਦੀ ਇੱਕ ਕਹਾਣੀ ਆਉਂਦੀ ਹੈ। ਇੱਕ ਵਾਰ ਨਾ ਜਗਿਆਸੂ ਆ ਗਿਆ ਇਹਨਾਂ ਕੋਲੇ ਵੀ ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰਨਾ, ਗੁਟਕਾ ਹੈ ਨਹੀਂ। ਇਹਨਾਂ ਨੇ ਕਿਤੇ ਜਾਣਾ ਸੀ, ਸਾਰਾ ਕੁਝ ਵਿੱਚੇ ਛੱਡ ਕੇ ਸਿਆਹੀ ਦਾ ਪ੍ਰਬੰਧ ਕੀਤਾ ਤੇ ਜਗਿਆਸੂ ਨੂੰ ਕਿਹਾ ਵੀ ਜੇ ਭਾਈ ਸ਼ਾਮ ਤੱਕ, ਕੱਲ ਸ਼ਾਮ ਤੱਕ ਵੇਟ ਕਰ ਸਕਦਾ ਤਾਂ ਉਡੀਕ ਕਰ। ਉਹ ਕਹਿੰਦਾ ਜੀ ਕੋਈ ਗੱਲ ਨਹੀਂ, ਮੈਂ ਕਰ ਲਾਂਗਾ। ਇੱਕ ਖੂੰਜੇ ਬੈਠ ਗਏ। ਦੂਜੇ ਦਿਨ ਦੇ ਸ਼ਾਮ ਤੱਕ ਸੁਖਮਨੀ ਦਾ ਉਤਾਰਾ ਕਰਕੇ ਗੁਟਕਾ ਭੇਟ ਕਰਤਾ ਵੀ ਤੂੰ ਪਾਠ ਕਰ। ਇਹੋ ਜਿਹੇ ਪਰਉਪਕਾਰੀ ਭਾਈ ਰਾਮ ਕਿਸ਼ਨ ਜੀ ਹੋਏ ਨੇ, ਬਹੁਤ ਵੱਡੇ ਪਰਉਪਕਾਰੀ ਸਿੱਖ। ਭਾਈ ਵੀਰ ਸਿੰਘ ਨੇ ਨਾ ਸੰਤ ਗਾਥਾ ਇੱਕ ਕਿਤਾਬ ਲਿਖੀ ਹੈ,
ਇਹੋ ਜਿਹੇ ਪਰਉਪਕਾਰੀ ਸਿੱਖਾਂ ਤੇ ਸਾਰਿਆਂ ਨੇ ਪੜ੍ਹਨੀ ਆ। ਉਹ 12-13 ਸੰਤ ਮਹਾਂਪੁਰਸ਼ ਜਿਹੜੇ ਪੁਰਾਣੇ ਸੇਵਾਪੰਥੀ ਹੋਏ ਨੇ ਉਹਨਾਂ ਤੇ ਲਿਖੀ ਵੀ ਹੈ, ਉਹਦੇ ਵਿੱਚ ਵੇਰਵੇ ਬੜੇ ਮਿਲ ਜਾਣਗੇ। ਸ਼ਾਹਪੁਰ ਡੇਰੇ ਇਹਨਾਂ ਦਾ ਡੇਰੇ ਦਾ ਪ੍ਰਬੰਧ ਚੱਲਦਾ ਸੀ। ਬਾਅਦ ਦੇ ਵਿੱਚ ਇਹ 47 ਵੇਲੇ ਇੱਧਰ ਆ ਗਿਆ। ਲੋੜੀਂਦਾ ਰਾਮ ਜੀ ਵੀ ਸਨ, ਹੋਰ ਵੀ ਸਾਰਾ ਦਿਨ ਸ਼ਾਹਪੁਰ ਡੇਰੇ ਵਿੱਚ ਇਹ ਕੰਮ ਚੱਲਦਾ ਰਹਿੰਦਾ ਸੀ। ਬਾਬਾ ਸੰਤੋਖ ਦਾਸ ਹੋਏ ਨੇ, ਇਹ 40 ਪਿੰਡ ਵਿੱਚ ਰਹਿੰਦੇ ਸਨ, ਬਟਾਲੇ ਦੇ ਕੋਲੇ ਆ। ਇਹਨਾਂ ਨੇ 4 ਹੱਥ ਲਿਖਤ ਸਰੂਪ ਲਿਖੇ ਤੇ ਸੈਂਕੜੇ ਬੰਦਿਆਂ ਨੂੰ ਸੰਥਿਆ ਦਿੱਤੀ। ਇਹਨਾਂ ਦਾ ਬੜਾ ਲੰਮਾ ਚੌੜਾ ਵੇਰਵਾ ਹੈ। ਲਗਭਗ ਜੇਲ੍ਹ ਦੇ ਵਿੱਚ ਮਤਲਬ 7 ਸਾਲ ਸੇਵਾ ਕਰਦੇ ਰਹੇ ਨੇ। ਵਹਾਊ ਇਹ ਜਿਹੜੇ ਬਾਬਾ ਜੀ ਸਨ, ਸੇਵਾਪੰਥੀ ਸੰਤ ਨਿਸ਼ਚਲ ਸਿੰਘ ਹੋਏ ਨੇ ਮਿੱਠਾ ਟਵਾਣਾ ਵਾਲੇ। ਇਹ ਗੁਰਮੁਖੀ ਪੜ੍ਹ ਕੇ ਇਹਨਾਂ ਨੇ ਲੰਮਾ ਅਭਿਆਸ ਕੀਤਾ, 7 ਸਾਲ ਜੇਲ੍ਹ ਦਿੱਤਾ। ਉਸ ਤੋਂ ਬਾਅਦ ਇਹ ਬਹਾਉਦੀਨ ਵਿਖੇ ਆ ਗਏ। 18 ਏਕੜ ਲੈ ਕੇ ਇਹਨਾਂ ਨੇ ਗੁਰਮੁਖੀ ਪਾਠਸ਼ਾਲਾ ਬਣਾਈ ਸੀ ਇੱਕ। 25 ਵਿਦਿਆਰਥੀਆਂ ਨੂੰ ਇੱਕ ਵਾਰ ਸੰਥਿਆ ਦੇ ਕੇ ਫਿਰ 25 ਵਿਦਿਆਰਥੀ ਰੱਖਦੇ ਹੁੰਦੇ ਸਨ। ਪੁਰਾਣੇ ਸਮੇਂ ਦੀਆਂ ਗੱਲਾਂ ਨੇ। 47 ਤੋਂ ਪਹਿਲਾਂ ਡੇਰਾ ਮਿਆਨੀ, ਡੇਰਾ ਨੂਰਪੁਰ ਥਲ, ਇਸਮਾਈਲ ਖਾਂ, ਮੁਲਤਾਨ, ਝੰਗ, ਸ਼ਾਹਪੁਰ, ਸਰਗੋਦਾ, ਸਾਹੀਵਾਲ, ਕੋਟ ਸੁਲਤਾਨ ਤੇ ਲਾਹੌਰ, ਇਹਨਾਂ ਥਾਵਾਂ ਤੇ ਸੇਵਾਪੰਥੀ ਸਾਧੂਆਂ ਦੇ ਬਹੁਤ ਵੱਡੇ ਡੇਰੇ ਸਨ ਜਿਹੜੇ 1947 ਵਿੱਚ ਸਾਡੇ ਮਤਲਬ ਖਤਮ ਹੋ ਗਏ। ਇਹਨਾਂ ਡੇਰਿਆਂ ਦੇ ਵਿੱਚ ਲੰਗਰ, ਸੇਵਾ ਪਾਣੀ ਤੇ ਦਵਾਈਆਂ, ਭੋਜਨ ਦਾ ਪ੍ਰਬੰਧ ਤਾਂ ਹੁੰਦਾ ਹੀ ਹੁੰਦਾ ਸੀ, ਪਰ ਗੁਰਮੁਖੀ ਜ਼ਰੂਰ ਸਿਖਾਈ ਜਾਂਦੀ ਸੀ। ਗੁਰਮੁਖੀ ਵਿਦਿਆਲੇ, ਗੁਰਮੁਖੀ ਦੀ ਸਿੱਖਿਆ ਉਹ ਦਿੰਦੇ ਹੀ ਇਸ ਕਰਕੇ ਸਨ ਤਾਂ ਕਿ ਗੁਰਬਾਣੀ ਬੱਚੇ ਪੜ੍ਹ ਸਕਣ। ਅੱਜ ਕੱਲ੍ਹ ਜੇ ਸਾਨੂੰ ਗੁਰਬਾਣੀ ਨਹੀਂ ਆਉਂਦੀ ਨਾ, ਅਸੀਂ ਗੁਰਮੁਖੀ ਛੱਡ ਗਏ ਬੱਚੇ। ਚਲੋ ਅੱਗੇ ਚੱਲੇ ਗਏ। ਫੇਰ ਆ ਗਈਆਂ ਸਾਡੇ ਕੋਲੇ 47 ਵਾਪਰ ਜਾਂਦਾ ਹੈ। ਉਹਨਾਂ ਦਿਨਾਂ ਦੇ ਵਿੱਚ ਲਹਿਰਾਂ ਆਉਂਦੀਆਂ ਨੇ। ਲਹਿਰਾਂ ਦੇ ਵਿੱਚ ਸਿੰਘ ਸਭਾ ਲਹਿਰ ਦਾ ਨਾਮ ਮੈਂ ਬਹੁਤ ਜ਼ਿਕਰ ਕਰਨਾ ਚਾਹਾਂਗਾ। ਸਿੰਘ ਸਭਾ ਲਹਿਰ ਨੇ ਇੰਨੇ ਗੁਰਮੁਖੀ ਵਿਦਿਆਲੇ ਖੋਲੇ, ਉਹਦਾ ਨਾਂ ਰੱਖਿਆ ਗਿਆ ਗੁਰੂ ਨਾਨਕ ਕੰਨਿਆ ਵਿਦਿਆਲਾ, ਮਹਾਵਿਦਿਆਲਾ। ਹੁਣ ਤੁਹਾਨੂੰ ਲੱਗੇਗਾ ਵੀ ਖਬਰ ਨਹੀਂ ਕੋਈ ਬਿਲਡਿੰਗ ਪਾਈ ਹੋਣੀ ਹੈ। ਇਹ ਸਾਰੇ ਜਿਹੜੇ ਗੁਰਮੁਖ ਸਨ ਬਿਲਡਿੰਗਾਂ ਵਿੱਚ ਵਿਸ਼ਵਾਸ ਨਹੀਂ ਸੀ ਰੱਖਦੇ, ਕੰਮ 'ਚ ਵਿਸ਼ਵਾਸ ਰੱਖਦੇ ਸਨ। ਕਲਕੱਤੇ ਤੋਂ ਲੈ ਕੇ ਕਾਬਲ ਤੱਕ, ਕਲਕੱਤੇ ਤੋਂ ਲੈ ਕੇ ਪਿਸ਼ਾਵਰ ਤੱਕ ਇੱਕ ਲੜੀ ਤੋਰੀ। ਲਗਭਗ 65 ਇਹੋ ਜਿਹੇ ਵਿਦਿਆਲਿਆਂ ਦਾ ਨੋਟਸ ਲਿਆ ਜਾਇਆ ਜਾ ਚੁੱਕਾ ਹੈ। ਇਹਨਾਂ ਤੇ ਕੰਮ ਹੋ ਚੁੱਕਿਆ। ਕੁਝ ਲੋਕਾਂ ਨੇ ਕੰਮ ਕੀਤਾ ਹੈ, ਕਿਤਾਬਾਂ ਲਿਖੀਆਂ ਨੇ, ਥੀਸਿਸ ਕਰੇ ਨੇ, PhD ਵਗੈਰਾ, ਕਿ ਇੰਨੇ ਵਿਦਿਆਲੇ ਖੋਲੇ। ਵਿਦਿਆਲੇ ਦਾ ਮਤਲਬ ਇਹ ਨਹੀਂ ਹੈਗਾ ਵੀ ਉਹਨਾਂ ਨੇ ਕੋਈ ਬਿਲਡਿੰਗਾਂ ਪਾਈਆਂ। ਕਿਸੇ ਦੇ ਘਰ ਵਿੱਚ ਕੋਈ ਡੰਗਰਾਂ ਦਾ ਬਾੜਾ ਹੈ, ਉਹਦੇ ਖੂੰਜੇ ਛੱਪਰ ਪਾ ਲਿਆ। ਕਿਸੇ ਨੇ ਆਪਦੇ ਘਰ ਦੀ ਰਸੋਈ 'ਚ ਸ਼ੁਰੂ ਕੀਤਾ। ਜ਼ਿਆਦਾਤਰ ਲੜਕੀਆਂ ਨੂੰ ਸਿੱਖਿਆ ਦਿੱਤੀ ਗਈ। 3 ਚੀਜ਼ਾਂ ਸਿਖਾਉਂਦੇ ਸਨ, ਇੱਕ ਗੁਰਮੁਖੀ, ਇੱਕ ਗੁਰਬਾਣੀ, ਇੱਕ ਕਿੱਤਾ। ਜਿਵੇਂ ਬੁਣਨਾ, ਕੱਢਣਾ, ਦਰੀਆਂ ਬੁਣਨਾ, ਤੌੜੇ ਬਣਾਉਣੇ, ਕੋਈ ਹੱਥਾਂ ਦੇ ਕੰਮ, ਜਾਣੀ ਕੋਈ ਨਾ ਕੋਈ ਸਕਿੱਲ ਡਿਵੈਲਪ ਕੀਤਾ ਜਾਂਦਾ ਸੀ। ਇਹ ਕੰਮ ਭਾਈ ਵੀਰ ਸਿੰਘ, ਅਕਾਲੀ ਕੌਰ ਸਿੰਘ ਵਰਗੇ ਸੱਜਣ ਬਹੁਤ ਕੁਝ ਕਰਦੇ ਰਹੇ ਨੇ। ਇਹ ਜਿਹੜੇ ਭਾਈ ਗੁਰਮੁਖ ਸਿੰਘ ਸਨ, ਉਹਨਾਂ ਦੇ ਪਿਤਾ ਜੀ ਸਨ ਸ਼ਾਹੀ ਲੰਗਰਾਂ 'ਚ, ਰਾਜਾ ਨਿਹਾਲ ਸਿੰਘ ਦੇ ਸ਼ਾਹੀ ਲੰਗਰਾਂ ਵਿੱਚ ਭਾਈ ਬਸਾਵਾ ਸਿੰਘ ਸੇਵਾ ਕਰਦੇ ਸਨ, ਨਾਲ ਨਾਲ ਸੰਥਿਆ ਵੀ ਦਿੰਦੇ ਸਨ ਗੁਰਮੁਖੀ ਦੀ। ਸਿੰਘ ਸਭਾ ਲਹਿਰ ਨੇ ਲਿਖੇ ਹੀ ਇਹ ਸੀ, ਜਿਹੜਾ ਉਹਨਾਂ ਦਾ ਮੈਂਡੇਟ ਹੈ ਨਾ, ਮੈਂਡੇਟ ਸਮਝਦੇ ਹੋ? ਮੇਰਾ ਮਤਲਬ ਉਹਨਾਂ ਦਾ ਮੁੱਖ ਕਹਿ ਲਓ ਵੀ ਚੋਣ ਪੱਤਰ ਕਹਿ ਲਓ, ਜਿਹਨੂੰ ਅੱਜ ਕੱਲ੍ਹ ਕਹਿ ਦਿੰਦੇ ਨੇ, ਜਿਹੜਾ ਉਹਨਾਂ ਦਾ ਮੁੱਖ ਮਕਸਦ ਸੀ, ਉਹਦੇ ਵਿੱਚ ਉਹਨਾਂ ਨੇ ਲਿਖਿਆ ਪੰਜਾਬੀ ਬੋਲੀ ਵਿੱਚ ਕੌਮੀ ਸਾਹਿਤ ਪੈਦਾ ਕਰਨਾ, ਧਾਰਮਿਕ ਤੇ ਵਿਹਾਰਕ ਵਿੱਦਿਆ ਦੇਣੀ, ਜਾਣੀ ਗੁਰਮੁਖੀ ਦੀ ਵਿੱਦਿਆ ਦੇਣੀ, ਨਾਲ ਨਾਲ ਗੁਰਬਾਣੀ ਸਿਖਾਉਣੀ। 73,000 ਵਰਗ ਮੀਲਾਂ ਵਿੱਚ 47 ਤੋਂ ਪਹਿਲਾਂ ਪੰਜਾਬ 73,000 ਵਰਗ ਮੀਲਾਂ ਵਿੱਚ ਫੈਲਿਆ ਸੀ। ਬੜੇ ਘਰਾਣੇ, ਇਹਨਾਂ ਚੋਂ ਮੈਂ 7-8 ਦੇ ਨਾਂ ਲਵਾਂਗਾ, ਫਿਰ ਆਪਣਾ ਟਾਈਮ ਹੋ ਰਿਹਾ ਹੈ। ਪੰਡਿਤ ਕਰਤਾਰ ਸਿੰਘ ਦਾਖਾ, ਗਿਆਨੀ ਗੁਰਬਚਨ ਸਿੰਘ ਭਿੰਡਰਾਂਵਾਲੇ, ਗਿਆਨੀ ਚੰਨਣ ਸਿੰਘ ਮਸਤੂਆਣਾ, ਬਾਬਾ ਅਤਰ ਸਿੰਘ ਮਸਤੂਆਣੇ ਵਾਲੇ, ਭਾਈ ਅਰਜਨ ਸਿੰਘ, ਭਾਈ ਕਿਸ਼ਨ ਸਿੰਘ, ਭਾਈ ਸਾਹਿਬ ਸਿੰਘ, ਭਾਈ ਮੇਘ ਸਿੰਘ, ਭਾਈ ਕੇਹਰ ਸਿੰਘ, ਗਿਆਨੀ ਕਰਮ ਸਿੰਘ, ਰਾਗੀ ਦਿਆਲ ਸਿੰਘ ਰਿਸ਼ੀ। ਇਹ ਬਹੁਤ ਵੱਡੇ ਲੋਕ ਹੋਏ ਨੇ ਜਿਨ੍ਹਾਂ ਨੇ ਚੁੱਪਚਾਪ ਮਤਲਬ ਕਿ ਸੰਥਿਆ ਦਿੱਤੀ, ਗੁਰਬਾਣੀ ਸਿਖਾਈ, ਗੁਰਮੁਖੀ ਸਿਖਾਈ, ਬਿਨਾਂ ਕਿਸੇ ਔਸ ਤੋਂ। ਇਹਨਾਂ ਬਾਰੇ ਕੱਲੇ ਤੇ ਵੇਰਵਾ ਤੁਹਾਨੂੰ ਦਿੱਤਾ ਜਾ ਸਕਦਾ, ਫਿਰ ਆਪਣਾ ਟਾਈਮ ਹੋ ਜਾਏਗਾ। ਇੱਕ ਸੁਣਾਵਾਂਗਾ ਮੈਂ। ਪੰਚ ਖਾਲਸਾ ਭਸੌੜ ਸ਼ੁਰੂ ਹੋਇਆ, ਗੁਰਸਾਗਰ ਮਸਤੂਆਣਾ ਸਾਹਿਬ, ਅਮਰਗੜ੍ਹ ਝਲਬੁੱਟੀ ਬਠਿੰਡੇ ਦੇ ਕੋਲੇ ਆ, ਗੁਰਮੁਖੀ ਮਹਾਵਿਦਿਆਲਾ ਖੋਲਿਆ ਸੀ ਉਹਨਾਂ ਦੀ। ਮੈਂ ਉਸਦਾ ਨਾਂ ਇੱਥੋਂ ਵਿਸਰ ਗਿਆ ਮੈਥੋਂ। ਭਾਈ ਫੁੰਮਣ ਸਿੰਘ ਤੇ ਉਹਨਾਂ ਦੀ ਵਾਈਫ ਨੇ ਇਹ ਗੁਰਮੁਖੀ ਮਹਾਵਿਦਿਆਲਾ ਚਲਾਉਣ ਲਈ
ਮਤਲਬ ਇੰਨੇ ਜਫਰ ਜਾਲੇ ਕਿ ਮਤਲਬ ਜਮਰੌਦ ਜਿੱਤਣ ਵਰਗੀ ਗੱਲ ਸੀ। ਫਿਰ ਉਸ ਤੋਂ ਬਾਅਦ ਬੇਟਾ ਸਾਡੇ ਕੋਲੇ 66 ਵਾਪਰ ਜਾਂਦਾ। 66 ਵਿੱਚ ਸਾਡੇ ਕੋਲ ਪੁਰਾਤਨ ਜਿਹੜੀ ਉਹ ਹੈ ਕਹਿ ਲਓ ਵੀ ਵਿੱਦਿਆ ਦੇਣ ਦੇ ਢੰਗਾਂ ਦਾ ਭੋਗ ਪੈ ਜਾਂਦਾ ਜਦੋਂ ਪੰਜਾਬੀ ਸੂਬਾ ਬਣਦਾ ਹੈ। ਕਿਉਂਕਿ 62 ਵਿੱਚ ਕਠਾਰੀ ਕਮਿਸ਼ਨ ਆ ਜਾਂਦਾ। ਕਠਾਰੀ ਕਮਿਸ਼ਨ ਨਾਲ ਨਵੀਂ ਵਿੱਦਿਅਕ ਨੀਤੀ ਸ਼ੁਰੂ ਹੋ ਜਾਂਦੀ ਹੈ। ਹੌਲੀ ਹੌਲੀ ਕੀ ਹੋ ਜਾਂਦਾ ਹੈ, ਫਿਰ ਸਾਡੇ ਸ਼ਤਾਬਦੀਆਂ ਮਨਾਉਣ ਦੀ ਪਰੰਪਰਾ ਆਉਂਦੀ ਹੈ। 66 ਵਿੱਚ 10ਵੇਂ ਪਾਤਸ਼ਾਹ ਦੀ ਸ਼ਤਾਬਦੀ ਮਨਾਈ, 69 ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਮਨਾਈ, ਯੂਨੀਵਰਸਿਟੀਆਂ, ਅਕੈਡਮੀਆਂ, ਟਰਸਟ, ਫਾਊਂਡੇਸ਼ਨਸ ਆਈਆਂ। ਹੌਲੀ ਹੌਲੀ ਅਕੈਡਮੀ ਦੇ ਵਿੱਚ ਮਤਲਬ ਜਿਹੜਾ ਹੈਗਾ ਅਕੈਡੈਮਿਕਸ ਦੇ ਤੌਰ ਤੇ ਗੁਰਬਾਣੀ ਦਾ ਅਧਿਐਨ ਸ਼ੁਰੂ ਹੋਇਆ। ਪਰ ਇਹਦੇ ਨਾਲ ਨੁਕਸਾਨ ਇੱਕੋ ਇਹ ਹੋਇਆ ਵੀ ਸੰਥਿਆ ਖਤਮ ਹੋ ਗਈ। ਗੁਰਬਾਣੀ ਦਾ ਅਧਿਐਨ ਅਧਿਆਪਨ ਤਾਂ ਸ਼ੁਰੂ ਹੋ ਗਿਆ ਹਾਈ ਲੈਵਲ ਤੇ, PhDਆਂ ਵੀ ਹੋਣ ਲੱਗੀਆਂ। ਸਾਡੀ ਯੂਨੀਵਰਸਿਟੀ 250 ਥੀਸਿਸ ਲਿਖ ਚੁੱਕੀ ਹੈ ਗੁਰਬਾਣੀ ਤੇ। ਥੀਸਿਸ ਗੁਰਬਾਣੀ ਦੇ ਮਤਲਬ ਥੀਸਿਸ ਤਾਂ ਹੋਣ ਲੱਗ ਗਏ, ਅਕੈਡਮੀਆਂ 'ਚ ਸਿਲੇਬਸਾਂ ਦਾ ਹਿੱਸਾ ਵੀ ਬਣ ਗਿਆ, ਪਰ ਸੰਥਿਆ ਖਤਮ ਹੋ ਗਈ। ਅੱਜ ਦੀ ਹਜ਼ੂਰ ਅੱਜ ਦੀ ਮੈਂ ਇਹ ਗੱਲ ਪੂਰੇ ਜ਼ਿੰਮੇਵਾਰੀ ਨਾਲ ਕਹਿਣਾ ਕਿ 15,000 ਦੇ ਕਰੀਬ ਗੁਰਦੁਆਰਾ ਸਾਹਿਬ ਆ ਪੰਜਾਬ ਦੇ ਵਿੱਚ ਵੱਡਾ। 15,000 ਚੋਂ 30 ਗੁਰਦੁਆਰੇ ਐਸੇ ਲੱਭੇ ਜਿੱਥੇ ਸੰਥਿਆ ਦਾ ਪ੍ਰਬੰਧ ਹੈ। 30, ਸਿਰਫ 30। ਉੱਥੇ ਵੀ ਕੋਈ ਉਹਨਾਂ ਕੋਲੇ ਸਿਲੇਬਸ ਨਹੀਂ ਰਿਹਾ। ਸਾਡੀਆਂ ਸੰਪਰਦਾਵਾਂ ਸੰਸਥਾਵਾਂ ਦਾ ਧਿਆਨ ਇੱਧਰ ਘਟ ਗਿਆ। ਹੌਲੀ ਹੌਲੀ ਕੋਈ ਵਿਅਕਤੀਗਤ ਤੌਰ ਤੇ ਰਹਿ ਗਏ ਕਿਸੇ ਕੋਲ। ਬਾਕੀ ਫਿਰ ਅਸੀਂ ਉਲਝ ਬਹੁਤ ਗਏ ਕਿ ਗੁਰਬਾਣੀ ਦਾ ਉਚਾਰਨ ਏਦਾਂ ਕਰੋ ਜੀ, ਆਹ ਕਰੋ ਜੀ, ਇੱਥੇ ਬਿੰਦੀ ਲਾਓ ਜੀ, ਇੱਥੇ ਅਧਕ ਲਾਓ। ਏਦਾਂ ਕਿਸੇ ਚੱਕਰ 'ਚ ਨਹੀਂ ਸੀ ਉਲਝਦੇ। ਗੁਰਬਾਣੀ ਉਵੇਂ ਹੀ ਪੜ੍ਹਦੇ ਸਨ ਜਿਵੇਂ ਲਿਖੀ ਹੋਈ ਹੈ। ਕੋਈ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਜਿਵੇਂ ਬਾਣੀ ਸਾਨੂੰ ਦਿੱਤੀ ਉਵੇਂ ਰੱਖੀ ਜਾਂਦੀ ਸੀ। ਇਸ ਕਰਕੇ ਸਿਧਾਂਤਕ ਮਤਭੇਦ ਨਹੀਂ ਸੀ ਕੋਈ ਪੈਦਾ ਹੁੰਦਾ। ਹੌਲੀ ਹੌਲੀ ਹੁਣ ਇਸ ਤਰ੍ਹਾਂ ਲੱਗ ਗਿਆ ਵੀ ਚੁੱਪਚਾਪ ਗੁਰੂ ਦੀ ਭੈ ਭਾਵਨਾ ਵਿੱਚ ਡੂੰਘੇ ਪਾਣੀਆਂ ਦੀ ਚਾਲ ਵਾਂਗ ਉਹਨਾਂ ਵਿਦਵਾਨਾਂ ਨੇ ਬਹੁਤ ਘਾਲਣਾ ਘਾਲ ਕੇ ਗੁਰਬਾਣੀ ਦੀਆਂ ਟਕਸਾਲਾਂ ਵਿੱਚ ਵਿਅਕਤੀਗਤ ਰੂਪ ਵਿੱਚ ਸੰਥਿਆ ਦੇਣ ਦੇ ਕਾਰਜ ਕੀਤੇ। ਮੇਰਾ ਟਾਈਮ ਹੈ ਜੀ ਅਜੇ 2 ਮਿੰਟ, ਜਾਂ ਮੈਂ ਸਮਾਪਤ ਕਰਾਂ? ਹਾਂਜੀ ਵਾਹਿਗੁਰੂ ਜੀ, ਬਸ ਸਵਾਲ ਜਵਾਬ ਹੋਣਗੇ ਜੀ, ਬੱਚਿਆਂ ਦੇ ਸਵਾਲ ਹੋਣਗੇ। ਹਾਂਜੀ, ਮੇਰਾ ਟਾਈਮ ਸਮਾਪਤ ਹੋ ਗਿਆ। ਮੈਂ ਆਖਰੀ ਗੱਲ ਕਹਿਣੀ ਚਾਹਾਂਗਾ ਇੱਕ, ਸਿਰਫ 1-1.5 ਮਿੰਟ ਵਿੱਚ ਸਮਾਪਤ ਕਰਾਂਗਾ। ਹਾਂਜੀ ਹਾਂਜੀ। ਇਹ ਪੇਪਰ ਸਾਰਾ ਲਿਖਤੀ ਕੀਤਾ ਵੈ। ਜੇ ਕਿਸੇ ਗੁਰਮੁਖ ਪਿਆਰੇ ਨੂੰ ਇਹ ਪਰਚਾ ਚਾਹੀਦਾ ਹੋ, ਮੈਨੂੰ ਮੇਰੇ ਫੋਨ ਤੇ ਫੋਨ ਲੈ ਲੈਣਾ ਸੰਬੰਧਕ ਪ੍ਰਬੰਧਕਾਂ ਤੋਂ, ਮੈਨੂੰ ਮੇਲ ਭੇਜ ਦੇਣਾ ਤੇ ਸੈਂਡ ਕਰ ਦੇਣਾ ਮੇਰੇ WhatsApp ਤੇ, ਮੈਂ ਮੇਲ ਪਾ ਦਾਂਗਾ ਉਹਨਾਂ ਨੂੰ। ਇੱਕ ਦੂਜੀ ਗੱਲ ਬੇਨਤੀ ਇਹ ਹੈ ਕਿ ਗੁਰਬਾਣੀ ਸੰਥਿਆ ਲਈ ਗੁਰਮੁਖੀ ਸਿੱਖਣੀ ਬਹੁਤ ਜ਼ਰੂਰੀ ਹੈ। ਗੁਰਮੁਖੀ ਤੇ ਮੁਹਾਰਨੀ ਆਪਾਂ ਵੀ ਇਹ ਕੰਮ ਕਰੀਏ, ਮੁੜ ਰਿਵਾਈਵ ਕਰੀਏ। ਸਾਡੀ ਇਹ ਬੜੀ ਸ਼ਾਨਦਾਰ ਪਰੰਪਰਾ ਹੈ। ਸਾਡੀ ਕੀਰਤਨ ਦੀ ਪਰੰਪਰਾ ਬਹੁਤ ਮਸ਼ਹੂਰ ਹੋ ਗਈ ਹੈ, ਹੋਣੀ ਚਾਹੀਦੀ ਵੀ ਹੈ। ਸਾਡੀ ਸ਼ਹਾਦਤ ਦੀ ਪਰੰਪਰਾ ਬਹੁਤ ਜ਼ਿਆਦਾ ਅੱਗੇ ਲੰਘੀ ਗਈ ਹੈ। ਸਾਡੀ ਇੱਦਾਂ ਦੀਆਂ ਪਰੰਪਰਾਵਾਂ, ਪੇਂਟਿੰਗ ਦੀ ਪਰੰਪਰਾ ਸੀ, ਖੇਡਾਂ ਦੀ ਪਰੰਪਰਾ ਸੀ, ਤੇ ਜਿਹਦੇ ਵਿੱਚੋਂ ਇੱਕ ਸੰਥਿਆ ਦੀ ਪਰੰਪਰਾ ਵੀ ਸੀ। ਸੰਥਿਆ ਦੀ ਇਹ ਸ਼ਾਨਦਾਰ ਪਰੰਪਰਾ ਮਰਨੀ ਨਹੀਂ ਚਾਹੀਦੀ। ਤੁਸੀਂ ਜਿੰਨੇ ਵੀ ਬੱਚੇ ਜਾਂ ਵੱਡੇ ਛੋਟੇ ਸੁਣ ਰਹੇ ਹੋ, ਪਰ ਇਸ ਬਾਰੇ ਕੋਈ ਸਾਡੇ ਕੋਲੇ ਗੁਰਮੁਖੀ ਸਕੂਲ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿੰਨੇ ਮੈਂ ਸੰਬੰਧਿਤ ਪ੍ਰਬੰਧਕ ਜਿਹੜੇ ਇਸ ਪ੍ਰੋਜੈਕਟ ਨੂੰ ਹੈਂਡਲ ਕਰਦੇ ਨੇ ਉਹਨਾਂ ਨੂੰ ਬੇਨਤੀ ਕਰਾਂ, ਉਹਨਾਂ ਦੇ ਪ੍ਰਬੰਧਕਾਂ ਨੂੰ, ਕਿ ਉਹ ਬਹੁਤ ਸਾਰੇ ਸਕੂਲ ਖੋਲ ਰਹੇ ਨੇ। ਸਕੂਲ ਖੋਲਣ, ਜੀ ਸਦਕੇ ਖੋਲਣ, ਪਰ ਹਰ ਸਕੂਲ ਵਿੱਚ ਸੰਥਿਆ ਤੇ ਗੁਰਮੁਖੀ ਕੰਪਲਸਰੀ ਕਰਨ, ਜ਼ਰੂਰੀ ਕਰਨ। ਤੇ ਦੂਜੀ ਘੱਟੋ ਘੱਟ ਇੱਕ ਸਕੂਲ ਐਸਾ ਚੱਜ ਦਾ, ਕੋਈ ਸੀਰੀਅਸ, ਜਿਹਦਾ ਕੋਈ ਸਥਾਈ ਪ੍ਰਭਾਵ ਹੋਵੇ। ਐਵੇਂ ਨਾਟਕ ਨਾ ਹੋਵੇ, ਮਤਲਬ ਸਿਰਫ ਗਿਣਤੀ 'ਚ ਨਾ ਹੋਵੇ। ਕੋਈ ਚੱਜ ਦਾ ਗੁਰਮੁਖੀ ਸਕੂਲ ਡਿਵੈਲਪ ਚਾਹੀਦਾ ਜਿੱਥੇ ਦੇਸ਼ ਵਿਦੇਸ਼ ਦੇ ਲੋਕ ਗੁਰਮੁਖੀ ਸਿੱਖ ਸਕਣ। ਅਸੀਂ ਕੋਈ ਇਸ ਤਰ੍ਹਾਂ ਦਾ ਕਰ ਸਕੀਏ ਤਾਂ ਸਾਡੇ ਲਈ ਬਹੁਤ ਜ਼ਿਆਦਾ ਫਾਇਦਾ ਹੋਏਗਾ। ਮੈਂ ਤੇਜ਼ ਬੋਲਿਆ, ਛੇਤੀ ਸਮਾਂ ਬੜਾ ਥੋੜਾ ਸੀਗਾ, ਪਰ ਫਿਰ ਵੀ ਜਿੰਨੀਆਂ ਕੁ ਗੱਲਾਂ ਕੀਤੀਆਂ, ਕੋਈ ਗਲਤੀ ਹੋ ਗਈ ਮਾਫ਼ ਕਰਨਾ। ਕੋਈ ਗੁਰੂ ਦੀ ਸ਼ਾਨ ਦੇ ਖਿਲਾਫ ਸ਼ਬਦ ਬੋਲਿਆ ਗਿਆ ਹੋਵੇ ਤਾਂ ਸੰਗਤ ਮਾਫ਼ ਕਰੇ। ਕੋਈ ਤੁਹਾਡਾ ਸਵਾਲ ਹੋਵੇ ਤਾਂ ਮੈਂ ਕੋਸ਼ਿਸ਼ ਕਰਾਂਗਾ ਕਿ ਜੇ ਮੈਂ ਆਨਸਰ ਦੇ ਸਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਪ੍ਰੋਫੈਸਰ ਗੁਰਮੇਲ ਸਿੰਘ ਜੀ, ਬਹੁਤ ਬਹੁਤ ਧੰਨਵਾਦ ਵਿੱਚੇ ਦਾ, ਜਿਨ੍ਹਾਂ ਨੇ ਬੜੇ ਲੰਬੇ ਸਮੇਂ ਤੋਂ ਜਿਹੜੀ ਸੰਥਿਆ, ਗੁਰਬਾਣੀ ਸੰਥਿਆ ਦਾ ਇਤਿਹਾਸ, ਸੱਚਮੁੱਚ ਸਾਨੂੰ ਸਾਰਿਆਂ ਨੂੰ ਨਹੀਂ ਪਤਾ ਕਿ ਕਿੱਥੋਂ ਇਤਿਹਾਸ ਹੈ ਜਿਹੜਾ ਸ਼ੁਰੂ ਹੋਇਆ। ਸੱਚਮੁੱਚ ਸੰਥਿਆ ਦੀ ਲੋੜ ਹੈ, ਪਰ ਧੰਨ ਉਹ ਗੁਰਸਿੱਖ ਜਿਹੜੇ ਇੰਨੀ ਮਿਹਨਤ ਕਰਕੇ ਲਿਖਦੇ ਵੀ ਸੀ ਗੁਰਬਾਣੀ ਤੇ ਅੱਗੇ ਸੰਥਿਆ ਵੀ ਦਿੰਦੇ ਸੀ।
ਹੁਣ ਭਾਵੇਂ ਕਈ ਸਾਧਨ ਨੇ ਕਿ ਅਸੀਂ ਨੈਟ ਤੋਂ ਜਿਹੜਾ ਸੁਣ ਸਕਦੇ ਹਾਂ, ਕਿਸੇ ਤੋਂ ਦੇਖ ਸਕਦੇ ਹਾਂ ਪਾਠ, ਪਰ ਉਸ ਤਰ੍ਹਾਂ ਦੀ ਸੰਥਿਆ ਜਿਹੜੀ ਬੈਠ ਕੇ ਲੈਣੀ ਜਾਂ ਇਸ ਤਰ੍ਹਾਂ ਇਕੱਲੇ ਸ਼ਬਦ ਨੂੰ ਪੜ੍ਹ ਕੇ, ਤਾਂ ਉਹ ਬਹੁਤ ਜ਼ਿਆਦਾ ਜ਼ਰੂਰੀ ਸੀ। ਸੋ ਇਹ ਸੱਚਮੁੱਚ ਆ ਜਿਹੜਾ ਅਲੋਪ ਹੁੰਦਾ ਜਾ ਰਿਹਾ ਹੈ। ਤਕਰੀਬਨ ਸਾਡੇ ਗੁਰਦੁਆਰਾ ਸਾਹਿਬ 'ਚ ਵੀ ਇੱਕ ਵੀਰ ਹੈ ਨੇ, ਪਰ ਉਹ ਜਿਵੇਂ ਥੋੜਾ ਸਮਾਂ ਸੰਥਿਆ ਤੇ ਲਾਉਂਦੇ ਆ, ਥੋੜੇ ਬੱਚੇ ਆਉਂਦੇ ਆ, ਸੰਥਿਆ ਲੈਣ ਦੀ ਵੀ ਕੋਈ ਉਨੀ ਖੇਚਲ ਨਹੀਂ ਕਰਦਾ, ਤੇ ਸੰਥਿਆ ਦੇਣ ਵਾਲੇ ਵੀ ਬਹੁਤ ਘੱਟ ਨੇ। ਸੋ ਏਦਾਂ ਹੋਣਾ ਚਾਹੀਦਾ ਹੈ। ਜੋ ਵਿਦਿਆ ਨੇ ਸਕੂਲਾਂ ਦੀ ਗੱਲ ਕੀਤੀ ਹੈ, ਤਾਂ ਜਿਹੜਾ ਸਕੂਲ ਹੈ ਜਿਹੜੇ ਚੱਲ ਰਹੇ ਆ ਉਹ ਆ ਕੇ ਦੇਖ ਵੀ ਸਕਦੇ ਹੋ। ਤੇ ਲੁਧਿਆਣੇ ਚੱਜੀ ਫਾਊਂਡੇਸ਼ਨ ਗੁਰੂ ਨਾਨਕ ਅਕੈਡਮੀ ਜਿਹੜੀ ਚੱਲ ਰਹੀ ਹੈ, ਤੇ ਉੱਥੇ ਸੰਥਿਆ ਵੀ ਦਿੱਤੀ ਜਾ ਰਹੀ ਹੈ। ਪਰ ਜਿਵੇਂ ਵੀ ਸਾਰੇ ਹੀ ਆ ਸਕਦੇ ਆ, ਸਾਰੇ ਨਹੀਂ, ਸਕੂਲ ਵਾਲੇ ਬੱਚੇ ਆ ਜਿਹੜੇ ਉਹ ਸੰਥਿਆ ਵੀ ਲੈਂਦੇ ਆ, ਗੁਰਮੁਖੀ ਵੀ ਪੜ੍ਹਦੇ ਆ, ਗੁਰਬਾਣੀ ਵੀ ਕੰਠ ਕਰਦੇ, ਨਿਤਨੇਮ ਵੀ ਕਰਦੇ ਆ। ਸੋ ਬਹੁਤ ਬਹੁਤ ਧੰਨਵਾਦ ਅੱਜ ਕੁਝ ਪੰਜਾਬ ਦੇ ਵੱਲੋਂ। ਤੇ ਬੱਚਿਆਂ ਨੂੰ ਇੱਕ ਅਨਾਉਂਸਮੈਂਟ ਹੈ ਜੀ, ਜ਼ਰੂਰੀ ਸੂਚਨਾ। ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਸਵਾਲ ਜਵਾਬ ਮੁਕਾਬਲੇ ਕਰਵਾਏ ਜਾ ਰਹੇ ਹਨ। 31 ਦਸੰਬਰ ਦਿਨ ਵੀਰਵਾਰ ਨੂੰ ਉਹਦਾ ਆਨਲਾਈਨ ਪੇਪਰ ਹੋਵੇਗਾ ਜੀ। ਸਿਲੇਬਸ ਦੀ ਕਿਤਾਬ ਦੀ ਭੇਟ ਆ ਜਿਹੜੀ 20 ਰੁਪਏ ਹੋਵੇਗੀ। ਜੋ ਵਿਦਿਆਰਥੀ ਮੁਕਾਬਲੇ ਦੇ ਵਿੱਚ ਭਾਗ ਲੈਣਾ ਚਾਹੁੰਦਾ ਹੈ, ਉਹ ਇੱਕ ਲਿੰਕ ਭੇਜਿਆ ਜਾਂਦਾ ਹੈ, ਕਿ ਉਸ ਲਿੰਕ ਤੇ ਫਾਰਮ ਹੈ ਜਿਹੜਾ ਆਪਣਾ ਭਰ ਸਕਦਾ ਹੈ। ਫਾਰਮ ਦੀ ਲਾਸਟ ਡੇਟ 8 ਨਵੰਬਰ ਹੈ ਜੀ। ਸਿਲੇਬਸ ਹੈ ਤੀਜੀ ਕਲਾਸ ਤੱਕ ਦੇ ਵਿਦਿਆਰਥੀ 1 ਤੋਂ 60 ਨੰਬਰ ਤੱਕ ਜਿਹੜੇ ਸਵਾਲ ਯਾਦ ਕਰਨਗੇ। ਗਰੁੱਪ B ਵਿੱਚ ਚੌਥੀ, ਪੰਜਵੀਂ ਅਤੇ 6ਵੀਂ ਕਲਾਸ ਦੇ ਵਿਦਿਆਰਥੀ 1 ਨੰਬਰ ਤੋਂ ਲੈ ਕੇ 150 ਤੱਕ ਸਵਾਲ ਜਵਾਬ ਯਾਦ ਕਰਨਗੇ ਜੀ। ਗਰੁੱਪ C ਦੇ ਵਿੱਚ 7ਵੀਂ, 8ਵੀਂ ਅਤੇ 9ਵੀਂ ਕਲਾਸ ਦੇ ਵਿਦਿਆਰਥੀ 1 ਤੋਂ ਲੈ ਕੇ 250 ਤੱਕ ਦੇ ਸਵਾਲ ਜਵਾਬ ਯਾਦ ਕਰਨਗੇ। ਗਰੁੱਪ D ਦੇ ਵਿੱਚ 10ਵੀਂ, 11ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀ 1 ਤੋਂ ਲੈ ਕੇ 400 ਤੱਕ ਸਵਾਲ ਜਵਾਬ ਯਾਦ ਕਰਨਗੇ। ਸਿਲੇਬਸ ਹੈ ਜੀ ਗਰੁੱਪ E 12ਵੀਂ ਕਲਾਸ ਤੋਂ ਉੱਪਰ ਦੇ ਵਿਦਿਆਰਥੀ 1 ਤੋਂ ਲੈ ਕੇ 550 ਸਵਾਲ ਜਵਾਬ ਯਾਦ ਕਰਨਗੇ। ਗਰੁੱਪ F ਦੇ ਵਿੱਚ 25 ਸਾਲ ਤੋਂ ਉੱਪਰ ਦੀਆਂ ਸੰਗਤਾਂ ਜਿਨ੍ਹਾਂ ਨੇ ਪੂਰੀ ਬੁੱਕ 1 ਤੋਂ ਲੈ ਕੇ 550 ਤੱਕ ਸਵਾਲ ਜਵਾਬ ਯਾਦ ਕਰਨਗੇ। ਰਜਿਸਟ੍ਰੇਸ਼ਨ ਨੰਬਰ ਪ੍ਰਾਪਤ ਕਰਨ ਦੇ ਲਈ ਇੱਕ ਲਿੰਕ ਦਿੱਤਾ ਗਿਆ ਹੈ, ਜਿਸ ਦੇ ਵਿੱਚ ਤੁਸੀਂ ਉੱਥੋਂ ਸਭ ਕੁਝ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ। ਜੇ ਤੁਸੀਂ ਮੁਕਾਬਲੇ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨੀ ਹੈ ਤਾਂ ਸਾਰੇ ਬੱਚੇ ਨੰਬਰ ਨੋਟ ਕਰੋ ਜੀ 78884 91761। ਮੁਕਾਬਲੇ ਦਾ ਸਮਾਂ ਜਾਂ ਹੋਰ ਜਾਣਕਾਰੀ 25 ਦਸੰਬਰ ਤੋਂ 30 ਦਸੰਬਰ ਤੱਕ ਤੁਹਾਨੂੰ ਇਸ ਨੰਬਰ ਤੇ ਮੈਸੇਜ ਕਰਕੇ ਦਿੱਤੀ ਜਾ ਸਕਦੀ ਹੈ। 12 ਜਨਵਰੀ ਨੂੰ ਇਸ ਦਾ ਜਿਹੜਾ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਣਗੇ। ਸੋ ਇਹ ਜਾਣਕਾਰੀ ਵਿੱਚ ਵੀ ਪਾ ਦਿੱਤੀ ਗਈ ਹੈ। ਬੱਚਿਆਂ ਨੂੰ ਬੇਨਤੀ ਹੈ, ਚੈਟ ਦੇ ਵਿੱਚ ਲਿੰਕ ਹੈ, ਤੁਸੀਂ ਉੱਥੋਂ ਲਿੰਕ ਵੀ ਕਾਪੀ ਕਰ ਸਕਦੇ ਹੋ ਜਿਨ੍ਹਾਂ ਕੋਲ ਹਜੇ ਤੱਕ ਲਿੰਕ ਨਹੀਂ ਆਇਆ ਜੀ। ਤੇ ਇਹਨੂੰ ਵੱਧ ਤੋਂ ਵੱਧ ਆਪਣੇ ਰਿਸ਼ਤੇਦਾਰਾਂ ਵਿੱਚ ਤੇ ਆਪਣੇ ਫਰੈਂਡ ਸਰਕਲ ਦੇ ਵਿੱਚ ਇਹਨੂੰ ਸਰਕੂਲੇਟ ਕਰੀਏ ਜੀ। ਹਾਂਜੀ, ਕੋਈ ਸਵਾਲ? ਹਾਂਜੀ, ਹੁਣ ਬੱਚਿਆਂ ਦੇ ਜਿਹੜੇ ਹੈਂਡ ਰੇਜ਼ ਨੇ ਆਪਾਂ ਉਹ ਲਵਾਂਗੇ ਜੀ। ਜਿਹੜੇ ਬੱਚੇ ਸਵਾਲ ਕਰਨਾ ਚਾਹੁੰਦੇ ਆ ਉਹੀ ਆਪਣਾ ਹੈਂਡ ਰੇਜ਼ ਕਰਨਗੇ ਜੀ। ਹਾਂਜੀ ਹਾਂਜੀ ਬੇਟਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ, ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗੀ। ਤੁਸੀਂ ਸਾਨੂੰ ਮੈਂ ਸੱਚੀ ਦੱਸਦੀ ਹਾਂ ਕਿ ਮੈਨੂੰ ਇਸ ਇਤਿਹਾਸ ਦਾ ਬਿਲਕੁਲ ਨਹੀਂ ਸੀ ਪਤਾ, ਤੇ ਜੋ ਆਪ ਜੀ ਨੇ ਅੱਜ ਦੱਸਿਆ ਹੈ। ਤੇ ਮੇਰਾ ਕੁਐਸਚਨ ਸੀ ਕਿ ਜਿਹੜਾ ਆਪ ਜੀ ਨੇ ਇੱਕ ਆਖੀ ਦੱਸੀ ਸੀ ਕਿ ਸੁਖਮਨੀ ਸਾਹਿਬ ਜੀ ਦਾ ਜਿਨ੍ਹਾਂ ਦੇ ਕੋਲ ਗੁਟਕਾ ਸਾਹਿਬ ਨਹੀਂ ਸੀ, ਉਹਨਾਂ ਨੂੰ ਸੁਖਮਨੀ ਸਾਹਿਬ ਜੀ ਦਾ ਗੁਟਕਾ ਆਪ ਲਿਖ ਕੇ 2 ਦਿਨਾਂ ਦੇ ਵਿੱਚ ਤਿਆਰ ਕਰਕੇ ਦਿੱਤਾ ਸੀ। ਜਿਨ੍ਹਾਂ ਨੇ ਤਿਆਰ ਕਰਕੇ ਦਿੱਤਾ ਸੀ ਉਹਨਾਂ ਦਾ ਨੇਮ ਕੀ ਸੀ? ਭਾਈ ਆਸਾ ਰਾਮ ਜੀ। ਬੇਟਾ ਭਾਈ ਆਸਾ ਰਾਮ ਸੇਵਾਪੰਥੀ ਸਾਧੂ ਸੀ। ਮੇਰੀ ਆਵਾਜ਼ ਆ ਗਈ ਬੇਟਾ? ਹਾਂਜੀ ਸਰ, ਥੈਂਕ ਯੂ। ਹਾਂ, ਭਾਈ ਆਸਾ ਰਾਮ ਸੇਵਾਪੰਥੀ ਸਾਧੂ ਸਨ। ਇਹਨਾਂ ਨੂੰ ਸੇਵਾ ਪੰਥ ਦੇ ਅਨਮੋਲ ਹੀਰੇ ਕਿਹਾ ਜਾਂਦਾ ਹੈ। ਹਾਂਜੀ ਬੇਟਾ ਜੀ। ਹਾਂ ਬੇਟਾ, ਅੱਗੇ ਸ਼ਾਬਾਸ਼।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਫਤਿਹ। ਸਰ ਟਕਸਾਲ ਦਾ ਮਤਲਬ ਕੀ ਹੈ ਜੀ? ਤੁਸੀਂ ਪੁੱਛਿਆ ਟਕਸਾਲ ਦਾ ਮਤਲਬ ਕੀ? ਹਾਂਜੀ। ਹਾਂ ਬੇਟਾ, ਟਕਸਾਲ ਦਾ ਮਤਲਬ ਗੁਰਬਾਣੀ ਦੇ ਵਿੱਚ ਇਹ ਹੁੰਦਾ ਜਿੱਥੋਂ ਜੀਵਨ ਕਢਿਆ ਜਾਂਦਾ ਹੈ ਨਾ, ਸੱਜਤ ਪਹਾਰਾ ਧੀਰ ਸੁਨਿਆਰ। ਆਪਾਂ ਇੱਥੇ ਵਰਤ ਲਿਆ ਸਥਾਨ ਦੇ ਨਾਂ ਤੇ, ਗੁਰੂ ਦੀ ਸੰਗਤ ਸੀ ਬਸ। ਕਰਤਾਰਪੁਰ ਦਾ ਥਾਂ। ਹਾਂ ਬੇਟਾ, ਆਵਾਜ਼ ਨਹੀਂ ਆ ਰਹੀ। ਮੈਨੂੰ ਬੇਟਾ ਆਵਾਜ਼ ਨਹੀਂ ਆਈ। ਬੇਟਾ ਅਨਮਿਊਟ ਕਰੋ। ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਾਬਾਸ਼। ਸਰ ਮੇਰਾ ਕੁਐਸਚਨ ਇਹ ਸੀ ਕਿ ਜੋ ਸੂਰਜ ਪ੍ਰਕਾਸ਼ ਗ੍ਰੰਥ ਹੈ ਉਹ ਹਾਂਜੀ, ਗੁਰੂ ਗ੍ਰੰਥ ਸਾਹਿਬ ਨਾਲੋਂ ਵੱਖਰਾ ਕਿਉਂ ਆ? ਵੈਰੀ ਗੁੱਡ, ਬੜਾ ਅੱਛਾ ਸਵਾਲ ਕੀਤਾ ਬੇਟਾ। ਉਹ ਬੇਟਾ ਇਤਿਹਾਸ ਦਾ ਗ੍ਰੰਥ ਹੈ, ਇਤਿਹਾਸ ਨਾਲ ਸੰਬੰਧਿਤ ਹੈ। ਉਹ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ, ਇਹ ਸਾਡੇ ਬਾਣੀ ਹੈ। ਉਹ ਇਤਿਹਾਸ ਦੀ ਹਿਸਟਰੀ ਹੈ, ਇੱਕੋ ਨਵੇਂ ਨਾਲੇ ਉਹ ਹੁਣੇ ਲਿਖਿਆ ਗਿਆ, ਉਹ ਤਾਂ 100 ਸਾਲ ਪੁਰਾਣੀ ਗੱਲ ਹੈ। ਬਹੁਤ ਅੱਛਾ, ਸ਼ਾਬਾਸ਼। ਹਾਂਜੀ ਬੇਟਾ ਜੀ। ਹਾਂ ਬੇਟਾ ਬੋਲੋ। ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਰ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਾਨੂੰ ਗੁਰਬਾਣੀ ਸੰਥਿਆ ਦੇ ਬਾਰੇ ਇੰਨੀ ਸੰਖੇਪ ਦੇ ਵਿੱਚ ਜਾਣਕਾਰੀ ਦਿੱਤੀ। ਸਰ ਮੇਰਾ ਕੁਐਸਚਨ ਇਹ ਹੈ ਕਿ ਕੀ ਸਾਰੇ ਗੁਰੂਆਂ ਨੇ ਟਕਸਾਲ ਦੀ ਸਥਾਪਨਾ ਕੀਤੀ ਸੀ? ਬੇਟਾ ਆਪਾਂ ਟਕਸਾਲ ਤੋਂ ਭਾਵ ਲੈ ਰਹੇ ਹਾਂ ਸਥਾਨ, ਕੇਂਦਰ। ਠੀਕ ਹੈ ਨਾ, ਕਿ ਮੈਨੂੰ ਦੱਸਣਾ ਚਾਹੀਦਾ ਸੀ, ਤੁਸੀਂ ਬਹੁਤ ਸੋਹਣਾ ਧਿਆਨ ਦਿਵਾਇਆ, ਮੈਂ ਅੱਗੇ ਤੋਂ ਧਿਆਨ ਰੱਖਾਂਗਾ। ਜਾਣੀ ਗੁਰੂ ਸਾਹਿਬ ਨੇ ਆਪਣਾ ਜਿਹੜਾ ਕੇਂਦਰ ਬਣਾਇਆ ਸਿੱਖੀ ਦਾ, ਉਹਨੂੰ ਆਪਾਂ ਟਕਸਾਲ ਕਹਿ ਰਹੇ ਹਾਂ। ਭਾਈ ਗੁਰਦਾਸ ਜੀ ਨੇ ਟਕਸਾਲ ਸ਼ਬਦ ਵਰਤਿਆ ਸੀ ਉਹਦੇ ਲਈ। ਓਦਾਂ ਸਥਾਨ ਦਾ ਨਾਂ ਹੈ, ਜਿਵੇਂ ਕਰਤਾਰਪੁਰ, ਗੋਇੰਦਵਾਲ, ਖਡੂਰ ਸਾਹਿਬ, ਸਥਾਨ ਦੇ ਕੇਂਦਰ ਨੂੰ ਕਹਿ ਰਹੇ ਹਾਂ ਅਸੀਂ ਟਕਸਾਲ। ਓਦਾਂ ਟਕਸਾਲ ਦਾ ਮਤਲਬ ਇਹ ਨਹੀਂ ਕੋਈ ਸੰਸਥਾ ਬਣਾਈ, ਸਿੱਖੀ ਦੀ ਟਕਸਾਲ ਦਾ ਕੇਂਦਰ। ਵੈਰੀ ਗੁੱਡ, ਬਹੁਤ ਅੱਛਾ ਸਵਾਲ। ਹਾਂ ਬੇਟਾ, ਸ਼ਾਬਾਸ਼, ਬੋਲੋ। ਹਾਂਜੀ ਸਰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਾਬਾਸ਼ ਹਾਂਜੀ ਸਰ, ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਨਾ ਚਾਹੁੰਦੀ ਕਿ ਬੇਟਾ। ਤੁਸੀਂ ਸਾਨੂੰ। ਤੁਸੀਂ ਪ੍ਰਬੰਧਕਾਂ ਦਾ ਧੰਨਵਾਦ ਕਰਿਆ ਕਰੋ, ਠੀਕ ਹੈ, ਮੇਰਾ ਨਹੀਂ ਕਰਨਾ। ਤੇ ਸਰ ਮੇਰਾ ਕੁਐਸਚਨ ਇਹ ਸੀ ਕਿ ਰਤਨ ਤੋਂ ਮਤਲਬ ਕੀ ਹੁੰਦਾ ਹੈ? ਹਾਂ, ਰਤਨ, ਹੀਰਾ ਸੁਣਿਆ? ਹੀਰਾ, ਲਾਲ, ਰਤਨ, ਜਵੇਹਰ, ਮਾਣਕ। ਹਾਂਜੀ। ਬਸ ਉਵੇਂ ਇੱਕ ਰਤਨ ਹੁੰਦਾ ਜਿਵੇਂ ਹੀਰਾ ਹੁੰਦਾ, ਮਤਲਬ ਕੀਮਤੀ ਚੀਜ਼। ਕਹਿਣ ਦਾ ਭਾਵ ਹੈ ਕੀਮਤੀ, ਵੈਲਿਊਏਬਲ। ਹਾਂਜੀ ਬੇਟਾ, ਆਵਾਜ਼ ਨਹੀਂ ਆ ਰਹੀ। ਪਤਾ ਨਹੀਂ ਲੱਗਿਆ ਤੁਸੀਂ ਕੀ ਕਿਹਾ ਹੈ। ਬੇਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਰ ਐਮ ਆਈ ਆਡੀਬਲ? ਆਵਾਜ਼ ਆ ਰਹੀ ਹੈ ਸਰ? ਹਾਂ, ਆ ਗਈ, ਆ ਗਈ। ਸਰ ਮੇਰੇ ਦੋ ਕੁਐਸਚਨ ਸੀ। ਸਰ ਇੱਕ ਕਿ ਜਦੋਂ ਅਰਜਨ ਸਾਹਿਬ ਜੀ ਨੇ, ਜਦੋਂ ਆਦਿ ਗ੍ਰੰਥ ਸਾਹਿਬ ਜੀ ਦਾ ਜਦੋਂ ਉਹਨਾਂ ਨੇ ਬੀੜ ਲਿਖਵਾ ਰਹੇ ਸੀ, ਤਾਂ ਭਾਈ ਗੁਰਦਾਸ ਜੀ ਦੇ ਨਾਲ ਉਹਨਾਂ ਨੇ ਜਿਹੜੇ ਹੈਲਪ ਕੀਤੀ ਸੀ ਹੋਰ ਸਿੱਖਾਂ ਨੇ, ਉਹਨਾਂ ਦਾ ਨਾਮ ਰਿਪੀਟ ਕਰ ਦਿਓ। ਐਂਡ ਤੇ ਗੁਰੂ ਹਰਿਰਾਏ ਸਾਹਿਬ ਜੀ ਦੀ, ਜੋ ਆਪ ਜੀ ਨੇ ਦੱਸਿਆ ਕਿ ਸਿੱਖ ਸੀ, ਉਹ ਉਹਨਾਂ ਦਾ ਨਾਮ ਵੀ ਦੱਸ ਦਿਓ, ਐਂਡ ਉਹ ਕੀ ਕੰਮ ਕਰਦੇ ਸੀ ਇਹ ਵੀ ਪਲੀਜ਼ ਦੱਸ ਦਿਓ। ਅੱਛਾ ਅੱਛਾ, ਤੁਸੀਂ ਮੈਨੂੰ ਮਤਲਬ ਕਿ ਬੜੇ ਔਖੇ ਕੁਐਸਚਨ ਕਰ ਰਹੇ ਹੋ ਵੀ। ਮੈਂ ਇੰਨਾ ਉਹ ਨਹੀਂ ਪੜ੍ਹਿਆ ਲਿਖਿਆ ਨਹੀਂ ਹੈਗਾ ਹੈ। ਬੇਟਾ ਉਹਨਾਂ ਦੇ ਨਾਂ ਸੀਗੇ ਭਾਈ ਸੰਤ ਦਾਸ, ਭਾਈ ਹਰੀਆ ਜੀ, ਭਾਈ ਸੁੱਖਾ ਜੀ, ਭਾਈ ਮਨਸਾ ਰਾਮ। ਤੁਸੀਂ ਐਂ ਕਰੋ, ਆਪਣਾ ਮੇਲ ਸੈਂਡ ਕਰ ਦਿਓ, ਮੈਂ ਪੇਪਰ ਹੀ ਭੇਜ ਦੇਵਾਂਗਾ, ਉਹ ਤੋਂ ਦੇਖ ਕੇ ਲਿਖ ਲਿਓ ਸਾਰੇ। ਤੇ 7ਵੇਂ ਪਾਤਸ਼ਾਹ ਹਜ਼ੂਰ ਦੇ ਬੀਬੀ ਦਾ ਨਾਂ ਸੀ ਬੀਬੀ ਰੂਪ ਕੌਰ। ਇੱਕ ਬੱਚੀ ਸੀ, ਇੱਕ ਦੀਪ ਕੌਰ ਵੀ ਹੋਈ ਹੈ। ਹਾਂਜੀ, ਔਖਾ ਸਵਾਲ ਨਹੀਂ ਕਰਨਾ ਵੀ ਮੈਨੂੰ, ਹੈ ਮੈਂ ਫਸ ਜਾ, ਫਿਰ ਸੌਖਾ ਕੁਐਸਚਨ ਕਰਨਾ ਹੈ। ਚਲੋ ਸ਼ਾਬਾਸ਼। ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਰ ਇੱਕ ਸ਼ਬਦ ਤੁਸੀਂ ਹਵਾਲਾ ਬਹੁਤ ਵਾਰੀ ਵਰਤਿਆ ਸੀ ਅੱਜ ਦੇ ਸੈਸ਼ਨ ਵਿੱਚ, ਉਹਦਾ ਅਰਥ ਕੀ ਹੈ? ਹਵਾਲਾ, ਆਪਾਂ ਗੱਲ ਇਹ ਸੂਚਨਾ ਕਿੱਥੋਂ ਲਈ, ਠੀਕ ਹੈ। ਕਿੱਥੋਂ ਮਿਲਿਆ ਸਾਨੂੰ ਇਹ ਗੱਲ, ਜਿਹੜੀ ਮੈਂ ਤੁਹਾਨੂੰ ਕਹਾਣੀ ਸੁਣਾਈ ਹੈ ਕਿੱਥੋਂ ਲੱਭੀ, ਉਹਦਾ ਹਵਾਲਾ ਕੀ ਹੈ? ਰੈਫਰੈਂਸ, ਸਰੋਤ,
ਮਤਲਬ ਜਿਹੜੀ ਗੱਲ ਸੁਣਾਈ ਮੈਂ ਭਾਈ ਗੁਰਦਾਸ ਜੀ ਤੋਂ ਪੜ੍ਹ ਕੇ ਸੁਣਾਈ, ਸਿੱਖਾਂ ਦੀ ਭਗਤਮਾਲਾ, ਇਹ ਪੁਰਾਣੇ ਗ੍ਰੰਥਾਂ ਦੇ ਨਾਂ ਨੇ, ਉਹ ਤਾਂ ਵਰਤਿਆ ਜਾਂਦਾ ਸੀਗਾ। ਸ਼ਾਬਾਸ਼, ਬਹੁਤ ਅੱਛਾ ਵਾਹਿਗੁਰੂ ਜੀ ਸਵਾਲ। ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਜਿਹੜਾ ਗ੍ਰੰਥ ਰਤਨ ਆ ਹਾਂ ਹਾਂ, ਹਨਾ, ਉਹ ਹੁਣ ਕਿਉਂ ਨਹੀਂ ਮੰਨਿਆ ਜਾਂਦਾ? ਕਿਵੇਂ? ਮੈਂ ਸਮਝਿਆ ਨਹੀਂ ਕੁਐਸਚਨ ਰਤਨ ਬੇਟਾ। ਗ੍ਰੰਥ, ਜਿਹੜਾ ਰਤਨ ਗ੍ਰੰਥ ਤੁਸੀਂ ਨਾਮ ਲਿਆ ਸੀ ਵਿੱਚ। ਅੱਛਾ ਅੱਛਾ, ਉਹ ਬੇਟਾ ਲੱਭ ਨਹੀਂ ਰਿਹਾ, ਹੁਣ ਗੁੰਮ ਹੋ ਗਿਆ ਸਾਡੇ ਤੋਂ। ਉਹ ਮੈਂ ਤੁਹਾਨੂੰ ਦੱਸਦਾ, ਤੁਸੀਂ ਮੈਨੂੰ ਲੱਗਦਾ ਭਾਈ ਵਿਸ਼ਨ ਸਿੰਘ ਦੇ ਦੀ ਗੱਲ ਕਰੀ ਹੋਣੀ ਹੈ, ਗੁਰਰਤਨ ਪ੍ਰਕਾਸ਼, ਹਨਾ? ਹਾਂਜੀ। ਉਹ ਬੇਟਾ ਪੁਰਾਣੇ ਗ੍ਰੰਥ ਹੱਥਾਂ ਨਾਲ ਲਿਖਦੇ ਹੁੰਦੇ ਸੀ ਉਦੋਂ, ਅੱਜ ਕੱਲ੍ਹ ਵਾਂਗੂ ਛਾਪਾ ਤਾਂ ਹੈ ਨਹੀਂ ਸੀਗਾ, ਉਹ ਇੱਕ ਅੱਧੇ ਲਿਖਿਆ ਜਾਂਦਾ ਸੀ। ਉਹ 47 ਵਾਪਰ ਗਿਆ, ਲੁੱਟਾਂ ਖੁੱਟਾਂ ਹੋ ਗਈਆਂ, 84 ਵਾਪਰ ਗਿਆ, 66 ਵਾਪਰ ਗਿਆ, ਕਿੰਨੇ ਤਾਂ ਘੱਲੂ ਘਾਰੇ ਵਾਪਰ ਗਏ, ਸਾਡੇ ਕੋਲੋਂ ਬਹੁਤ ਸਾਰਾ ਲਿਟਰੇਚਰ ਨਸ਼ਟ ਹੋ ਗਿਆ। ਠੀਕ ਹੈ ਵਾਹਿਗੁਰੂ। ਹਾਂ, ਬਹੁਤ ਅੱਛਾ, ਸ਼ਾਬਾਸ਼, ਬੜਾ ਮਜ਼ਾ ਆ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੱਖੂ ਤੋਂ। ਸਰ ਮੇਰਾ ਇਹ ਸਵਾਲ ਹੈ ਕਿ ਜਿਹੜੇ ਵੀ ਹਾਂਡੇ ਹੁੰਡੇ ਖਾਂਦੇ ਆ ਨਾਲੇ ਪਾਠ ਕਰਦੇ ਆ, ਉਹਨਾਂ ਨੂੰ ਕਿਵੇਂ ਹਟਾ ਸਕਦੇ ਆ? ਦੁਬਾਰਾ ਬੋਲਣਾ ਬੇਟਾ, ਪਾਠ ਕਰਨੇ ਆ। ਸਰ ਜਿਹੜੇ ਵੀ ਗੰਦਾ ਸਮਾਨ ਖਾਂਦੇ, ਮੀਟ ਮੂਟ, ਉਹਨਾਂ ਨੂੰ ਨਾਲੇ ਉਹ ਪਾਠ ਕਰਦੇ, ਉਹਨਾਂ ਨੂੰ ਕਿਵੇਂ ਹਟਾ ਸਕਦੇ ਆਪਾਂ? ਬੇਟਾ ਉਹਨਾਂ ਨੂੰ ਆਪਾਂ ਪਿਆਰ ਨਾਲ ਹਟਾ ਸਕਦੇ ਹਾਂ, ਬੇਨਤੀ ਕਰ ਸਕਦੇ ਹਾਂ, ਸਮਝਾ ਸਕਦੇ ਹਾਂ। ਤੁਹਾਡੇ ਵਰਗੇ ਗੁਰਮੁਖ ਸਿਆਣੇ ਬੱਚੇ ਪੜ੍ਹੇ ਲਿਖੇ ਜਦੋਂ ਬੋਲਣਗੇ, ਸਮਝਾਉਣਗੇ, ਉਹ ਠੀਕ ਹੋ ਜਾਣਗੇ। ਸਰ ਹੁਣ ਮੇਰੀ ਆਵਾਜ਼ ਆ ਰਹੀ ਆ? ਹੈ ਸਰ ਮੇਰੀ ਆਵਾਜ਼ ਆ ਰਹੀ ਆ ਤੁਹਾਨੂੰ? ਹਾਂ ਬੇਟਾ, ਬਿਲਕੁਲ ਆ ਰਹੀ ਹੈ, ਹੁਣ ਆਈ ਹੈ। ਸਰ ਮੇਰਾ ਕੁਐਸਚਨ ਇਹ ਸੀ ਕਿ ਸਾਨੂੰ ਸਕੂਲ 'ਚ ਜਦੋਂ ਸੰਥਿਆ ਦਿੱਤੀ ਗਈ ਸੀ, ਸਾਨੂੰ ਦੋ ਗੁਟਕਾ ਸਾਹਿਬ, ਸਰ ਅੱਡ ਗੁਟਕਾ ਸਾਹਿਬ ਸੀ ਸਾਡੇ ਸਾਰਿਆਂ ਦੇ ਹੱਥ ਵਿੱਚ, ਐਂਡ ਸਰ ਉਹਦੇ ਵਿੱਚ ਸਰ ਹਰ ਇੱਕ ਗੁਟਕਾ ਸਾਹਿਬ ਦੇ ਉੱਪਰ ਅੱਡ ਕੁਐਸਚਨ ਮੀਨ ਸਰ ਅੱਡ ਸਪੈਲਿੰਗ ਸੀ। ਸਰ ਮੀਨਸ ਆਪਾਂ ਹਥਿਆਰ ਪੜ੍ਹਦੇ ਹਾਂ ਨਾ ਸਰ ਜਪਜੀ ਸਾਹਿਬ ਵਿੱਚ, ਸਰ ਦਮਦਮੀ ਟਕਸਾਲ ਦੀ ਗੁਟਕਾ ਸਾਹਿਬ ਤੇ ਲਿਖਿਆ ਸੀ ਹਥਿਆਰ, ਅਤੇ ਸਰ ਜਿਹੜੀ ਅੰਮ੍ਰਿਤਸਰ ਦੀ ਟਕਸਾਲ ਗੁਟਕਾ ਸਾਹਿਬ ਸੀ ਉਹ ਤੇ ਹਥਿਆਰ ਲਿਖਿਆ ਸੀ। ਸਰ ਮੀਨਸ ਕਾਫੀ ਸਪੈਲਿੰਗ ਗਲਤ ਸੀ ਸਰ, ਜਾਪ ਸਾਹਿਬ ਵਿੱਚ ਵੀ ਸਰ ਮੈਚ ਨਹੀਂ ਹੋ ਰਹੀ ਸੀ ਸਪੈਲਿੰਗ, ਸਰ ਸਪੈਲਿੰਗ ਮਿਸਟੇਕ ਆ ਰਹੀ ਸੀ। ਬੇਟਾ ਉਹਨਾਂ ਨੂੰ ਨਾ ਛਾਪਣ ਵਾਲਿਆਂ ਨੂੰ ਧਿਆਨ, ਆਪਾਂ ਨੂੰ SGPC ਜੋ ਛਾਪਦੀ ਹੈ ਨਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿਰਫ ਉਹਨੂੰ ਫੋਲੋ ਕਰਨਾ ਚਾਹੀਦਾ ਹੁੰਦਾ ਹੈ। ਕਈ ਕਾਹਲ 'ਚ ਛਾਪ ਦਿੰਦੇ ਨੇ, ਕਾਹਲੀ ਕਰ ਲੈਂਦੇ ਨੇ। ਅੱਜ ਕੱਲ੍ਹ ਜਿਵੇਂ ਆਪਾਂ ਨੂੰ ਬਾਹਲੀ ਕਾਹਲੀ ਹੈ ਨਾ ਵੀ ਇੰਨਿਆਂ ਨੂੰ ਸੰਥਿਆ ਦੇ ਦਈਏ, ਇੰਨੇ ਸਕੂਲ ਬਣਾ ਦਈਏ, ਇੰਨੇ ਅਸੀਂ ਆਹ ਕਰ ਦਈਏ, ਤਾਂਹੀਓ ਤਾਂ ਸਾਡੇ ਪੱਲੇ ਨਹੀਂ ਪੈ ਰਿਹਾ, ਅਸੀਂ ਬਾਹਲੀ ਕਾਹਲੀ ਕਰ ਰਹੇ ਹਾਂ। ਉਹਨਾਂ ਨੂੰ ਨਾ ਮੈਨੂੰ ਲੱਗਦਾ ਵੀ ਉਹ ਛਾਪਣ ਵੇਲੇ ਕਾਹਲੀ ਕਰੀ ਗਈ ਹੈ। ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਪੇ ਗੁਟਕੇ ਪੜਿਆ ਕਰੋ। ਫਿਰ ਵੀ ਤੁਸੀਂ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਬੇਟਾ? ਇਹ ਕੁਐਸਚਨ ਮੈਂ ਧਿਆਨ ਦੇਵਾਂ ਕਿ ਕਿਹੜੇ ਸਕੂਲ ਦੀ ਗੱਲ ਹੈ ਇਹ? ਮੇਰਾ ਆਵਾਜ਼ ਸ਼ਾਇਦ ਗਈ ਨਹੀਂ। ਚਲੋ ਹੋਰ ਨੈਕਸਟ, ਅਗਲਾ। ਹਾਂਜੀ, ਖੁਸ਼ਦੀਪ ਕੌਰ। ਵਾਹਿਗੁਰੂ ਜੀ ਖੁਸ਼ਦੀਪ ਕੌਰ, ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੋਲੋ ਬੇਟਾ, ਸ਼ਾਬਾਸ਼। ਤਾਂ ਮੇਰਾ ਕੁਐਸਚਨ ਇਹ ਸੀਗਾ ਵੀ ਜੋ ਆਪ ਜੀ ਨੇ ਦੱਸਿਆ ਸੀਗਾ ਵੀ ਭਾਈ ਗੁਰਦਾਸ ਜੀ ਤੋਂ ਬਾਅਦ ਕੱਟ ਗਿਆ। ਹਾਂਜੀ ਸਰ, ਮੇਰਾ ਕੁਐਸਚਨ ਇਹ ਸੀ ਕਿ ਭਾਈ ਗੁਰਦਾਸ ਜੀ ਦੇ ਚਾਚਾ ਜੀ ਦੇ ਪੁੱਤਰ ਭਾਈ ਹਿਰਦਾ ਜੀ ਬਾਰੇ ਦੱਸ ਰਹੇ ਸੀ ਸਰ, ਇੱਕ ਵਾਰ ਦੁਬਾਰਾ ਰਿਪੀਟ ਕਰਿਓ ਜੀ। ਹਾਂ, ਉਹ ਚਾਚੇ ਦਾ ਪੁੱਤ ਸੀ ਹਿਰਦੇ ਰਾਮ। ਉਹ ਵੀ ਗੋਇੰਦਵਾਲ ਟਕਸਾਲ ਦਾ ਵਿਦਿਆਰਥੀ ਸੀ। ਗੋਇੰਦਵਾਲ ਪੜ੍ਹਦਾ ਸੀ ਗੁਰੂ ਅਮਰਦਾਸ ਜੀ ਦੇ ਕੋਲੇ। ਪਾਂਧਾ ਬੂਲਾ ਉਹਨਾਂ ਦਾ ਟੀਚਰ ਸੀ, ਬੂਲਾ, ਭਾਈ ਬੂਲਾ। ਬਸ ਆਪਾਂ ਇੰਨੇ ਦੱਸਿਆ ਸੀ ਵੀ ਸੰਥਿਆ ਦਿੰਦੇ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਮੇਰਾ ਕੁਐਸਚਨ ਹੈ ਕਿ ਭਾਈ ਟਹਿਲ ਸਿੰਘ ਜੀ ਕਿੰਨੇ ਮੀਲ ਤੁਰਦੇ ਸਨ? 3 ਮੀਲ ਬੇਟਾ, 3 ਮੀਲ ਪੈਂਦਾ, 10 ਕਿਲੋਮੀਟਰ ਬਣ ਜਾਂਦਾ ਹੈ, 9 ਕਿਲੋਮੀਟਰ ਬਣ ਜਾਂਦਾ ਹੈ। ਹਾਂਜੀ ਡਾਕਟਰ ਸਾਹਿਬ। ਹਾਂਜੀ, ਵਾਹਿਗੁਰੂ ਖਾਲਸਾ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੌਣ ਜੀ ਬੋਲ ਰਹੇ ਨੇ? ਡਾਕਟਰ ਸਾਹਿਬ ਤੇਜਿੰਦਰ ਬੋਲ ਰਿਹਾ ਜੀ। ਹਾਂਜੀ, ਤੇਜਿੰਦਰਪਾਲ ਸਿੰਘ ਜੀ। ਡਾਕਟਰ ਸਾਹਿਬ ਇੱਕ ਬੇਨਤੀ ਇਹ ਸੀਗੀ, ਬੜੀ ਤੁਸੀਂ ਲੰਮੀ ਟ੍ਰੈਡੀਸ਼ਨ ਦੱਸੀ ਹੈ ਸੰਥਿਆ ਦੀ, ਪਹਿਲੀ ਵਾਰੀ ਸੁਣੀ ਆ,
ਤਾਂ ਜੀ ਆਪਾਂ ਤਾਂ ਕੱਲ ਦੀ ਗੱਲ ਸਮਝਦੇ ਸੀ, ਮਤਲਬ ਮੇਰੇ ਵਰਗੇ ਭੁੱਲੜ ਤਾਂ ਕੱਲ ਦੀ ਗੱਲ ਸਮਝਦੇ ਹੋਣਗੇ ਵੀ ਜਦੋਂ ਦੀ ਟਕਸਾਲ ਬਣੀ ਆ ਜਾਂ ਸੰਤ ਸੁੰਦਰ ਸਿੰਘ ਤੋਂ ਖਾਸ ਕਰ ਇਹ ਪਰੰਪਰਾ ਜੀ ਜਿਹੜੀ ਚੱਲੀ ਹੋਊ। ਤੁਸੀਂ ਇਹ ਜੀ ਕਿਤੇ ਤੁਹਾਡੇ ਪੜ੍ਹਨ 'ਚ ਆਇਆ ਵੀ ਸੰਥਿਆ ਦੀ ਵਿਧੀ ਕੀ ਸੀਗੀ ਜਿੰਨੇ ਤੁਸੀਂ ਹਾਂ ਰੈਫਰੈਂਸ ਕੋਡ ਕੀਤੇ? ਬਹੁਤ ਅੱਛਾ ਸਵਾਲ ਹੈ ਤੁਹਾਡਾ। ਡਿਟੇਲ ਤੁਹਾਨੂੰ ਬਹਿ ਕੇ ਦੱਸਾਂਗਾ, ਆਪਾਂ ਤਾਂ ਨੇੜੇ ਰਹਿੰਦੇ ਹਾਂ ਇੱਥੇ ਕਿਉਂਕਿ ਬੱਚੇ ਵੀ ਸੁਣ ਰਹੇ ਨੇ। ਸੰਥਿਆ ਦੀ ਵਿਧੀ ਸਮੱਸਿਆ ਉੱਥੇ ਪੈਦਾ ਹੁੰਦੀ ਹੈ ਜਿੱਥੇ ਮਤਭੇਦ ਹੋਣ। ਗੁਰੂ ਕਾਲ ਵਿੱਚ ਸੰਥਿਆ ਦੇਣ ਦਾ ਮੈਥਡ ਉਹੀ ਸੀ ਜਿਵੇਂ ਬਾਣੀ ਲਿਖੀ ਉਵੇਂ ਪੜ੍ਹਦੇ ਸੀ। ਗੁਰੂ ਮਹਾਰਾਜ ਨੇ ਜਿਵੇਂ ਲਿਖੀ ਉਵੇਂ ਪ੍ਰਵਾਨ ਕਰਦੇ ਸੀ। ਉਹਦੇ ਵਿੱਚ ਕੋਈ ਬਿੰਦੀ ਟਿੱਪੀ ਲਾਉਣ ਦਾ ਕੋਈ ਕੁਐਸਚਨ ਹੀ ਨਹੀਂ ਪੈਦਾ ਹੁੰਦਾ। ਇੱਕ ਦੂਜੀ ਗੱਲ ਇਹ ਸੀ ਵੀ ਪਹਿਲਾਂ ਮੁਹਾਰਨੀ ਸਿਖਾਉਂਦੇ ਸੀ, ਗੁਰਮੁਖੀ ਸਿਖਾਉਂਦੇ ਸੀ, ਫਿਰ ਬਾਣੀ ਪੜ੍ਹਦੇ ਸੀ। ਇਹਦੇ ਬਾਰੇ ਵੇਰਵਾ ਸਾਨੂੰ ਮਿਲ ਜਾਂਦਾ ਹੈ ਪੁਰਾਣੀਆਂ ਸਰੋਤਾਂ 'ਚ। ਕਿੱਥੇ ਕਿੱਥੇ ਮਿਲਦਾ ਮੈਂ ਤੁਹਾਨੂੰ ਕੱਲਿਆਂ ਨੂੰ ਦੱਸ ਦਾਂਗਾ। ਹਾਂਜੀ ਸ਼ਾਬਾਸ਼, ਬਹੁਤ ਬਹੁਤ ਧੰਨਵਾਦ ਵੀਰ ਜੀ ਦਾ। ਹੋ ਕਿ ਗਏ ਕੁਐਸਚਨ ਜੀ ਸਾਰੇ? ਹਾਂਜੀ ਕੁਐਸਚਨ ਤਾਂ ਹਜੇ ਰਹਿੰਦੇ ਜੀ 5 ਵਜੇ, ਫਿਰ ਬੱਚਿਆਂ ਦੀ ਨਾ ਕਲਾਸ ਲੱਗਣ ਲੱਗ ਜਾਂਦੀ ਹੈ ਜੀ। ਕਈ ਅੱਛਾ ਬੱਚੇ ਅੱਛਾ ਅਟੈਂਡੈਂਸ ਲਾਉਣ ਲੱਗ ਜਾਂਦੇ ਆ ਬੱਚੇ ਆਪਣੇ ਆਪ ਹੀ ਫਿਰ। ਅੱਛਾ 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 ਜੀ, ਕਰਕੇ ਕੋਈ ਹਾਂਜੀ ਗੱਲ ਨਹੀਂ, ਸਮਾਂ ਜਿਵੇਂ ਵੀ ਤੁਹਾਡਾ ਆਪਾਂ ਨੂੰ ਖਿਆਲ ਚੱਲਦਾ ਹੈ ਜੀ। ਬੱਚਿਆਂ ਦੇ ਸਵਾਲ ਬਹੁਤ ਨੇ, ਬੱਚਿਆਂ ਨੂੰ ਬੇਨਤੀ ਹੈ ਕਿ ਆਪਣੇ ਸਵਾਲ ਹੈ ਜਿਹੜੇ ਉਹ ਚੈਟ ਬਾਕਸ ਦੇ ਵਿੱਚ ਲਿਖ ਦੇਵੋ, ਤਾਂ ਕਿ ਕਿਸੇ ਦਿਨ ਆਪਾਂ ਫਿਰ ਬੇਨਤੀ ਕਰਾਂਗੇ ਕਿ ਸਾਡੇ ਸਵਾਲਾਂ ਦੇ ਜਵਾਬ ਹੈ ਤੇ ਉਹ ਅਸੀਂ ਇੱਕ ਦਿਨ ਸਵਾਲ ਜਵਾਬ ਦਾ ਸੈਸ਼ਨ ਰੱਖ ਲਵਾਂਗੇ ਜੀ। ਭੈਣ ਜੀ ਆਪ ਜੀ ਤੁਸੀਂ ਮਹਿਲ ਕਲਾਂ ਤੋਂ ਬੋਲਦੇ ਹੋ? ਹਾਂਜੀ ਵਾਹਿਗੁਰੂ ਜੀ। ਹਾਂ ਮਹਿਲ ਕਲਾਂ ਕੋਲ ਹੀ ਹੈ ਪਿੰਡ ਮੇਰਾ ਵੀ, ਹੈ ਗੁਰਬਖਸ਼ਪੁਰਾ ਗੰਡੇਵਾਲ ਅੰਦਰ ਦੇ ਆ ਅੱਛਾ ਕੇ। ਅੱਛਾ ਜੀ। ਹਾਂ ਤੇ ਮੇਰੇ ਸਿੰਘ ਸਾਹਿਬ ਤੁਹਾਡੇ ਤੋਂ ਪੜ੍ਹੇ ਨੇ ਜੀ, 15 ਚ MA ਕੀਤੀ, ਤੇ ਉਹਨਾਂ ਨੇ ਤੁਹਾਡਾ ਨਾਮ ਦੇਖ ਕੇ ਦੱਸਿਆ ਸੀ ਕਿ ਬਹੁਤ ਵਧੀਆ ਨੇ। ਤੇ ਅੱਜ ਹੁਣ ਜਦੋਂ ਤੁਹਾਨੂੰ ਸੁਣਿਆ ਤੇ ਸੱਚਮੁੱਚ ਵਧੀਆ ਲੱਗਿਆ। ਤੇ ਸੱਚੀ ਅਸੀਂ ਵੀ ਜਾਣਦੇ ਸੀ ਵੀ ਕਿਤੇ ਹੋਣੀ ਟਕਸਾਲ ਹੈ ਜਿਹੜੀ ਬਸ ਥੋੜੇ ਸਮੇਂ ਤੋਂ ਸ਼ੁਰੂ ਹੋਈ ਹੈ। ਨਹੀਂ ਪਤਾ ਸੀ ਕਿ ਭਾਈ ਲਹਿਣਾ ਜੀ ਵੀ ਟਕਸਾਲ ਦੇ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਸੰਥਿਆ ਲਈ ਹੈ, ਸਿੱਖੀ ਹੈ। ਤਾਂ ਇਹ ਜਿਹੜੇ ਸਿੰਘਾਂ ਦੇ ਸਿੱਖਾਂ ਦੇ ਨਾਮ ਲਏ ਤੁਸੀਂ, ਤੇ ਉਹ ਬੜੇ ਅਮੋਲਕ ਇਹ ਇਹ ਜੀ ਮਤਲਬ ਕਿ ਬੋਹਲ ਚੋਂ ਦਾਣਾ ਹੈ ਸਿਰਫ ਜਿਹੜਾ ਨਾਂ ਲਿਆ ਗਿਆ ਹੈ। ਹਾਂਜੀ ਬਹੁਤ ਵਧੀਆ ਤਰੀਕੇ ਦੇ ਨਾਲ ਸਮਝਾਉਣਾ ਕੀਤਾ, ਬਹੁਤ ਵਧੀਆ, ਚੰਗਾ ਲੱਗਿਆ ਕਿ ਸਾਡਾ ਵੀ ਜਿਹੜਾ ਸੰਥਿਆ ਤੋਂ ਦੂਰ ਜਾ ਰਹੇ ਆ ਨਾ, ਤੇ ਉਹਨਾਂ ਦਾ ਵੀ ਮਨ ਕਰਦਾ ਦੇਖ ਕੇ ਵੀ ਸਾਨੂੰ ਵੀ ਸੰਥਿਆ ਇਸ ਤਰ੍ਹਾਂ ਲੈਣੀ ਚਾਹੀਦੀ, ਜ਼ਰੂਰੀ ਹੈ। ਕਿਸੇ ਦਿਨ ਸੰਥਿਆ ਬਾਰੇ ਵੀ ਥੋੜਾ, ਮੁਹਾਰਨੀ ਬਾਰੇ ਜਾਂ ਏਦਾਂ ਵੀ ਕੁਛ ਜ਼ਰੂਰ ਬੇਨਤੀ ਕਰ। ਬੱਚਿਆਂ ਨੂੰ ਵੀ ਬੇਨਤੀ ਹੈ ਕਿ ਜ਼ਰੂਰ ਆਪਣੇ ਵਾਈਸਿਸ ਤੋਂ ਸੰਥਿਆ ਲੈਣ। ਕੁਝ ਬਹੁਤ ਸਾਰੇ ਵਾਈਸਿਸ ਨੇ ਜਿਹੜੇ ਜ਼ੂਮ ਐਪ ਤੇ ਬੱਚਿਆਂ ਨੂੰ ਰੈਗੂਲਰ ਸੰਥਿਆ ਦੇ ਰਹੇ ਨੇ ਜਦ ਦੇ ਸਕੂਲ ਬੰਦ ਨੇ। ਸੋ ਸਾਰੇ ਵਿਦਿਆਰਥੀਆਂ ਨੂੰ ਬੇਨਤੀ, ਤੁਸੀਂ ਆਪਣੇ ਵਾਈਸਿਸ ਨਾਲ ਸੰਪਰਕ ਕਰਕੇ ਸੰਥਿਆ ਲੈ ਸਕਦੇ ਹੋ ਜੀ, ਜਿਨ੍ਹਾਂ ਦਾ ਮਨ ਹੋਵੇ ਲੈਣ ਦਾ। ਸੁਬਾਹ ਇੱਕ ਬਹੁਤ ਚੰਗੀ ਗੱਲ ਹੈ। 6:50 ਤੇ ਸੰਥਿਆ ਦੀ ਕਲਾਸ ਹੁੰਦੀ ਹੈ ਜੀ। ਭੈਣ ਜੀ ਮੈਂ ਗੱਲ ਹੋਰ ਪਾਸੇ ਚੱਲ ਜੂ, ਜਿਹੜੀਆਂ ਇਦਾਂ ਦੀਆਂ ਸੰਥਿਆਵਾਂ ਚੱਲਦੀਆਂ ਨੇ ਨਾ, ਉਹਨਾਂ ਨੇ ਪ੍ਰੋਬਲਮ ਬਹੁਤ ਕ੍ਰੀਏਟ ਕੀਤੀਆਂ ਨੇ। ਆਪਾਂ ਇੱਥੇ ਬੱਚੇ ਸੁਣ ਰਹੇ ਨੇ, ਮੈਂ ਬਹਿਸ 'ਚ ਨਹੀਂ ਪੈਣਾ ਚਾਹੁੰਦਾ। ਇੱਥੇ ਬਿੰਦੀ ਲਾਓ, ਇੱਥੇ ਅਧਕ ਲਾਓ, ਇੱਥੇ ਟਿੱਪੀ ਲਾਓ, ਗੁੰਮਰਾਹ ਕਰ ਰਹੇ ਹੈ ਜ਼ਿਆਦਾ। ਇਹਦੇ ਨਾਲ ਸੰਥਿਆ ਘੱਟ ਹੁੰਦੀ ਹੈ। ਗੁਰਬਾਣੀ ਉਵੇਂ ਪੜ੍ਹਨੀ ਚਾਹੀਦੀ ਹੈ ਜਿੱਦਾਂ ਲਿਖਿਆ ਹੋਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਕੋਲੇ, ਸਾਡੇ ਕੋਲੇ ਕੋਈ ਰਾਈਟ ਨਹੀਂ ਗੁਰੂ ਅਰਜਨ ਸਾਹਿਬ ਤੇ ਸਵਾਲ ਕਰਨ ਦਾ ਕਿ ਉਹਨਾਂ ਨੇ ਸ਼ੁੱਧ ਨਹੀਂ ਲਿਖਿਆ। ਜਦੋਂ ਅਸੀਂ ਕਹਿੰਦੇ ਹਾਂ ਕਿ ਸ਼ੁੱਧ ਬੋਲੋ, ਮਤਲਬ ਲਿਖਿਆ ਹੋਇਆ ਸ਼ੁੱਧ ਹੈ, ਉਹੀ ਬੋਲਣਾ ਨਾ। ਮੇਰਾ ਤੁਹਾਡਾ ਬਣਾਇਆ ਸ਼ੁੱਧ ਥੋੜਾ ਹੈ। ਆਪਾਂ ਕਿਤੇ ਤੇ ਲੰਮੀ ਚੌੜੀ ਬਹਿਸ ਕਰ ਸਕਦੇ ਹਾਂ, ਅਕਾਦਮਿਕ ਮਸਲਾ, ਬੱਚੇ ਨੇ ਵਿੱਚ ਜੁੜੇ ਹੋਏ, ਮੈਂ ਇਸ ਮਸਲੇ ਤੇ ਪਿਆ ਨਹੀਂ ਹੈਗਾ। ਤੇ ਇਸ ਕਰਕੇ ਜਿਹੜੀਆਂ ਆਯੂਬ ਜਾਮ ਤੇ ਅਸੀਂ 66 ਸਟੱਡੀ ਕਰ ਚੁੱਕੇ ਹਾਂ, 66 ਆਨਲਾਈਨ ਜਿਹੜੀਆਂ ਚੱਲਦੀਆਂ ਨੇ, ਗੁੰਮਰਾਹ ਜ਼ਿਆਦਾ ਕਰਦੀਆਂ ਨੇ, ਸੰਥਿਆ ਘੱਟ ਦਿੰਦੀਆਂ ਨੇ। ਚਲੋ ਕੋਈ ਗੱਲ ਨਹੀਂ, ਹੋਰ ਪਾਸੇ ਨਾ ਚੱਲ ਜੀਏ, ਭੁੱਲ ਚੁੱਕ ਮਾਫ ਕਰਨਾ। ਆਪਾਂ ਟਾਈਮ ਹੋ ਗਿਆ। ਬਹੁਤ ਬਹੁਤ ਧੰਨਵਾਦ ਜੀ। ਹਾਂ ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਚਿਆਂ ਨੂੰ ਬੇਨਤੀ ਹੈ ਕਿ ਜਾਪ ਦੀ ਸੇਵਾ, ਕੀਰਤਨ ਦੀ ਸੇਵਾ ਤੇ ਹੋਰ ਆਪਣਾ ਫੀਡਬੈਕ ਭੇਜਣ ਦੇ ਲਈ ਇਹ ਫੋਨ ਨੰਬਰ ਨੋਟ ਕਰੋ, ਸਕਰੀਨ ਸ਼ੇਅਰ ਕਰ ਦਿਓ ਗਗਨਦੀਪ ਸਿੰਘ ਜੀ। ਤੇ ਸਾਰੇ ਬੱਚੇ ਜਿਹੜੇ ਆਪਣੇ ਜਾਪ ਦੀ ਸੇਵਾ, ਕੀਰਤਨ ਦੀ ਸੇਵਾ ਜ਼ਰੂਰ ਮੈਨੂੰ ਕਰੋ। ਆਗਿਆ ਭੈਣ ਜੀ। ਹਾਂਜੀ ਵਾਹਿਗੁਰੂ ਜੀ, ਧੰਨਵਾਦ ਠੀਕ ਜੀ। ਹੈ ਜੀ, ਵਾਹਿਗੁਰੂ ਬਹੁਤ ਜੀ ਕਾ ਧੰਨਵਾਦ। ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।